ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:14 ਹੋ ਗਏ ਤੇ 3 ਅਗਸਤ ਦਾ ਵਰਾ 2022 ਦਾ ਬੁੱਧਵਾਰ ਹੈ। 19 ਹੋ ਗਿਆ ਸੌਣ ਤੇ ਨਾਨਕੇ ਸੰਮਤ ਹੈਗੀ 554 ਤੇ ਸਿੱਧਾ ਹੀ ਸਵਾਗਤ ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਮਕਿਨ ਸਿੰਘ ਪੱਤੀ ਸੁਣਾਉਣਗੇ ਗੱਲਾਂ ਬਾਤਾਂ ਤੇ ਉਸ ਤੋਂ ਬਾਅਦ ਉੱਗੇ ਵੈਦ ਰੂਬਲ ਜੀ ਤੁਹਾਡੀ ਸਿਹਤ ਨੂੰ ਤਰੋਤਾਜ਼ਾ ਕਿਵੇਂ ਕਰਦੇ ਆ ਉਹ ਗੱਲਬਾਤ ਕਰਨਗੇ। ਤੇ ਅਗਲੇ ਘੰਟੇ 'ਚ 11 ਤੋਂ 12 ਵਜੇ ਤੱਕ ਟੈਕਨੋਲੋਜੀ ਦੇ ਨਾਲ ਕੈਨੇਡੀਅਨ ਕੰਪਨੀਆਂ ਜਿਹੜਾ ਸਾਰਾ ਕੰਮ ਭਾਰਤ ਤੇ ਪਾਕਿਸਤਾਨ ਤੋਂ ਕਰਾਉਣ ਲੱਗ ਗਈਆਂ, ਉਹਦੇ 'ਚ ਲੋਕਾਂ ਦੀ ਜਾਣਕਾਰੀ ਚੋਰੀ ਹੋਣ ਲੱਗ ਗਈ ਤੇ ਰਿਸ਼ਤੇਦਾਰਾਂ ਨੂੰ ਪੰਜਾਬ ਦੇ ਵਿੱਚ ਫੋਨ ਜਾਣ ਲੱਗ ਗਏ ਵੀ ਤੁਹਾਡੇ ਬੰਦੇ ਦਾ ਸਰੀ 'ਚ ਐਕਸੀਡੈਂਟ ਹੋ ਗਿਆ, ਰੁਪਈਆ 2 ਲੱਖ ਦਿਓ ਛੇਤੀ, ਉਹਦੇ ਕੋਲ ਪੈਸੇ ਹੈ ਨਹੀਂ। ਕੱਲ੍ਹ ਇੱਕ ਜਾਣਕਾਰੀ ਦਰਸ਼ਨ ਕੈਂਥ ਹੋਣਾ ਨੇ ਦਿੱਤੀ ਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਨੇ ਫੋਨ ਕੀਤਾ। ਇਉਂ ਹੀ ਬਹੁਤ ਪਤਾ ਲੱਗਿਆ। ਅੱਗੇ ਵੀ ਮੈਂ ਕਿਹਾ ਜਿਹੜਾ ਡਿਸਪੈਚ ਟੈਕਸੀਆਂ ਦਾ ਟਰੱਕਾਂ ਦਾ ਸਾਰਾ ਉੱਥੇ ਲੈ ਗਏ ਤੇ ਵੱਡੀਆਂ ਜਿਹੜੀਆਂ ਅਕਾਊਂਟਿੰਗ ਫਰਮਸ ਨੇ ਉਹ ਸਾਰਾ ਕੰਮ ਠੇਕੇ ਤੇ ਪੰਜਾਬ ਤੋਂ ਭਾਰਤ ਤੋਂ ਕਰਾਉਣ ਲੱਗ ਗਏ। ਪੰਜਾਬ 'ਚ ਤਾਂ ਹੈ ਨਹੀਂ, ਇਹੋ ਜਿਹਾ ਜੁਗਾੜ ਘੱਟ ਹੈ ਤੇ ਉੱਥੋਂ ਕਰਾਉਣ ਲੱਗ ਗਏ ਤੇ ਉਹਦੇ 'ਤੇ ਆਪਣੀ ਮੋਹਰ ਲਾ ਕੇ ਕਿਸ ਤਰ੍ਹਾਂ ਕੈਨੇਡੀਅਨ ਸਟੈਂਡਰਡ ਨਾਲ ਪੈਸੇ ਲੈ ਰਹੇ ਨੇ। ਊਬਰ ਕੀ ਕਰ ਰਿਹਾ? ਊਬਰ ਆਪਣਾ ਐਪ ਲਾ ਕੇ ਟੈਕਸੀ ਵਾਲਿਆਂ ਨੂੰ ਡਿਸਪੈਚ ਦੇ ਕੇ ਟੈਕਸੀ ਵਾਲਿਆਂ ਦਾ ਮਾਂਜਾ ਲਾਉਣ ਲਈ ਕਿਵੇਂ ਤਿਆਰ ਆ ਤੇ ਟੈਕਸੀ ਵਾਲੇ ਲਾਲਚ ਦੇ ਵਿੱਚ ਕਿਵੇਂ ਊਬਰ ਦੇ ਮੂਹਰੇ ਡੰਡੌਤ ਕਰ ਰਹੇ ਨੇ, ਇਹਦੀ ਵੀ ਗੱਲ ਸੁਣਾਵਾਂਗਾ। ਕਹਾਣੀ ਅੱਜ ਤੁਹਾਡੇ ਸਨਮੁਖ ਸਰਦਾਰ ਬੂਟਾ ਸਿੰਘ ਸ਼ਾਦ ਦੀ ਹੋਣੀ ਹੈ। ਕਹਾਣੀਆਂ ਸਾਰੀਆਂ ਬਹੁਤ ਸੋਹਣੀਆਂ ਨੇ, ਚਾਹੇ ਮੇਬੀ ਦੋਹਰ ਲੱਗ ਜਾਏ ਪਰ ਸੁਣਾਊਂ ਵਧੀਆ। ਅੱਜ 604-204-0600 ਔਨ ਏਅਰ ਨੰਬਰ ਹੈ, 6042040600 ਜਿੱਥੇ ਤੁਸੀਂ ਗੱਲਬਾਤ ਕਰਦੇ ਹੋ ਔਨ ਏਅਰ, ਤੇ 604-729-1224 6047291224 ਇਹ ਆਪਣਾ ਵਟਸਐਪ ਤੇ ਟੈਕਸਟ ਲਈ ਮੇਰਾ ਸੈੱਲ ਨੰਬਰ ਆ ਜਿਹੜਾ ਤੁਹਾਡੇ ਕੋਲ ਹੈ। ਤੁਸੀਂ ਕੋਈ ਵੀ ਗੱਲਬਾਤ ਕੋਈ ਮਸ਼ਵਰਾ ਸਾਂਝਾ ਕਰਨਾ ਹੋਵੇ, ਵਟਸਐਪ ਬਹੁਤ ਸੌਖਾ ਹੈ, ਨਹੀਂ ਲਿਖ ਹੁੰਦਾ, ਰਿਕਾਰਡਿੰਗ ਕਰਕੇ ਭੇਜ ਦਿਓ, ਗੱਲ ਫਿਰ ਕਿਸੇ ਤਣ ਪੱਤਣ ਲਾਵਾਂਗੇ। 604-729-1224 ਤੇ ਦਫ਼ਤਰ ਦੇ ਵਿੱਚ ਵਪਾਰਕ ਵਾਅਦਿਆਂ ਲਈ ਹਰਜੀਤ ਸਿੰਘ ਗਿੱਲ ਸ਼ੋਅ ਜਾਂ ਹੋਰ ਕਿਸੇ ਵੀ ਸ਼ੋਅ 'ਚ ਐਡਵਰਟਾਈਜ਼ਮੈਂਟ ਲਈ 604-729-1224 604-204-0600 ਨਿੰਮੀ ਡੌਲਾ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ। ਪਿੰਡ ਵਾਲੀ ਢਾਬ ਤੇਰੇ ਦੇਸਾਂ ਬਾਰੇ ਲਿਖਾਂਗੇ, ਨਾਗ ਲੋਕ ਜਿਹੇ ਤੇਰੇ ਕੇਸਾਂ ਬਾਰੇ ਲਿਖਾਂਗੇ, ਦੱਸਾਂਗੇ ਕਿ ਸੂਰਤ ਕਿਉਂ ਹੋ ਚੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾ ਦੀ ਤਾਰੀਫ ਚੱਲੀ ਜਾਂਦੀ ਹੈ। ਮਹਿੰਦੀ ਰੰਗੇ ਹੱਥ ਕਦੋਂ ਖਾਬਾਂ ਵਿੱਚ ਆਉਂਦੇ ਨੇ, ਹਾਸੇ ਕਦੋਂ ਸੂਹੀ ਜਿਹੀ ਬਾਰਿਸ਼ ਕਰਾਉਂਦੇ ਨੇ, ਕਿਸ ਵੇਲੇ ਅਕਲਾਂ ਦੀ ਹਵਾ ਠੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾ ਦੀ ਜਮਾਂ ਹੀ ਤਾਰੀਫ ਚੱਲੀ ਜਾਂਦੀ ਹੈ। ਹੁਸਨਾਂ ਦੇ ਟੋਟ ਕੇ ਕੀ ਹਾਲ ਕਰ ਦਿੰਦੇ ਨੇ, ਦੱਸਾਂਗੇ ਖਮਾਰ ਕੇ ਹੀ ਚਾਲ ਕਰ ਦਿੰਦੇ ਨੇ, ਪੌਣ ਹਾਲੇ ਕੂਲੇ ਜੇ ਪੈਗਾਮ ਘੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾ ਦੀ ਤਾਰੀਫ ਚੱਲੀ ਜਾਂਦੀ ਹੈ। ਕਿਹੜੇ ਪਲ ਹਾਵੀ ਹੁੰਦਾ ਇਸ਼ਕ ਇਮਾਨ ਤੇ, ਲਿਖਾਂਗੇ ਰਵਾਈ ਇੱਕ ਤੇਰੀ ਮੁਸਕਾਨ ਤੇ, ਦੱਸਾਂਗੇ ਕਿ ਜਿੰਦ ਕਿਵੇਂ ਹੋ ਕੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾ ਦੀ ਤਾਰੀਫ ਚੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾ ਦੀ ਤਾਰੀਫ ਚੱਲੀ ਜਾਂਦੀ ਹੈ। ਨਵਾਬ ਖਾਨ ਲਿਖਦਾ ਤਾਰੀਫ ਅਕੀਦਤ 'ਚ, ਨੈਣਾ ਦਾ ਫਰਕ ਹੈ ਭਾਈ। ਕਪੜੀਆ ਲਾਣਾ ਨੈਣਾ ਨੂੰ ਸਾਦੇ ਜੇ ਬਣਾ ਕੇ ਨੇਤਰ ਕਹਿੰਦਾ ਹੁੰਦਾ, ਨੇਤਰ ਬੰਦ ਕਰੋ ਭਾਈ, ਵਾਂਗੂ ਡੱਡੀ ਕਦ ਮੂੰਹ 'ਚ ਚੱਲ ਜਾਣੀਆਂ ਪਤਾ ਹੀ ਨਹੀਂ ਲੱਗਦਾ। ਜੱਗੋਂ 13ਵਾਂ ਕੰਮ ਕਰਦੇ ਨੇ ਜਿਹੜਾ ਪਿੰਡ ਸਾਡੇ ਜਗਾੜ ਬੁਲਾਈ ਬੈਠਾ, ਚਿੱਟਾ ਪਾ ਕੇ ਚੋਲਾ, ਚਿੱਟੇ ਜਿਹੜੇ ਬੂਟ ਤੇ ਚਿੱਟੀਆਂ ਜਰਾਬਾਂ, ਹਲ ਬਾਉਣ ਲੱਗਿਆ ਹੋਇਆ। ਵਾਹ ਬੱਲੇ ਸ਼ੇਰਾ। ਸੈਲਰ ਦੀਆਂ ਬੋਰੀਆਂ ਢੋ ਹੁਣ ਨੂੰ ਗਰਦਨ ਮੋਢਿਆਂ 'ਚ ਜਾ ਬਣਨੀ ਸੀ, ਹੁਣ ਸੂਤ ਆ ਬਸ। ਦੁੱਧ ਕਾੜ ਕੇ ਤੇ ਕੇਸਰ ਮਲਾਈ ਸਣੇ ਮਲਾਈ, ਬਹਿ ਜਾਓ ਭਾਈ ਪ੍ਰਸ਼ਾਦਾ ਛਕ ਕੇ ਜਾਇਓ। ਹੰਨੇ ਪਾਤਸ਼ਾਹੀ ਵਾਲੀ ਕੌਮ, ਉਹਨਾਂ ਦੇ ਗਿੱਟਿਆਂ ਤੇ ਘੁੰਗਰੂ ਬਣ ਕੇ ਨੱਚਣ ਲਾਤੀ ਇਹਨਾਂ ਨੇ, ਨੱਚਣ। ਹੰਨੇ ਪਾਤਸ਼ਾਹੀ, ਹੰਨਾ ਹੁੰਦਾ ਘੋੜੇ ਦੀ ਕਾਠੀ ਦੇ ਮੂਹਰੇ ਜਿਹੜਾ ਡੰਡਾ ਜਿਹਾ ਲੱਗਿਆ ਹੁੰਦਾ, ਉਹਦੇ ਨਾਲ ਸਾਡੇ ਅਕਾਲੀ ਪਰਚਮ ਝੂਲਦੇ ਸੀ। ਕੱਲਾ ਨਿਹੰਗ ਸਿੰਘ ਬਾਣੇ ਦੇ ਵਿੱਚ ਹੰਨੇ ਨਾਲ ਬੰਨ੍ਹ ਕੇ ਆਪਣਾ ਜਿਹੜਾ ਨਿਸ਼ਾਨ ਸਾਹਿਬ ਤਰਲੋਕੀ ਦਾ ਮਾਲਕ ਹੁੰਦਾ ਸੀ। ਫਰੈਸਟਰ ਨੂੰ ਉਹਨੇ ਕਿਹਾ ਸੀ ਰਾਜਸਥਾਨ ਦੇ ਵਿੱਚ, ਉਹ ਕਹਿੰਦਾ ਮਾਲਕ ਕੌਣ ਹੈ?
ਉੱਪਰ ਨੂੰ ਨੇਜਾ ਕਰਤਾ, ਕਹਿੰਦਾ ਹੋ ਹੈ, ਕਹਿੰਦਾ ਉਹ ਧਰਤੀ ਤੇ ਮਾਲਕ ਕੌਣ ਆ, ਪੁੱਠਾ ਕਰਕੇ ਜਿਹੜਾ ਨੇਜਾ ਜ਼ਮੀਨ 'ਚ ਗੱਡਤਾ, ਕਹਿੰਦਾ ਧਰਤੀ ਤੇ ਹਮਰਾ ਖਤ ਪਾਤਸ਼ਾਹੀ ਦਾਬਾ। ਇਹ ਹੈ ਕੌਮ। ਸਰ ਨਵਕਿਰਨ ਸਿੰਘ ਪੱਤੀ ਨਾਲ ਕਰਦੇ ਹਾਂ ਗੱਲਬਾਤ ਪੰਜਾਬ ਤੋਂ, ਤੇ 604 204 0600 ਆਉਣੇ ਨੰਬਰ ਹੈ। ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ ਕਹਿੰਦੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਵਾਲੀ ਕਮੇਟੀ ਸਾਹਮਣੋ ਸਾਹਮਣੇ ਹੋ ਗਈ, ਗੱਲ ਕੀ ਹੋਈ ਹੈ? ਜੀ ਗਿੱਲ ਸਾਹਿਬ, ਦੇਖੋ ਮਸਲਾ ਬਹੁਤ ਭਖ ਗਿਆ। ਦਰਅਸਲ ਮਸਲਾ ਇਹ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਚਰਚਾ ਤਾਂ ਇਹ ਚੱਲਦੀ ਸੀ ਵੀ ਆਪਾਂ ਇਕੱਲੇ ਪੰਜਾਬ ਦੀ ਖੇਤਰੀ ਪਾਰਟੀ ਨਹੀਂ ਬਣਨਾ, ਆਪਾਂ ਹਰਿਆਣੇ 'ਚ ਜਾ ਕੇ ਚੋਣਾਂ ਲੜਨੀਆਂ ਨੇ, ਆਪਾਂ ਦਿੱਲੀ 'ਚ ਜਾ ਕੇ ਲੜਨੀਆਂ। ਦੋ ਥਾਂ ਤੇ ਤਾਂ ਲੜਦੇ ਹੀ ਸੀ। ਯੂਪੀ 'ਚ ਇਹਨਾਂ ਨੇ ਬਲਵੰਤ ਸਿੰਘ ਰਾਮੂਵਾਲੀਆ ਭੇਜਿਆ ਸੀ ਪਾਰਟੀ ਖੜੀ ਕਰਨ, ਔਰ ਉਦੋਂ ਬਾਅਦ ਉੱਤਰਾਖੰਡ ਕਣੀ ਨੂੰ ਤੁਰ ਪਏ ਸੀ। ਇਹਨਾਂ ਨੂੰ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਪੈਂਦੀ ਆ ਸੱਥਰੀ ਤੇ ਅਸੀਂ ਇਕੱਲਾ ਪੰਜਾਬ ਨਹੀਂ, ਪੰਜਾਬ ਤੋਂ ਬਾਹਰ ਜਾਵਾਂਗੇ। ਜਦੋਂ ਹਰਿਆਣੇ ਵਾਲਿਆਂ ਨੇ ਕਿਹਾ ਸੀ ਸਾਨੂੰ ਵੱਖਰੀ ਕਮੇਟੀ ਬਣਾਉਣ ਦਿਓ, ਉਦੋਂ ਵੀ ਇਹੀ ਰੌਲਾ ਪਿਆ ਸੀ ਕਿ ਵੱਖਰੀ ਕਮੇਟੀ ਕਿਉਂ, ਅਸੀਂ ਤਾਂ ਦਿੱਲੀ ਵਾਲੇ ਵੀ ਜਿਹੜੇ ਉਹ ਪੰਜਾਬ ਦੇ ਨਾਲ ਰਲਾਉਣ ਨੂੰ ਫਿਰਦੇ ਆ, ਤੁਸੀਂ ਵੱਖਰੀ ਕਮੇਟੀ ਹਰਿਆਣੇ ਦੀ ਗੱਲ ਕਰਦੇ ਹੋ। ਹੁਣ ਗੱਲ ਗਿੱਲ ਸਾਹਿਬ ਇਹ ਹੋਈ ਵੀ ਬੀਜੇਪੀ ਵਾਲਿਆਂ ਨੇ ਮਾਰੀ ਇਹਨਾਂ ਨੂੰ ਕੈਂਚੀ। ਇਹ ਤਾਂ ਫਿਰਦੇ ਸੀਗੇ ਪੰਜਾਬ ਤੋਂ ਬਾਹਰ, ਔਰ ਉਦੋਂ ਬਾਅਦ ਹੁਣ ਕਹਾਣੀ ਇਹ ਬਣ ਗਈ ਕਿ ਦਿੱਲੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਚੁੱਕੀ ਆ, ਉਹਦੇ ਸਾਰੇ ਵੱਡੇ ਲੀਡਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ। ਕਈ ਵੱਡੇ ਤਾਂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਸਿੱਧੇ ਭਾਜਪਾ 'ਚ ਚਲੇ ਗਏ, ਕਈ ਕਹਿੰਦੇ ਅਸੀਂ ਕਿਸੇ ਪਾਸੇ ਨਹੀਂ ਜਾਂਦੇ, ਅਸੀਂ ਗੈਰ ਸਿਆਸੀ ਰਹਾਂਗੇ ਲੇਕਿਨ ਅਕਾਲੀ ਦਲ ਨਾਲ ਨਹੀਂ ਰਹਾਂਗੇ। ਹੁਣ ਉਹਨਾਂ ਨੇ ਆ ਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਤੀ। ਉੱਥੇ ਦਫ਼ਤਰ ਬਣਾ ਲਿਆ ਜੀ ਅੰਮ੍ਰਿਤਸਰ ਸਾਹਿਬ ਆ ਕੇ ਦਿੱਲੀ ਵਾਲਿਆਂ ਨੇ। ਹੁਣ ਜਦੋਂ ਦਿੱਲੀ ਕਮੇਟੀ ਦੇ ਵੱਲੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਬਰਾਬਰ ਦੇ ਉੱਤੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ ਹੈਗਾ, ਔਰ ਇਸ ਸੰਬੰਧੀ ਬਕਾਇਦਾ ਅੱਜ ਫੈਸਲਾ ਲੈ ਲਿਆ। ਅੱਜ ਉਦਘਾਟਨ ਹੋ ਗਿਆ ਦਫ਼ਤਰ ਦਾ, ਔਰ ਫੈਡਰੇਸ਼ਨ ਦੇ ਆਗੂ ਮਨਜੀਤ ਸਿੰਘ ਭੋਮਾ ਨੂੰ ਜਿਹੜਾ ਉਹ ਇੰਚਾਰਜ ਲਾਤਾ ਜੀ। ਔਰ ਦਿੱਲੀ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਧਰਮ ਪ੍ਰਚਾਰ ਦਾ ਦਫ਼ਤਰ ਅੱਜ ਖੋਲ੍ਹਿਆ ਗਿਆ। ਦਫ਼ਤਰ ਖੋਲ੍ਹਣ ਦੇ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਨਿਸ਼ਾਨੇ ਲਾਏ, ਸ਼੍ਰੋਮਣੀ ਅਕਾਲੀ ਦਲ ਤੇ ਵੀ ਨਿਸ਼ਾਨੇ ਲਾਏ। ਇਸ ਤੋਂ ਇਲਾਵਾ ਇਸ ਸਮਾਗਮ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਸਾਹਿਬ, ਉਹ ਵੀ ਪਹੁੰਚੇ ਹੋਏ ਸੀ। ਜਗਦੀਪ ਸਿੰਘ ਕਾਹਲੋਂ ਪਹੁੰਚੇ ਹੋਏ ਸੀ। ਸੋ ਵੱਡੀ ਗਿਣਤੀ ਦੇ ਵਿੱਚ ਦਿੱਲੀ ਤੋਂ ਔਰ ਪੰਜਾਬ ਤੋਂ ਕਾਰ ਸੇਵਾ ਵਾਲੇ, ਹੋਰ ਬਹੁਤ ਵੱਡੇ ਵੱਡੇ ਜਿਹੜੇ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਕਹੇ ਤੋਂ ਹੀ ਆਇਆ ਜਾ ਕਰਦੇ ਸੀ, ਉਹ ਅੱਜ ਉਸ ਸਮਾਗਮ ਦੇ ਵਿੱਚ ਹਾਜ਼ਰ ਸੀਗੇ। ਸੋ ਇਹ ਪੈਰਲਲ ਸਿਸਟਮ ਸ਼ੁਰੂ ਕਰਤਾ ਜੀ ਉਹਨਾਂ ਨੇ ਆ ਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ। ਇਹ ਤਾਂ ਪੰਜਾਬ ਤੋਂ ਬਾਹਰ ਦਿੱਲੀ ਜਾਂਦੇ ਸੀ, ਅਗਲਿਆਂ ਨੇ ਆ ਕੇ ਪੰਜਾਬ ਦੇ ਵਿੱਚ ਹੀ ਬਰੋਬਰ ਦੇ ਉੱਤੇ ਸਿਸਟਮ ਖੜਾ ਜਿਹੜਾ ਉਹ ਕਰ ਦਿੱਤਾ ਗਾ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਵੀ ਸਮਾਗਮ ਹੋਇਆ ਸੀ, ਉਸ ਸਮਾਗਮ ਦੇ ਵਿੱਚ ਵੀ ਬਾਬਾ ਹਰਨਾਮ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਜਾ ਪਹੁੰਚੀ ਸੀ। ਔਰ ਹੁਣ ਵੀ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਮਾਗਮ ਹੋਇਆ, ਇਹਦੇ ਵਿੱਚ ਵੀ ਜਿੱਥੇ ਢੀਂਡਸਾ ਹੋਰਾਂ ਦਾ ਗਰੁੱਪ ਮਤਲਬ ਅਕਾਲੀ ਵਿਰੋਧੀ ਖੇਮਾ ਗਾ ਜਿਹੜਾ ਉਹ ਇਕਜੁੱਟ ਨਜ਼ਰ ਆ ਰਿਹਾ। ਔਰ ਇੱਕ ਗੱਲ ਜਿਹੜੀ ਨਵੀਂ ਗਿੱਲ ਸਾਹਿਬ ਜਾਣਕਾਰੀ ਮਿਲੀ ਉਹ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ। ਪੰਜਾਬ ਦੇ ਵਿੱਚ ਬਕਾਇਦਾ ਜਿਹੜੇ ਸਾਬਕਾ ਜਸਟਿਸ ਸਾਹਿਬ ਨੂੰ ਲਾਇਆ ਗਿਆ ਇਸ ਵਿਸ਼ੇ ਦੇ ਉੱਤੇ, ਉਹਨਾਂ ਨੂੰ ਦਫ਼ਤਰ ਅਲਾਟ ਕਰਤਾ ਪੰਜਾਬ ਸਰਕਾਰ ਨੇ, ਉਹਨਾਂ ਨੇ ਪੂਰੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਔਰ ਵੋਟਰਾਂ 2-3 ਅਮੈਂਡਮੈਂਟ ਵੀ ਹੋਣਗੀਆਂ ਇਹਦੇ ਵਿੱਚ, ਜਿਹੜੀ ਵੋਟਰਾਂ ਦੀ ਉਮਰ ਹੱਦ ਆ ਗਈ, ਜਿਹੜੀ ਪਹਿਲਾਂ 21 ਸਾਲ ਤੋਂ ਉੱਪਰ ਦੇ ਵੋਟਰ ਵੋਟ ਪਾ ਸਕਦੇ ਨੇ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹਨਾਂ ਨੂੰ 18 ਸਾਲ ਕਰਨ ਵਾਲੇ ਪਾਸੇ ਨੂੰ ਗੱਲ ਤੁਰੀ ਆ। ਤਾਂ ਇਹ ਪੂਰੀ ਤਿਆਰੀ ਹੈ ਜੀ। ਔਰ ਇਸੇ ਤਿਆਰੀ ਦੇ ਦਰਮਿਆਨ ਜਦੋਂ ਆ ਕੇ ਦਫ਼ਤਰ ਖੁੱਲ੍ਹ ਗਿਆ, ਪੈਰਲਲ ਧਰਮ ਪ੍ਰਚਾਰ ਦੀ ਸ਼ੁਰੂਆਤ ਦਿੱਲੀ ਵਾਲਿਆਂ ਨੇ ਕਰਤੀ ਆ, ਤਾਂ ਇਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਦੂਜੇ ਦੇ ਆਮੋ ਸਾਹਮਣੇ ਦਿਖਾਈ ਦਿੰਦੇ ਨੇ। ਦੋਨੇ ਬਿਆਨ ਇੱਕ ਦੂਜੇ ਦੇ ਖਿਲਾਫ ਨਜ਼ਰ ਆ ਰਹੇ ਨੇ। ਆਉਣ ਵਾਲੇ ਦਿਨਾਂ 'ਚ ਮਾਹੌਲ ਹੋਰ ਵੀ ਤੱਤਾ ਤੇ ਤਿੱਖਾ ਹੋਵੇਗਾ ਜੀ। ਤੇ 24 ਤੋਂ ਪਹਿਲਾਂ ਮੈਨੂੰ ਲੱਗਦਾ ਕਟਾਕਟੀ SGPC ਦੀ ਇਲੈਕਸ਼ਨ ਦੀ ਕੱਢਣਗੇ। ਤੇ ਮੈਨੂੰ ਇਉਂ ਦੱਸਿਓ, ਸਮੇਤ ਸੈਣੀ ਤੋਂ ਫੇਰ ਪੁੱਛਗਿੱਛ ਹੋਈ ਆ, ਕਾਹਦੀ ਹੋਈ ਹੈ? ਗੱਲਾਂ ਹੀ ਨੇ।
ਜੀ ਗੱਲ ਸੋ ਵਾਕਈ ਗੱਲ ਤਾਂ ਇਹੀ ਹੈ ਕਿ ਸਮੇਧ ਸਿੰਘ ਸੈਣੀ ਜਿਹੜਾ KPS ਗਿੱਲ ਦਾ ਖਾਸ ਬੰਦਾ ਰਿਹਾ, ਜਿਹੜੇ ਪੁਲਿਸ ਅਫਸਰ ਦੇ ਉੱਤੇ ਨੌਜਵਾਨਾਂ ਨੂੰ ਕੋਹ ਮਾਰਨ ਦੇ ਇਲਜ਼ਾਮ ਲੱਗਦੇ ਰਹੇ, ਉਹਨੂੰ ਸਰਪ੍ਰਸਤੀ ਦਿੱਤੀ ਅਕਾਲੀ ਭਾਜਪਾ ਸਰਕਾਰ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਇਸ ਪੁਲਿਸ ਅਫਸਰ ਦੇ ਉੱਤੇ ਹੱਥ ਰੱਖਿਆਗਾ, ਔਰ ਉਹ ਗੱਲਾਂ ਨੇ ਜਿਹੜੀਆਂ, ਉਹ ਗੱਲਾਂ ਕਰਕੇ ਹੀ ਅੱਜ ਸਥਿਤੀ ਹੈ ਜਿਹੜੀ ਇਹ ਬਣੀ ਹੈ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਹੈਗੀ, ਇਹ ਗੱਲ ਨੂੰ ਭੁਲਾਇਆ ਨਹੀਂ ਜਾ ਸਕਦਾ। ਸੋ ਹੁਣ ਗੱਲ ਸਾਹਿਬ ਦੇਖੋ, ਇਹ ਮਸਲੇ ਦੇ ਵਿੱਚ ਇਹ ਹੈ ਕਿ ਅੱਜ 4.25 ਘੰਟੇ ਪੁੱਛਗਿੱਛ ਹੋਈ ਹੈਗੀ ਸਾਬਕਾ DGP ਸਮੇਧ ਸੈਣੀ ਤੋਂ, ਔਰ 4.25 ਘੰਟੇ ਜਿਹੜੀ ਪੁੱਛਗਿੱਛ ਹੋਈ ਹੈ, ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਨਾ ADGP LK ਯਾਦਵ ਦੀ ਅਗਵਾਈ ਦੇ ਵਿੱਚ, ਉਹਦੇ ਵੱਲੋਂ ਪੁੱਛਗਿੱਛ ਹੋਈ ਹੈ। ਕੋਟਕਪੂਰਾ ਗੋਲੀकांड ਸੰਬੰਧੀ ਜਿਹੜੇ ਪ੍ਰਸ਼ਨ ਨੇ ਉਹ ਪੁੱਛੇ ਗਏ ਨੇ। ਜਾਂਚ ਟੀਮ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਕਤੂਬਰ 2015 ਦੇ ਵਿੱਚ ਜਦੋਂ ਬੇਅਦਬੀ ਦੀਆਂ ਘਟਨਾਵਾਂ ਦੇ ਵਿਸ਼ੇ ਦੇ ਉੱਤੇ ਸਿੱਖ ਸੰਗਤ ਨਿਹੱਥੇ ਜਿਹੜੇ ਸਿੱਖ ਨੇ ਉਹ ਵਿਰੋਧ ਕਰ ਰਹੇ ਸੀਗੇ, ਤਾਂ ਉਸ ਵਕਤ ਪੁਲਿਸ ਨੇ ਤਾਬੜਤੋੜ ਗੋਲੀਆਂ ਚਲਾਈਆਂ, ਜਿਹਦੇ ਵਿੱਚ 2 ਸਿੱਖ ਨੌਜਵਾਨਾਂ ਦੀ ਸ਼ਹਾਦਤ ਵੀ ਹੋਈ ਸੀ। ਔਰ ਉਹ ਫੈਸਲਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕਿਹਦੇ ਹੁਕਮਾਂ ਤਹਿਤ ਲਿਆ ਗਿਆ, ਕਿਹਨੇ ਉਹਨੂੰ ਕਿਹਾਗਾ, ਕਿਉਂਕਿ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਗ੍ਰਹਿ ਮੰਤਰੀ ਜਿਹੜਾ ਉਹ ਸੁਖਬੀਰ ਬਾਦਲ ਸੀ, ਤੇ DGP ਸਮੇਧ ਸੈਣੀ ਸੀ। ਸਮੇਧ ਸੈਣੀ ਤੋਂ ਜਿਹੜੀ ਇਹ 4.25 ਘੰਟੇ ਪੁੱਛਗਿੱਛ ਕੀਤੀ ਗਈ ਹੈ, ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਕਿ ਕਿਸ ਪਾਸੇ ਨੂੰ ਕਹਾਣੀ ਵੱਧਦੀ ਹੈ, ਕਿਉਂਕਿ ਇਹੀ ਗੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਪਾਸੇ ਹੋਣਾ ਪਿਆ। ਉਹਨਾਂ ਨੇ ਕਿਹਾ ਸੀ ਕਿ ਅਸੀਂ ਬੇਅਦਬੀ ਦੇ ਮਸਲੇ 'ਚ ਔਰ ਕੋਟਕਪੂਰਾ ਬਾਈਬਲ ਕਲਾਂ ਗੋਲੀकांड ਦੇ ਮਸਲੇ 'ਚ ਇਨਸਾਫ ਦੇਵਾਂਗੇ। ਉਸ ਤੋਂ ਬਾਅਦ ਚਰਨਜੀਤ ਚੰਨੀ ਨੇ ਕਿਹਾ ਸੀ, ਉਹ ਦੋਨਾਂ ਨੇ ਇਨਸਾਫ ਨਹੀਂ ਦਿੱਤਾ। ਫਿਰ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ, ਆਮ ਆਦਮੀ ਪਾਰਟੀ ਨੇ ਕਿ ਅਸੀਂ ਇਨਸਾਫ ਦੇਵਾਂਗੇ। ਸੰਗਤਾਂ ਨੇ ਇਹਨਾਂ ਨੂੰ ਜਿਹੜਾ ਮੌਕਾ ਵੀ ਦਿੱਤਾ, ਔਰ ਹੁਣ ਫਿਰ 15 ਅਗਸਤ ਤੱਕ ਦਾ ਸਮਾਂ ਗਾ ਜਿਹੜਾ ਉਹ ਜਾ ਕੇ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾਂ, ਉਹ ਮੰਗ ਕੇ ਆਏ ਨੇ। ਹੁਣ ਗਿੱਲ ਸਾਹਿਬ ਦੇਖਦੇ ਆ ਕਿ 15 ਅਗਸਤ ਤੱਕ ਕੀ ਸਥਿਤੀ ਦੇ ਵਿੱਚ ਬਦਲਾਅ ਗਾ ਜਿਹੜਾ ਉਹ ਆਉਂਦਾ ਗਾ। ਅਦਰਵਾਈਜ਼ ਸਮੇਧ ਸਿੰਘ ਸੈਣੀ ਤੋਂ ਜਿਹੜੀ 4.25 ਘੰਟੇ ਪੁੱਛਗਿੱਛ ਹੋਈ ਹੈ, ਇਹਨੂੰ ਅਸੀਂ ਇਸ ਰੂਪ ਦੇ ਵਿੱਚ ਦੇਖ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁੱਛਗਿੱਛ ਆ ਜਿਹੜੀ ਉਹ ਅੱਗੇ ਵੱਧ ਸਕਦੀ ਆ ਕਿ ਪੁਲਿਸ ਨੂੰ ਕਿਹਨੇ ਕਿਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਕੀਤੀ ਸੀ। ਸਮੇਧ ਸਿੰਘ ਸੈਣੀ ਤਾਂ 1982 ਬੈਚ ਦਾ IPS ਅਫਸਰ ਹੈ, 6 ਜ਼ਿਲ੍ਹਿਆਂ ਦਾ SSP ਰਿਹਾ ਗਾ ਇਹ, ਔਰ ਅਗਸਤ 1991 ਦੇ ਵਿੱਚ ਚੰਡੀਗੜ੍ਹ ਦਾ ਇਹ SSP ਸੀ। ਉਦੋਂ ਇਹ ਤੇ ਜਾਨਲੇਵਾ ਹਮਲਾ ਵੀ ਹੋਇਆ ਸੀਗਾ, ਔਰ ਇਹਦੇ 3 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਹਨੇ ਕਿਸ ਤਰੀਕੇ ਨਾਲ ਅੱਤ ਮਚਾਈ ਉਹ ਸਭ ਦੇ ਸਾਹਮਣੇ ਹੈ ਜੀ। ਅੰਦਰ ਵੜ ਕੇ ਸਮਝਾਇਆ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ, ਕੀ ਕਿਹਾ? ਜੀ ਗਿੱਲ ਸਾਹਿਬ, ਵਿਧਾਇਕ ਤਾਂ ਦੇਖੋ ਕਹਿੰਦੇ ਨੇ, ਉਹ ਕਹਿੰਦੇ ਸਾਥੋਂ ਪੁੱਛਿਆ ਜੀ ਵੀ ਆਪੋ ਆਪਣੇ ਹਲਕੇ ਦਾ ਹਾਲ ਦੱਸੋ। ਉਹ ਕਹਿੰਦੇ ਸਾਨੂੰ ਕਿਹਾ ਗਾ ਭਗਵੰਤ ਮਾਨ ਨੇ ਵੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਕਹਿੰਦੇ ਸਾਰੇ MLA ਜਿਹਨੂੰ ਭਗਵੰਤ ਮਾਨ ਨੇ ਕਿਹਾ ਵੀ ਸਕੀਮਾਂ ਗਰਾਊਂਡ ਲੈਵਲ ਦੇ ਉੱਤੇ ਲਾਗੂ ਕਰੋ। ਲੇਕਿਨ ਗਿੱਲ ਸਾਹਿਬ ਗੱਲ ਇਹ ਪਤਾ ਲੱਗੀ ਆ ਅੰਦਰੋਂ ਕਿ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਕਿਹਾ ਵੀ ਆਹ ਜਿਹੜਾ ਜਾ ਕੇ ਕਹਿ ਨੂੰ ਮਾਰ ਲਿਆ ਜੀ ਛਾਪਾ, 5-7 ਕੈਮਰੇ ਵਾਲੇ ਹੁੰਦੇ ਨੇ ਨਾਲ, ਆਹ ਲਓ ਜੀ ਆਹ ਫਲਾਨਾ ਮੁਲਾਜ਼ਮ ਘੇਰ ਲਿਆ, ਵੀ ਇਹ ਕੰਮ ਨਹੀਂ ਕਰਨਾ। ਕਿਉਂਕਿ ਆ ਜਿਹੜਾ ਫਰੀਦਕੋਟ ਵਾਲਾ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੂੰ ਜਾ ਕੇ ਇਹਨਾਂ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਕੈਮਰਿਆਂ ਦੇ ਮੂਹਰੇ ਖੜ ਕੇ ਜਿਸ ਤਰੀਕੇ ਦੇ ਨਾਲ ਝਾੜ ਪਾਈ ਆ, ਜਿਸ ਤਰੀਕੇ ਦੇ ਨਾਲ ਇੱਕ ਗੰਦੇ ਬੈੱਡ ਦੇ ਉੱਤੇ ਲਟਾਇਆ, ਉਦੋਂ ਬਾਅਦ ਸਰਕਾਰ ਦੀ ਸਥਿਤੀ ਕਸੂਤੀ ਬਣੀ ਹੋਈ ਆ। ਭਾਵੇਂ ਸੋਸ਼ਲ ਮੀਡੀਆ ਤੇ ਇਹਨਾਂ ਦੀ ਟੀਮ ਆ, ਸੋਸ਼ਲ ਮੀਡੀਆ ਤੇ ਉੱਤੇ ਪੱਖ ਦੇ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਭਾਵੇਂ ਪਿੰਡਾਂ ਦੇ ਵਿੱਚ ਵੀ ਔਰ ਫਰੀਦਕੋਟ ਦੇ ਵਿੱਚ ਵੀ ਪੱਖ ਦੇ ਵਿੱਚ, ਲੇਕਿਨ ਹਕੀਕਤ ਇਹ ਹੈ ਕਿ ਅੰਦਰ ਖਾਤੇ ਸਰਕਾਰ ਇਸ ਮਸਲੇ ਨੇ ਹਿਲਾ ਕੇ ਧਰਤੀ। ਜਿਹੜੀ 2828 ਕਿੱਲਿਆਂ ਦੇ ਮਸਲੇ ਤੇ ਇਹਨਾਂ ਨੇ ਚੜ੍ਹਤ ਬਣਾਈ, ਉਹ ਵਿਚਾਲੇ ਹੀ ਰੋਲ ਕੇ ਰੱਖਤੀ ਇਸ ਮਸਲੇ ਨੇ। ਹੁਣ ਇਹ ਵੀ ਪਤਾ ਲੱਗਿਆ ਕਿ ਭਗਵੰਤ ਮਾਨ ਵੱਲੋਂ ਜਿਵੇਂ ਪਹਿਲਾਂ ਫੋਨ ਕੀਤਾ ਗਿਆ ਸੀ ਡਾਕਟਰ ਰਾਜ ਬਹਾਦਰ ਨੂੰ, ਉਦੋਂ ਬਾਅਦ ਦੁਬਾਰੇ ਫਿਰ ਜਿਹੜਾ ਰਾਜ ਬਹਾਦਰ ਹੋਰਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਅਸਤੀਫਾ ਗਾ ਜਿਹੜਾ ਵਾਪਸ ਲੈ ਲਓ। ਇਹ ਵੀ ਪਤਾ ਲੱਗਿਆ ਕਿ ਡਾਕਟਰ ਰਾਜ ਬਹਾਦਰ ਹੋਰਾਂ ਨੂੰ ਕਿਸੇ ਵੀ ਸਮੇਂ ਮੁੱਖ ਮੰਤਰੀ ਦਫ਼ਤਰ ਵੱਲੋਂ ਮਿਲਣ ਦਾ ਸੱਦਾ ਆ ਸਕਦਾ ਗਾ। ਇਸੇ ਦਰਮਿਆਨ ਅੱਜ ਜਿਹੜੇ MLA ਦੀ ਕਲਾਸ ਲਾਈ ਆ ਭਗਵੰਤ ਮਾਨ ਹੋਰਾਂ ਨੇ, ਉਹ ਵੀ ਬੜੀ ਅਹਿਮ ਆ। ਇਹ ਵੀ ਪਤਾ ਲੱਗਿਆ ਗਿੱਲ ਸਾਹਿਬ ਕਿ ਆਮ ਆਦਮੀ ਪਾਰਟੀ ਵੀ ਇਸ ਵਿਸ਼ੇ ਤੇ 2 ਗੁੱਟਾਂ ਦੇ ਵਿੱਚ ਨਜ਼ਰ ਆ ਰਹੀ ਹੈ। ਇੱਕ ਗੁੱਟ ਚੇਤਨ ਸਿੰਘ ਜੌੜਾ ਮਾਜਰਾ ਦੇ ਪੱਖ 'ਚ ਖੜਾ ਗਾ, ਦੂਜਾ ਗੁੱਟ ਹੈਗਾ ਜਿਹੜਾ ਉਹ ਭਗਵੰਤ ਮਾਨ ਦੇ ਕਹਿ ਲਈਏ ਜਾਂ ਵਾਈਸ ਚਾਂਸਲਰ ਸਾਹਿਬ ਦੇ ਕਹਿ ਲਈਏ, ਇਹਨਾਂ ਦੇ ਪੱਖ ਦੇ ਵਿੱਚ ਖੜਾ ਗਾ। ਅਜਿਹੇ ਮਸਲੇ ਦੇ ਉੱਤੇ ਭਗਵੰਤ ਮਾਨ ਹੋਰਾਂ ਦੇ ਵੱਲੋਂ ਵਿਧਾਇਕਾਂ ਦੀ ਕਲਾਸ ਲਾਉਣਾ ਬੜੀ ਅਹਿਮ ਹੈਗੀ।
ਲਾਉਣੀ ਵੀ ਚਾਹੀਦੀ ਹੈ। ਨਵੇਂ ਜਿੱਤੇ ਨੇ ਗਿੱਲ ਸਾਹਿਬ, ਜਦ ਇੱਕ ਕੈਮਰੇ ਅੱਜ ਕੱਲ੍ਹ ਸੋਸ਼ਲ ਮੀਡੀਆ ਚੈਨਲ ਬੜੇ ਨੇ, ਔਰ ਕੈਮਰੇ ਜਦੋਂ ਪੈਂਦੇ ਹੁੰਦੇ ਨੇ ਉਦੋਂ ਬਾਅਦ ਤਾਂ ਐਂ ਸਮਝਦੇ ਨੇ ਵੀ ਆਪਾਂ ਹੀ ਆ ਚਾਰੇ ਪਾਸੇ ਜੀ। ਚੱਕਵੇਂ ਹੋ ਗਏ ਬਾਹਲੇ, ਜੋੜੇ ਮਾਜਰਾ ਨੂੰ ਔਖਾ ਕਰੂ ਇਹ। ਅੱਛਾ, ਪਟਿਆਲੇ ਇੱਕ ਜਵਾਕ ਨੇ ਬੈਂਕ ਲੁੱਟ ਲਈ ਜੀ। ਜੀ ਗਿੱਲ ਸਾਹਿਬ, ਇਹ CCTV ਫੁਟੇਜ ਜਿਹੜੀ ਮੈਂ ਦੇਖੀ ਨਾ ਗਿੱਲ ਸਾਹਿਬ, ਬੜੀ ਕਮਾਲ ਦੀ ਹੈ। ਮਤਲਬ ਜਵਾਕ ਹੈ, ਜਵਾਕ ਦੀ ਉਮਰ ਹੈਗੀ ਹੈ ਜਿਹੜੀ 8-10 ਸਾਲ ਦੀ ਉਮਰ ਹੈ, ਇਹ ਤੋਂ ਵੱਧ ਉਮਰ ਨਹੀਂ ਹੈ। ਬੜੇ ਹੌਸਲੇ ਦੇ ਨਾਲ ਪਟਿਆਲਾ ਦਾ ਮਤਲਬ ਜਿਹੜਾ ਬਹੁਤ ਪੁਲਿਸ ਦੇ ਸਖਤ ਪਹਿਰੇ ਵਾਲਾ ਸ਼ੇਰਾਂ ਵਾਲਾ ਗੇਟ ਹੈ। ਸ਼ੇਰਾਂ ਵਾਲਾ ਗੇਟ ਆਪਣੇ ਬਹੁਤ ਸਾਰੇ ਸਰੋਤਿਆਂ ਨੇ ਉੱਥੋਂ ਲੰਘਦਿਆਂ ਵੜਦਿਆਂ ਦੇਖਿਆ, ਉਹ ਚਾਰੇ ਪਾਸੇ ਪੁਲਿਸ ਹੁੰਦੀ ਆ, ਬੜਾ ਹਾਈ ਸਿਕਿਉਰਿਟੀ ਏਰੀਆ ਹੈਗਾ। ਉੱਥੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਹੈ। ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਵਿੱਚ ਅੰਦਰ ਜਾਂਦਾ ਮੁੰਡਾ, CCTV ਰਾਹੀਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ। 8-10 ਸਾਲ ਦੀ ਉਹਦੀ ਉਮਰ ਹੈ, ਕਈ ਹੱਦ 11 ਸਾਲ ਹੋਊ, ਕਿਉਂਕਿ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਉਹ ਕਿਹੜਾ ਫੜਿਆ ਗਿਆ। 8-10 ਸਾਲ ਦਾ ਗਿੱਲ ਸਾਹਿਬ ਉਹ ਮੁੰਡਾ ਅੰਦਰ ਜਾਂਦਾ ਹੈ, ਔਰ ਜਾ ਕੇ ਚੁੱਪ ਕਰਕੇ ਮੁਲਾਜ਼ਮਾਂ ਦੇ ਵਿੱਚ ਦੀ, ਪੁਲਿਸ ਮੁਲਾਜ਼ਮਾਂ ਦੇ ਕੋਲ ਦੀ, ਜਿਹੜੇ ਗਾਹਕ ਗਏ ਹੁੰਦੇ ਨੇ ਬੈਂਕ ਦੇ ਵਿੱਚ, ਉਹਨਾਂ ਦੇ ਕੋਲ ਦੀ ਐਂ ਲੱਗਦਾ ਜਾ ਕੇ 35 ਲੱਖ ਰੁਪਇਆ ਇੱਕ ਬੈਗ ਦੇ ਵਿੱਚ ਪਿਆ ਹੁੰਦਾ, ਖਾਸਾ ਭਾਰੀ ਬੈਗ ਚੱਕ ਕੇ ਮੋਢੇ ਨਾਲ ਲਾ ਕੇ ਚੁੱਪ ਕਰਕੇ ਤੁਰ ਕੇ ਲੰਘ ਜਾਂਦਾ। ਉਸ ਤੋਂ ਬਾਅਦ ਬਾਹਰਲੀ ਜਿਹੜੀ CCTV ਫੁਟੇਜ ਆਈ ਆ ਬੈਂਕ ਦੇ, ਉੱਥੇ ਵੀ ਜਾਂਦਾ ਮੌਜ ਨਾਲ ਗਿੱਲ ਸਾਹਿਬ, ਉਹ ਹੌਸਲੇ ਨਾਲ, ਜਿਵੇਂ ਕੋਈ ਕੀਤਾ ਹੀ ਨਹੀਂ ਹੁੰਦਾ ਕੁਛ। ਮਤਲਬ ਕੋਈ ਭੱਜਦਾ ਨਹੀਂ ਉਹ, ਕੋਈ ਡਰਦਾ ਨਹੀਂ ਉਹ, ਕੋਈ ਉਹਦੇ ਚਿਹਰੇ ਤੇ ਐਂ ਨਹੀਂ, ਉਹ ਤਾਂ ਐਂ ਲਈ ਜਾਂਦਾ ਜਿਵੇਂ ਆਪ ਦਾ ਬੈਗ ਹੁੰਦਾ ਪਾਥੀਆਂ ਵਾਲਾ ਜਾਂ ਕਿਤਾਬਾਂ ਵਾਲਾ, ਔਰ ਮੌਜ ਨਾਲ ਲੈ ਕੇ ਲੰਘ ਗਿਆ। ਉਸ ਤੋਂ ਬਾਅਦ ਪੁਲਿਸ ਨੂੰ ਹਜੇ ਤੱਕ ਹੱਥਾਂ ਪੈਰਾਂ ਦੀ ਪਈ ਹੋਈ ਆ। ਪੁਲਿਸ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਉਹ ਮੁੰਡਾ ਕਿੱਥੋਂ ਆਇਆ, ਕਿੱਥੇ ਗਿਆ, ਕੌਣ ਸੀ, ਕਿਵੇਂ ਸੀ। ਲੇਕਿਨ 35 ਲੱਖ ਰੁਪਈਆ ਗਾ ਜਿਹੜਾ ਉਹ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਰਾਂ ਵਾਲਾ ਗੇਟ ਪਟਿਆਲਾ ਦੀ ਜਿਹੜੀ ਬੜੇ ਪੌਸ਼ ਏਰੀਏ ਦੇ ਵਿੱਚ ਬ੍ਰਾਂਚ ਆ, ਉੱਥੋਂ ਮੌਜ ਨਾਲ ਲੈ ਕੇ ਲੰਘ ਗਿਆ ਜੀ। ਉਹ 35 ਲੱਖ ਕਿਹਦਾ ਪਾਇਆ ਪਿਆ ਸੀ ਬੈਗ 'ਚ? ਉਹ ATM 'ਚ ਪਾਉਣਾ ਸੀਗਾ, ਕਹਿੰਦੇ ਜੀ ਬੈਂਕ ਵਾਲਿਆਂ ਦਾ ਹੀ ਸੀਗਾ। ਫਿਰ ਅੰਦਰਲੇ ਨੇ ਦੱਸਿਆ ਕਿਸੇ ਨੇ ਪੂਰਾ ਵੇ ਲਿਆ ਜੀ ਜਵਾਕਾਂ ਨੂੰ, ਚੱਲ ਬਣਾਂਗੇ ਸਿਮਲੇ ਚੱਲਾਂਗੇ, ਸਿਮਲੇ ਜਿਵੇਂ ਪਿੰਡਾਂ ਵਾਲੇ ਕਹਿੰਦੇ ਨੇ। ਅੱਛਾ, ਇੱਕ ਦੱਸਿਓ ਅੱਗੇ ਬਈ ਆਪਣੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਨੂੰ ਫਿਰ ਸੈਂਟਰ ਨੂੰ ਲੈ ਕੇ ਜਾਣਗੇ, ਨਹੀਂ ਮੰਨਦੇ? ਜੀ ਗਿੱਲ ਸਾਹਿਬ, ਇਹਦੇ ਤੇ ਦੇਖੋ ਅਜੇ ਤੱਕ ਹੈ ਤਾਂ ਦੁਚਿੱਤੀ, ਪਰ ਅੱਜ ਜੋ ਰਾਜ ਸਭਾ ਦੇ ਵਿੱਚ ਗੱਲ ਸਾਹਮਣੇ ਆਈ ਹੈ, ਉਂਝ ਜ਼ਰੂਰੀ ਨਹੀਂ ਹੁੰਦਾ ਕਿ ਸਰਕਾਰ ਜੋ ਕਹਿੰਦੀ ਆ ਉਵੇਂ ਹੀ ਕਰਦੀ ਹੈ। ਕੋਈ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਵੀ ਆਪਾਂ ਦੇਖਿਆ, ਸਰਕਾਰ ਕਹਿੰਦੀ ਹੋਰ ਸੀ, ਕਰਦੀ ਹੋਰ ਸੀ। ਜਦੋਂ ਵਾਪਸ ਲਏ ਨੇ ਉਹਦੇ ਵੀ ਕਿਸੇ ਨੂੰ ਪਤਾ ਨਹੀਂ ਸੀ ਕੀ ਗੱਲ ਬਾਤ ਹੋਣੀ ਹੈ। ਪਰ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ, ਉਹਨਾਂ ਨੇ ਉੱਥੇ ਸਵਾਲ ਕੀਤਾ ਸੀ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਮਸਲੇ ਦੇ ਉੱਤੇ ਸਰਕਾਰ ਕੀ ਕਰ ਰਹੀ ਆ, ਔਰ ਉਸ ਵਿਸ਼ੇ ਦੇ ਉੱਤੇ ਜੋ ਕੇਂਦਰ ਸਰਕਾਰ ਨੇ ਰਾਜ ਸਭਾ ਦੇ ਵਿੱਚ ਆਪਦਾ ਸਪਸ਼ਟੀਕਰਨ ਦਿੱਤਾ। ਉਹਨਾਂ ਨੇ ਕਿਹਾ ਅਸੀਂ ਕੁਛ ਨਹੀਂ ਕਰ ਰਹੇ, ਸਾਡਾ ਕੋਈ ਇਰਾਦਾ ਨਹੀਂ ਉਹਦਾ ਕੇਂਦਰੀਕਰਨ ਕਰਨ ਦਾ। ਸਟੇਟ ਯੂਨੀਵਰਸਿਟੀਆਂ ਦੇ ਮਸਲੇ ਦੇ ਉੱਤੇ ਅਸੀਂ ਉਸ ਰੂਪ ਦੇ ਵਿੱਚ ਐਕਟ ਨਹੀਂ ਕਰ ਰਹੇ। ਉੱਥੇ ਤਾਂ ਗਿੱਲ ਸਾਹਿਬ ਜਿਹੜੀ ਦੇਖੋ ਸਟੇਟਮੈਂਟ ਆ ਅੱਜ ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਦੀ ਤਰਫੋਂ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੇ ਸਵਾਲ ਤੇ, ਉਹਦੇ ਤੋਂ ਤਾਂ ਜੇ ਜਿੰਨਾ ਕੁ ਮੈਂ ਜਾਣਿਆ ਇਹ ਲੱਗਦਾ ਹੈਗਾ ਕਿ ਕੇਂਦਰ ਸਰਕਾਰ ਪੈਰ ਪਿੱਛੇ ਪੱਟ ਗਈ, ਕਿਉਂਕਿ ਜਿਸ ਰੂਪ ਦਾ ਪੰਜਾਬ ਦੇ ਵਿੱਚੋਂ ਵਿਰੋਧ ਆਇਆ, ਜਿਸ ਰੂਪ ਦਾ ਵਿਰੋਧ ਜਿਹੜਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ, ਇਹ ਗੱਲ ਜ਼ਰੂਰ ਆ ਕਿ ਉਹਦੇ ਕੁਝ ਅਧਿਆਪਕ ਨੇ ਜਿਹੜੇ ਅੰਦਰ ਖਾਤੇ ਖੁਸ਼ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਤਨਖਾਹਾਂ ਵੱਧ ਜਾਣਗੀਆਂ, ਸੈਂਟਰ ਵਾਲਾ ਜਿਹੜਾ ਮਤਲਬ ਪੇ ਸਕੇਲ ਆ ਉਹ ਲਾਗੂ ਹੋ ਜੂ। ਕੁਝ ਨੂੰ ਇਹ ਸੀਗਾ ਕਿ ਸੈਂਟਰ ਦੀ ਜਿਹੜੀ ਰਿਟਾਇਰਮੈਂਟ ਏਜ ਆ ਉਹ ਵੱਧ ਹੈ, ਤਾਂ ਮੁਲਾਜ਼ਮਾਂ ਨੂੰ ਲੱਗਦਾ ਸੀ ਆਪਾਂ ਤਾਂ 2 ਸਾਲ ਵੱਧ ਨਜ਼ਾਰੇ ਲਵਾਂਗੇ, ਚੰਗੀ ਤਨਖਾਹ ਕੁੱਟਾਂਗੇ। ਤਾਂ ਇਹ ਮਸਲੇ ਦੇ ਉੱਤੇ ਕੇਂਦਰ ਸਰਕਾਰ ਨੇ ਵਿਰੋਧ ਨੂੰ ਦੇਖਦੇ ਆ, ਜੋ ਪੰਜਾਬ ਦੀਆਂ ਰਾਜਸੀ ਪਾਰਟੀਆਂ, ਪੰਜਾਬ ਦੇ ਭਾਜਪਾ ਵਾਲੇ ਵੀ ਕਹਿੰਦੇ ਜਾ ਕੇ ਰੋਏ ਨੇ। ਉਹ ਕਹਿੰਦੇ ਜੀ ਤੁਸੀਂ, ਅਸੀਂ ਤਾਂ ਮਾੜਾ ਜਿਹਾ ਪੈਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਸੁਨੀਲ ਜਾਖੜ ਕਰਕੇ ਵੀ, ਦੂਜੇ ਵੀ, ਉਹ ਕਹਿੰਦੇ ਤੁਸੀਂ ਉਹਦੇ ਨੂੰ ਕੋਈ ਫੈਸਲਾ ਹੋਰ ਕਰ ਦਿੰਦੇ ਹੋ। ਸੋ ਇਸ ਕਰਕੇ ਲੱਗਦਾ ਕਿ ਪੈਰ ਪਿੱਛੇ ਪੱਟ ਰਹੇ ਨੇ ਜੀ। PGI ਦੇ ਵਿੱਚ ਇਲਾਜ ਦੇ ਪੈਸੇ ਲੱਗਣ ਲੱਗ ਗਏ ਜੀ। ਬਿਲਕੁਲ ਜੀ ਗਿੱਲ ਸਾਹਿਬ, ਇਹ ਮਸਲਾ ਬੜਾ ਗੰਭੀਰ ਬਣ ਗਿਆ। ਦਰਅਸਲ ਇਹ ਹੈਗਾ ਕਿ ਇੱਕ ਜਿਹੜੀ ਸਕੀਮ ਆਯੁਸ਼ਮਾਨ ਸਕੀਮ ਹੈ, ਇੱਕ ਕਾਰਡ ਬਣਦਾ ਹੈ, ਮਤਲਬ ਆਮ ਕਿਸਾਨਾਂ ਦਾ, ਮਜ਼ਦੂਰਾਂ ਦਾ, ਉਹ ਕਾਰਡ ਦੇ ਜ਼ਰੀਏ ਫ੍ਰੀ ਇਲਾਜ ਆ ਜਿਹੜਾ ਉਹ ਹੁੰਦਾ, ਔਰ ਉਹਦਾ 60% ਜਿਹੜੀ ਪੇ ਆ ਉਹ ਸੈਂਟਰ ਗੌਰਮੈਂਟ ਕਰਦੀ ਆ, 40% ਸਟੇਟ ਗੌਰਮੈਂਟ ਕਰਦੀ ਆ। ਪੰਜਾਬ ਵਾਲਿਆਂ ਨੇ ਆਪਦਾ ਹਿੱਸਾ ਹੀ ਨਹੀਂ ਦਿੱਤਾ ਜੀ। ਪਿਛਲੇ ਜਿੱਦਾਂ ਦਾ ਨਵਾਂ ਸਾਲ ਚੜਿਆ ਉਦੋਂ ਦਾ 1 ਰੁਪਈਆ ਨਹੀਂ ਦਿੱਤਾ। PGI ਦੇ
ਪੀਜੀਆਈ ਵਾਲੇ ਪੈਸੇ ਭੇਜੀ ਗਏ ਵੀ ਤੁਹਾਡੇ ਕਨੀ ਦੇਖੋ ਸਾਡੇ ਇੰਨੇ ਪੈਸੇ ਹੋ ਗਏ, ਕਿਰਪਾ ਕਰਕੇ ਪੰਜਾਬ ਸਰਕਾਰ ਪੈਸੇ ਜਮ੍ਹਾਂ ਕਰਾਵੇ। ਪੰਜਾਬ ਸਰਕਾਰ ਨੇ ਜਮ੍ਹਾਂ ਨਹੀਂ ਕਰਾਏ। ਉਹਨਾਂ ਨੇ ਫਿਰ ਉਸ ਤੋਂ ਬਾਅਦ ਗਿੱਲ ਸਾਹਿਬ ਇਹਨਾਂ ਨੂੰ ਰਿਮਾਈਂਡਰ ਭੇਜੇ, ਇਹਨਾਂ ਨੇ ਫਿਰ ਨਹੀਂ ਜਮ੍ਹਾਂ ਕਰਾਏ। ਹੁਣ 16 ਕਰੋੜ ਰੁਪਇਆ ਹੋਇਆ ਪਿਆ ਸੀ। ਆਹ 3 ਦਿਨ 4 ਦਿਨ ਪਹਿਲਾਂ ਉਹਨਾਂ ਨੇ ਕਹਿਤਾ ਪੀਜੀਆਈ ਵਾਲਿਆਂ ਨੇ, ਭਾਈ ਅਸੀਂ ਨਹੀਂ ਫ੍ਰੀ ਇਲਾਜ ਕਰਦੇ ਪੰਜਾਬ ਦੇ ਕਿਸੇ ਵੀ ਪੇਸ਼ੈਂਟ ਦਾ, ਜਿਹੜੇ ਆਯੁਸ਼ਮਾਨ ਕਾਰਡ ਵਾਲੇ ਆ, ਕਾਰਡ ਨਹੀਂ ਅਸੀਂ ਚਲਾਵਾਂਗੇ। ਅਸੀਂ ਤਾਂ ਚਲਾਵਾਂਗੇ ਜੇ ਸਰਕਾਰ ਸਾਨੂੰ ਪੇ ਕਰੂਗੀ। ਹੁਣ ਅੱਜ ਜਦੋਂ ਉਹਨਾਂ ਨੇ ਗਿੱਲ ਸਾਹਿਬ 3 ਦਿਨ ਹੋ ਗਏ, ਜਿਹੜੇ ਕੁਛ ਕੈਂਸਰ ਵਾਲੇ ਪੇਸ਼ੈਂਟ ਨੇ ਉਹਨਾਂ ਦੀ ਕੀਮੋਥੈਰੇਪੀ ਰੁਕ ਗਈ, ਡਾਇਲਸਿਸ ਰੁਕ ਗਏ, ਤਾਂ ਹੁਣ ਜਾ ਕੇ ਅੱਜ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਬਿਆਨ ਦਿੱਤਾ ਹੈਗਾ 10 ਮਿੰਟ ਪਹਿਲਾਂ ਕਿ ਅਸੀਂ ਪੇ ਕਰ ਰਹੇ ਹਾਂ ਔਰ ਕੱਲ੍ਹ ਨੂੰ ਇਲਾਜ ਸ਼ੁਰੂ ਕਰਵਾਵਾਂਗੇ। ਪਰ ਸਵਾਲ ਤਾਂ ਇਹ ਹੈ ਕਿ ਜਿਹੜਾ 32 ਸੈਕਟਰ ਦੇ ਵਿੱਚ ਗੌਰਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਹੈ, ਪੀਜੀਆਈ ਜਿੰਨੇ ਹੀ ਮਰੀਜ਼ ਉੱਥੇ ਜਾਂਦੇ ਨੇ ਆਪਣੇ ਸਾਡੇ ਏਰੀਏ ਨੂੰ ਤਾਂ ਜਿਹੜਾ ਇੱਧਰੋਂ ਸੰਗਰੂਰ, ਪਟਿਆਲਾ, ਬਰਨਾਲਾ, ਬਠਿੰਡਾ, ਇਹਨਾਂ ਨੂੰ ਤਾਂ 32 ਵਾਲਾ ਨੇੜੇ ਪੈ ਜਾਂਦਾ, ਉੱਧਰ ਦੀ ਜ਼ੀਰਕਪੁਰ ਕਨੀ ਦੀ, ਉਹ ਤਾਂ 32 ਵਾਲੇ ਹਸਪਤਾਲ 'ਚ ਵੱਧ ਜਾਂਦੇ ਨੇ। ਉੱਥੇ ਪਹਿਲਾਂ ਹੀ ਉਹ ਬੰਦ ਕਰੀ ਬੈਠੇ ਨੇ। ਉਹ ਕਹਿੰਦੇ ਜਦੋਂ ਤੁਹਾਡੀ ਸਰਕਾਰ ਤੋਂ 2 ਕਰੋੜ ਤੋਂ ਵੱਧ ਲੈਣਾ ਗਾ, ਸਾਨੂੰ ਉਹ ਪੇ ਨਹੀਂ ਕਰ ਰਹੇ, ਇਸ ਕਰਕੇ ਅਸੀਂ ਤੁਹਾਡਾ ਫ੍ਰੀ ਇਲਾਜ ਨਹੀਂ ਕਰ ਸਕਦੇ ਕਾਰਡ ਤਹਿਤ। ਸੋ ਇਸ ਕਰਕੇ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਦਿੱਲੀ ਮਾਡਲ ਹੈਲਥ ਦਾ, ਇੱਕ ਪਾਸੇ ਤਾਂ ਮੁਹੱਲਾ ਕਲੀਨਿਕ 15 ਅਗਸਤ ਤੋਂ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ, ਦੂਜੇ ਪਾਸੇ ਜਿਹੜਾ ਵਾਜਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਨੂੰ ਪੇ ਕਰਨਾ ਚੰਡੀਗੜ੍ਹ ਦਿਆਂ ਨੂੰ, ਉਹ ਵੀ ਪੇ ਨਹੀਂ ਕਰ ਰਹੇ। ਸੋ ਇਸ ਕਰਕੇ ਇਹ ਸਰਕਾਰ ਦੀ ਜਿਹੜੀ ਮਤਲਬ ਕਿਤੇ ਨਾ ਕਿਤੇ ਲਾਪਰਵਾਹੀ ਜਾਂ ਅਫਸਰਸ਼ਾਹੀ ਦੀ ਲਾਪਰਵਾਹੀ ਉਹ ਕਹਿ ਸਕਦੇ ਹਾਂ ਜੀ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇੱਕ ਹੋਰ ਗੈਂਗਸਟਰ ਤੋਂ ਪੁੱਛਗਿੱਛ ਹੋਈ ਹੈ ਜੀ, ਅਰਸ਼ਦ ਖਾਨ। ਇਹ ਕੌਣ ਹੈ? ਨਵੇਂ ਨਾਂ ਕੱਢੀ ਜਾਂਦੇ ਆ। ਇਹ ਰਾਜਸਥਾਨ ਦਾ ਹੈਗਾ ਜੀ, ਔਰ ਰਾਜਸਥਾਨ ਦਾ ਖਾਸਾ ਹਿਸਟਰੀ ਸ਼ੀਟਰ ਹੈ ਇਹ ਅਰਸ਼ਦ ਖਾਨ। ਰਾਜਸਥਾਨ ਦੇ ਵਿੱਚ ਖਾਸਾ ਵੱਡਾ ਨਾਂ ਚੱਲਦਾ ਇਹਦਾ, ਔਰ ਇਹਨੂੰ ਪੰਜਾਬ ਵਾਲੀ ਪੁਲਿਸ ਜਿਹੜਾ ਰਾਜਸਥਾਨ ਦੀ ਜੇਲ੍ਹ ਚੋਂ ਲਿਆਈ ਹੈ, ਰਾਜਸਥਾਨ ਦੇ ਵਿੱਚ ਇਹ ਫੜਿਆ ਹੋਇਆ ਸੀਗਾ, ਔਰ ਰਾਜਸਥਾਨ ਦੀ ਜੇਲ੍ਹ ਚੋਂ ਇਹਨੂੰ ਪੰਜਾਬ ਲਿਆਂਦਾ। ਪੰਜਾਬ ਲਿਆ ਕੇ ਇਹਦਾ ਪੁਲਿਸ ਰਿਮਾਂਡ ਲਿਆ। ਇਹਦੇ ਤੇ ਗਿੱਲ ਸਾਹਿਬ ਇਲਜ਼ਾਮ ਇਹ ਹੈ ਵੀ ਜਿਹੜੀ ਗੱਡੀ ਉਸ ਦਿਨ ਸ਼ੂਟਰਾਂ ਕੋਲੇ ਸੀਗੀ, ਜਿਹੜੇ ਸਿੱਧੂ ਮੂਸੇਵਾਲੇ ਦਾ ਕਤਲ ਕਰਕੇ ਗਏ, ਬਲੈਰੋ ਗੱਡੀ ਦੀ ਬੜੀ ਚਰਚਾ ਚੱਲੀ ਹੈ। ਬਲੈਰੋ ਗੱਡੀ ਜਿਹੜੀ ਸੀਗੀ ਉਹ ਇਹਨੇ ਪ੍ਰੋਵਾਈਡ ਕਰਾਈ ਸੀਗੀ, ਜੇਲ੍ਹ 'ਚ ਬੈਠੇ ਨੇ। ਸੋ ਇੱਕ ਤਾਂ ਇਹ ਸਰਕਾਰ ਤੇ ਵੀ ਸਵਾਲ ਹੈ ਜੀ, ਜੇ ਪੁਲਿਸ ਵਾਲਿਆਂ ਤੇ ਵੀ ਸਵਾਲ ਹੈ ਵੀ ਐ ਕਿਵੇਂ ਮਤਲਬ ਜੇਲ੍ਹ 'ਚ ਬੈਠੇ ਉਹਨਾਂ ਕੋਲੇ ਫੋਨ ਨੇ, ਉਹ ਫੋਨ ਦੇ ਉੱਤੇ ਬੜਾ ਮਤਲਬ ਗੱਲਾਂ ਕਰਦੇ ਨੇ। ਕੋਈ ਕੈਨੇਡਾ ਨੂੰ ਕਾਲ ਲਾ ਲੈਂਦਾ, ਫੋਨ ਵੀ ਕੋਈ ਆਮ ਖਾਸ ਨਹੀਂ ਹੈ ਕਿ ਵਾਇਆ ਇੰਟਰਨੈਟ ਕੋਈ ਸਿਗਨਲ ਐਪ ਵਰਤਦਾ, ਕੋਈ WhatsApp ਕਾਲ ਕਰਦਾ, ਕੋਈ ਕਿਵੇਂ ਕਰਦਾ। ਮਤਲਬ ਉਹਨਾਂ ਕੋਲੇ ਸਾਰਾ ਕੁਝ ਕਿਵੇਂ ਹੁੰਦਾ। ਜੇ ਜੇਲ੍ਹ 'ਚ ਬੈਠਾ ਬੰਦਾ ਉਹਨਾਂ ਨੂੰ ਗੱਡੀ ਪ੍ਰੋਵਾਈਡ ਕਰਾ ਰਿਹਾ ਹੈ ਤਾਂ ਇਹ ਸਰਕਾਰ ਦੀ ਵੀ ਨਲਾਇਕੀ ਆ ਔਰ ਪੁਲਿਸ ਅਫਸਰਾਂ ਦੀ ਵੀ ਨਲਾਇਕੀ ਆ। ਉਹ ਕੀ ਕਰ ਰਹੇ ਨੇ? ਤਾਂ ਇਹਨੂੰ ਹੁਣ ਜਿਹੜਾ ਜੀ ਗ੍ਰਿਫਤਾਰ ਕੀਤਾ ਗਿਆ, ਇਹਦਾ ਰਿਮਾਂਡ ਲਿਆ ਗਿਆ। ਰਿਮਾਂਡ ਲੈ ਕੇ ਇਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਿੰਨਾ ਕੁ ਪੁੱਛ ਪੜਤਾਲ ਪੁਲਿਸ ਨੇ ਕੀਤੀ ਉਹ 'ਚ ਗੱਲ ਸਾਹਮਣੇ ਆਈ ਆ, ਫਰਵਰੀ ਮਹੀਨੇ ਦੇ ਵਿੱਚ ਹੀ ਹਰਿਆਣਾ ਦੇ ਫਤਿਆਬਾਦ ਸ਼ਹਿਰ ਦੇ ਵਿੱਚ ਇਹ ਗੱਡੀ ਦੇਖੀ ਗਈ ਸੀ ਔਰ ਇਹਨੂੰ ਅਰਸ਼ਦ ਖਾਨ ਨੇ ਭੇਜਿਆ ਸੀਗਾ। ਔਰ ਬਲੈਰੋ ਦੇ ਵਿੱਚ ਹਰਿਆਣਾ ਦਾ ਜਿਹੜਾ ਸ਼ਾਰਪ ਸ਼ੂਟਰ ਹੈਗਾ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ਦੀਪ ਕਮੁੰਡੀ, ਇਹ ਸਾਰੇ ਸਵਾਰ ਸੀਗੇ ਔਰ ਇਹਨਾਂ ਨੇ ਹੀ ਮਤਲਬ ਮੂਸੇਵਾਲਾ ਦਾ ਕਤਲ ਆ ਜਿਹੜਾ ਕੀਤਾ ਹੈਗਾ। ਔਰ ਇਹ ਵੀ ਪੁਲਿਸ ਰਿਮਾਂਡ ਦੇ ਉੱਤੇ ਦੁਬਾਰੇ ਲੈ ਲਈ। ਇਹ ਇੱਕ ਹੋਰ ਕੇਸ ਦੇ ਵਿੱਚ ਭੀਖੀ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਗੋਲੀਆਂ ਚੱਲੀਆਂ ਸੀ, ਉਸ ਕੇਸ ਦੇ ਵਿੱਚ ਜਿਹੜਾ ਇਹਨਾਂ ਨੂੰ ਵੀ ਪੁਲਿਸ ਰਿਮਾਂਡ ਦੇ ਉੱਤੇ ਦੁਬਾਰੇ ਲੈ ਲਿਆ ਗਿਆ। ਲੱਗਦਾ ਕਿ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਵੀ ਇਸ ਮਸਲੇ ਦੇ ਵਿੱਚ ਹੋ ਸਕਦੀ ਹੈਗੀ। ਇੱਕ ਗੱਲ ਤਾਂ ਸਾਫ਼ ਆ ਜੀ ਕਿ ਜੇਲ੍ਹਾਂ ਦੇ ਵਿੱਚ ਜੇ ਫੋਨ ਜਾ ਰਹੇ ਨੇ, ਉਹ ਸਾਰਾ ਕੁਝ ਜਾ ਰਿਹਾ, ਉਹਦੇ ਵਿੱਚ ਕਿਸੇ ਨਾ ਕਿਤੇ ਪੁਲਿਸ ਦੀ ਇਨਵੋਲਵਮੈਂਟ ਹੁੰਦੀ ਆ। ਅੱਜ ਹੀ ਇੱਕ ਐਸਆਈ ਫੜਿਆ ਮੋਗਾ ਪੁਲਿਸ ਦਾ, ਗਿੱਲ ਸਾਹਿਬ, ਉਹ ਤੋਂ ਪਤਾ ਲੱਗਿਆ ਕਿ ਜਿਹੜੇ ਕੁਛ ਕੈਦੀਆਂ ਨੂੰ ਕੋਰਟ ਦੇ ਵਿੱਚ ਲਿਆਂਦਾ ਗਿਆ ਸੀ ਪੇਸ਼ੀ ਤੇ, ਉਦੋਂ ਬਾਅਦ ਜਦੋਂ ਦੁਬਾਰੇ ਜੇਲ੍ਹ ਲੈ ਕੇ ਗਏ ਉਹਨਾਂ ਤੋਂ ਕੁਛ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਹ ਕਹਿੰਦੇ ਇਹ ਕਿੱਥੋਂ ਆਇਆ? ਕਹਿੰਦੇ ਜਿਹੜਾ ਸਾਨੂੰ ਪੇਸ਼ੀ ਦੇ ਉੱਤੇ ਐਸਆਈ ਲੈ ਕੇ ਗਿਆ ਸੀ ਉਹਨੇ ਦਵਾਇਆ ਸੀ, ਤਾਂ ਉਦੋਂ ਬਾਅਦ ਉਹ ਐਸਆਈ ਚੱਕ ਲਿਆ। ਸੋ ਇਹ ਇਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕ੍ਰਮ ਵਾਪਰਦਾ ਹੈ ਜੀ। ਦੁੱਕੀ ਦੇ ਸੜਕ ਛਾਪ ਬੰਦੂਕ ਮਾਰਕਾ ਬੀੜੀ ਪੀਣੀਆਂ ਬੰਦਿਆਂ ਨੇ ਝੋਟਾ ਜੱਟ ਘੇਰ ਕੇ ਮਾਰਤਾ। ਕੱਲੇ ਦੇ ਕੋਲ ਵੈਪਨ ਸੀ, ਉਹਦੇ ਕੋਲ ਵੀ ਕੱਲੇ ਸੀ, ਲਲਕਰ ਕੇ ਮਾਰਦੇ, ਫਿਰ ਮੂਹਰਿਓਂ ਲੈ ਵੀ ਤੂੰ ਵੀ ਚਲਾ ਲਾ, ਮੈਂ ਵੀ ਚਲਾਉਣਾ, ਦੇਖਦੇ ਹਾਂ। ਰਲ ਕੇ 6 ਜਣਿਆਂ ਨੇ ਗੋਲੀਆਂ ਮਾਰ ਕੇ ਤੇ ਮੁੜ ਕੇ ਫੋਟੋਆਂ ਦਿਖਾਉਂਦੇ ਨੇ। ਪੰਜਾਬ ਦੀ ਤਰਾਸਦੀ ਹੈ ਕਿ ਦੁੱਕੀ ਦੇ ਬੰਦੇ ਸਰਹੱਦਾਂ 'ਚ ਸਾਡੀਆਂ 'ਚ ਆ ਕੇ ਬੰਦਾ ਸਾਡਾ ਮਾਰ ਕੇ ਤੇ ਮਾਪਿਆਂ ਦਾ ਜ਼ਿੰਦਗੀ ਉਹਨਾਂ ਦੀ ਨਰਕ ਬਣਾ ਕੇ ਇੱਥੋਂ ਤੁਰਦੇ ਬਣੇ। ਡਰੇਕ ਨੇ ਸ਼ਰਟ 'ਤੇ ਲਿਖਿਆ ਮੂਸੇਵਾਲੇ ਦਾ ਨਾਂ ਡਰੇਕ ਨੇ। ਇੱਥੇ ਤੁਰੇ ਫਿਰਦੇ ਆ ਉਸਤਾਦ ਭੰਗੀ, ਕਦੇ ਮਾੜ ਜਾਂ ਦੇਖਣ ਸੀ ਉਹਦੇ ਬਰਾਬਰ ਦੇ, ਚੜ੍ਹ ਕੇ ਵੇਖਣ ਕਦੇ। ਉਹ ਕਿਸੇ ਨਾਲ ਈਰਖਾ ਕਰੀ ਜਾਣੀ, ਪਿੱਠ 'ਤੇ ਮਾੜਾ ਬੋਲੀ ਜਾਣਾ, ਇਹ ਨਹੀਂ ਕਹਾਣੀ ਹੈ।
ਜ਼ੁਲਮ ਕੀਤਾ ਹੈ ਬੰਦਿਆਂ ਨੇ, ਜਿਹਨੇ ਵੀ ਕਰਾਇਆ, ਜਿਹਨੇ ਵੀ ਕੀਤਾ, ਇਹਨਾਂ ਨੂੰ ਸਜ਼ਾ ਵੀ ਜੱਟਾਂ ਵਾਲੀ ਮਿਲਣੀ ਚਾਹੀਦੀ ਹੈ। ਅਖੀਰ 'ਚ ਰਾਸ਼ਟਰਮੰਡਲ ਖੇਡਾਂ ਦੀ ਦੱਸੋ ਜੀ, ਕੀ ਪ੍ਰਾਪਤੀ ਹੈ ਪੰਜਾਬ ਦੀ? ਗਿੱਲ ਸਾਹਿਬ, ਰਾਸ਼ਟਰਮੰਡਲ ਖੇਡਾਂ ਦੇ ਵਿੱਚ ਅੱਜ ਦੀ ਬਹੁਤ ਵੱਡੀ ਪ੍ਰਾਪਤੀ ਜਿਹੜੀਆਂ ਉਹ ਕਹੀਆਂ ਜਾ ਸਕਦੀਆਂ ਕਿ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਅੱਜ ਦੀ ਪ੍ਰਾਪਤੀ ਇਹ ਹੈ ਕਿ ਇੱਕ ਤਾਂ ਭਾਰਤੀ ਮਰਦਾਂ ਦੀ ਹਾਕੀ ਟੀਮ ਨੇ ਕੈਨੇਡਾ ਦੀ ਟੀਮ ਨੂੰ ਜਿਹੜਾ 8-0 ਨਾਲ ਹਰਾਇਆ। ਦੂਜਾ ਇਹ ਕਿ ਭਾਰਤੀ ਔਰਤਾਂ ਦੀ ਜਿਹੜੀ ਹਾਕੀ ਦੀ ਟੀਮ ਆ ਉਹਨੇ ਵੀ ਕੈਨੇਡਾ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਥਾਂ ਬਣਾਈ ਹੈ। ਪੰਜਾਬ ਦੀ ਸਭ ਤੋਂ ਵੱਡੀ ਪ੍ਰਾਪਤੀ ਆਪਣੀ ਇਹ ਹੈ ਜੀ, ਪੰਜਾਬ ਦਾ ਇੱਕ ਨੌਜਵਾਨ ਆ ਲਵਪ੍ਰੀਤ ਸਿੰਘ, ਉਹਨੇ ਵੇਟ ਲਿਫਟਿੰਗ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਦੋਂ ਵੀ ਵੱਡੀ ਗੱਲ ਗਿੱਲ ਸਾਹਿਬ ਇਹ ਆ, ਕਾਂਸੀ ਦਾ ਤਗਮਾ ਜਿੱਤਣ ਵੇਲੇ ਨਾ ਜਦੋਂ ਵੇਟ ਲਿਫਟਿੰਗ ਦੇ ਵਿੱਚ ਉਹਨੇ ਭਾਰ ਚੱਕਿਆ, ਉਸ ਤੋਂ ਬਾਅਦ ਉਹਨੇ ਥਾਪੀ ਮੂਸੇਵਾਲੇ ਵਾਲੀ ਮਾਰ ਕੇ ਦੋਨੇ ਉਂਗਲਾਂ ਸਿੱਧੂ ਮੂਸੇਵਾਲੇ ਨੂੰ ਖੜੀਆਂ ਕਰਕੇ ਕਾਮਨਵੈਲਥ ਖੇਡਾਂ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਆ ਜਿਹੜਾ ਉਹ ਇੱਕ ਤਰੀਕੇ ਦੇ ਨਾਲ ਚਰਚਾ ਚਲਾ। ਔਰ ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਲਵਪ੍ਰੀਤ ਸਿੰਘ ਬਾਰੇ ਗਿੱਲ ਸਾਹਿਬ ਪਤਾ ਲੱਗਿਆ, ਵੇਟ ਲਿਫਟਿੰਗ ਦੇ ਵਿੱਚ ਇਹਨੇ 109 ਕਿਲੋਗ੍ਰਾਮ ਜਿਹੜਾ ਭਾਰ ਵਰਗ ਆ ਉਹਦੇ 'ਚ ਕਾਂਸੇ ਦਾ ਤਗਮਾ ਹਾਸਲ ਕੀਤਾ। 355 ਕਿਲੋ ਭਾਰ ਇਹਨੇ ਚੱਕਿਆ, 163 ਕਿਲੋ ਤੇ 192 ਕਿਲੋ। ਔਰ ਇਹ ਮੁੰਡੇ ਦੇ ਬਾਰੇ ਗਿੱਲ ਸਾਹਿਬ ਗੱਲ ਸਾਹਮਣੇ ਆਈ ਹੈ, ਜਿਵੇਂ ਕੱਲ ਮੈਂ ਜ਼ਿਕਰ ਕੀਤਾ ਸੀ, ਜਿਹੜੀ ਲੜਕੀ ਪੰਜਾਬ ਦੀ ਇਹਨਾਂ ਖੇਡਾਂ ਦੇ ਵਿੱਚ ਮੈਡਲ ਲੈ ਕੇ ਆਈ ਹੈ ਕਿ ਉਹ ਪੱਠੇ ਕੁਤਰਦੀ ਹੁੰਦੀ ਸੀ, ਮੱਝਾਂ ਰੱਖੀਆਂ ਹੋਈਆਂ, ਬੇਜ਼ਮੀਨੇ ਕਿਸਾਨ ਪਰਿਵਾਰ ਦੀ ਧੀ ਹੈ। ਉਸੇ ਤਰੀਕੇ ਦੇ ਨਾਲ ਇਹ ਮੁੰਡੇ ਦੀ ਕਹਾਣੀ ਸਾਹਮਣੇ ਆ ਰਹੀ ਹੈ ਕਿ ਲਵਪ੍ਰੀਤ ਸਿੰਘ ਗਿੱਲ ਸਾਹਿਬ ਇਹ ਮੁੰਡਾ ਇੱਕ ਆਪਦਾ ਘਰ ਚਲਾਉਣ ਦੀ ਖਾਤਰ ਸਬਜ਼ੀਆਂ ਵੇਚਦਾ ਹੁੰਦਾ ਸੀਗਾ ਛੋਟਾ ਹੁੰਦਾ, ਔਰ ਲੋਕਾਂ ਦੇ ਵਿਆਹਾਂ ਦੇ ਵਿੱਚ ਘੋੜੀ ਲੈ ਕੇ ਜਾਂਦਾ ਹੁੰਦਾ ਸੀ ਅੰਮ੍ਰਿਤਸਰ ਸਾਹਿਬ ਏਰੀਏ ਦੇ ਵਿੱਚ। ਇਹ ਆਪਣਾ ਮਤਲਬ ਘਰ ਚਲਾਉਣ ਦੇ ਲਈ, ਰੁਜ਼ਗਾਰ ਚਲਾਉਣ ਦੇ ਲਈ। ਬਾਪ ਪਹਿਲਾਂ ਘੋੜੀ ਲਿਜਾਂਦਾ ਹੁੰਦਾ, ਇਹ ਵੀ ਲਿਜਾਂਦਾ ਹੁੰਦਾ। ਸੋ ਇਹਦੇ 'ਚ ਇੱਕ ਗੱਲ ਤਾਂ ਸਾਫ਼ ਆ ਕਿ ਜਿਹੜੇ ਖਿਡਾਰੀ ਅੱਜ ਸਾਹਮਣੇ ਆ ਰਹੇ ਨੇ ਚਾਂਦੀ ਦੇ ਚਮਚਿਆਂ ਦੇ ਨਾਲ ਪਲੇ ਹੋਏ ਨਹੀਂ ਹੈਗੇ, ਇਹ ਖੇਤਾਂ ਦੇ ਪੁੱਤ ਨੇ, ਔਰ ਇਸ ਤਰੀਕੇ ਦੇ ਨਾਲ ਮਿਹਨਤ ਮਸ਼ੱਕਤਾਂ ਦੇ ਨਾਲ ਇਹਨਾਂ ਖੇਡਾਂ ਦੇ ਵਿੱਚ ਅੱਗੇ ਵਧੇ ਨੇ। ਵੱਡੀ ਕਹਾਣੀ ਜਿਹੜੀ ਇਹ ਸਾਹਮਣੇ ਆ ਰਹੀ ਹੈ। ਬਾਕੀ ਜਿਹੜੀਆਂ ਕਾਮਨਵੈਲਥ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਜੀ ਬਰਮਿੰਘਮ ਦੇ ਵਿੱਚ, ਇਹ ਆਉਣ ਵਾਲੇ 4-5 ਦਿਨ ਹੋਰ ਚੱਲਣਗੀਆਂ। ਇਹਦੇ ਤੀਜੇ ਨੰਬਰ ਦੀਆਂ ਮਤਲਬ ਖੇਡਾਂ ਨੇ ਓਲੰਪੀਅਨ ਤੋਂ ਬਾਅਦ, ਔਰ ਇਹ ਖੇਡਾਂ ਮੋਸਟਲੀ ਉਹ ਮੁਲਕਾਂ ਦੀਆਂ ਨੇ ਜਿਹੜੇ ਅੰਗਰੇਜ਼ ਹਕੂਮਤ ਵਾਲੇ ਮੁਲਕ ਨੇ, ਉਦੋਂ ਮਤਲਬ ਪਹਿਲਾਂ ਦੀਆਂ 1947 ਤੋਂ ਪਹਿਲਾਂ ਦੀਆਂ ਸ਼ੁਰੂ ਹੋਈਆਂ ਜੀ। ਇੱਕ ਜ਼ਰੂਰ ਕਰਨਾ ਜੀ, ਧੀ ਧਿਆਣੀ ਕੋਈ ਵੀ ਜਿਹੜੀ ਇਹ ਖੇਡਾਂ ਦੇ ਵਿੱਚ ਪੜ੍ਹਾਈ 'ਚ ਨਾਮਣਾ ਖੱਟਦੀ ਹੋਵੇ ਪਰ ਗਰੀਬੀ ਕਰਕੇ ਉਹ ਪਿੱਛੇ ਹੱਥ ਖਿੱਚਦੀ ਹੋਵੇ, ਉਹਦਾ ਪਤਾ ਕਰਕੇ ਸਾਨੂੰ ਪਤਾ ਦੇਣਾ। ਇੱਥੇ ਉਹਦੀ ਜ਼ਿੰਮੇਵਾਰੀ ਓਟਾਂਗੇ ਅਤੇ ਉਹਨੂੰ ਪੂਰਾ ਜਿਹੜਾ ਮਾਣ ਦੇ ਨਾਲ ਉਹਦਾ ਘਰ ਦਾ ਖਰਚਾ ਅਤੇ ਉਹਦਾ ਪੜ੍ਹਾਈ ਦਾ ਜਾਂ ਉਹਦਾ ਸਪੋਰਟਸ ਦਾ ਸਾਰਾ ਖਿਆਲ ਰੱਖਾਂਗੇ। ਤੁਸੀਂ ਇਹ ਸਾਡੇ ਤੱਕ ਜਾਣਕਾਰੀ ਪਹੁੰਚਦੀ ਕਰਨੀ ਹੈ, ਤੁਸੀਂ ਜਦ ਕਦੇ ਵੀ ਪਤਾ ਲੱਗਿਆ। ਧੰਨਵਾਦ ਬਹੁਤ ਬਹੁਤ, ਅਤੇ ਕੱਲ੍ਹ ਨੂੰ ਸਵੇਰੇ ਫਿਰ ਗੱਲਬਾਤ ਕਰਦੇ ਹਾਂ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਵੀ ਧੰਨਵਾਦ। ਸਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰ ਰਹੇ ਸੀ ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ ਤੋਂ। ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, 2 ਹਫ਼ਤਿਆਂ ਤੋਂ ਬਾਅਦ ਉੱਘੇ ਵੈਦ ਰੂਬਲ ਜੀ ਸ਼ਾਮਲ ਹੁੰਦੇ ਨੇ ਅਤੇ ਤੁਹਾਡੀ ਸਿਹਤ 9/9 ਦੇਸੀ ਖਾ ਕੇ ਰੋਗ ਭਜਾ ਕੇ ਕਿਸ ਤਰ੍ਹਾਂ ਹੁੰਦੀ ਹੈ, ਇਹਦੇ ਲਈ ਅੱਜ ਫੇਰ ਵੈਦ ਰੂਬਲ ਜੀ ਮੇਰੇ ਨਾਲ ਨੇ। ਵੈਦ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਵੇਰ ਦੀ ਪਿਆਰ ਭਰੀ ਨਿੱਘੀ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਦ ਜੀ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਬਈ, ਰਾਤ ਨੂੰ ਬੰਦਾ ਤਰੋ ਤਾਜ਼ਾ ਹੁੰਦਾ ਹੈ, ਰੋਟੀ ਖਾ ਕੇ ਦੁੱਧ ਪੀ ਕੇ ਸੌਂਦਾ। ਇਹ ਮੈਂ ਨਾਰਮਲ ਬੰਦੇ ਦੀ ਗੱਲ ਕਰਦਾ, ਦਾਰੂ ਦੱਪਾ ਪੀਣ ਵਾਲੀ ਗੱਲ ਨਹੀਂ ਕਰਦਾ। ਵੀ ਸਵੇਰ ਨੂੰ ਜਦੋਂ ਸਵੇਰ ਨੂੰ ਉੱਠਦਾ, ਹੋ ਸਕਦਾ ਜਿਹੜੇ ਘੁੱਟ ਪੀਂਦੇ ਹੋਣ ਉਹ ਵੀ ਤਰੋ ਤਾਜ਼ਾ ਉੱਠਦੇ ਹੋਣ, ਪਰ ਜਦੋਂ ਸਵੇਰ ਨੂੰ ਉੱਠਦਾ ਜੀ ਉਹ ਸਾਰਾ ਕੁਝ ਉਹਦਾ ਬਦਲਿਆ ਪਿਆ ਹੁੰਦਾ। ਸਰੀਰ ਉਹਦਾ ਦੁਖ ਰਿਹਾ ਹੁੰਦਾ, ਸਰੀਰ ਉਹਦਾ ਜਕੜਿਆ ਹੁੰਦਾ, ਉਹਨੇ ਕੰਮ ਤੇ ਜਾਣ ਨੂੰ ਉਹਦਾ ਮਨ ਨਹੀਂ ਕਰਦਾ। ਇਹ ਰਾਤੋਂ ਰਾਤ ਸੌਣ ਦੇ ਸਮੇਂ ਜਦ ਸਰੀਰ ਨੇ ਰਿਪੇਅਰ ਕਰਨਾ ਹੁੰਦਾ 7-8 ਘੰਟੇ, ਇਹਦੇ ਕਾਰਨ ਕੀ ਹੋ ਸਕਦੇ ਨੇ? ਪੂਰੀ ਨੀਂਦ ਨਾ ਆਉਣਾ, ਕੁਝ ਰਾਤ ਨੂੰ ਖਾਣ ਪੀਣਾ ਗਲਤ ਹੋਣਾ, ਜਾਂ ਸਰੀਰ ਦੇ ਵਿੱਚ ਵਿਗਾੜ ਆਉਣਾ। ਜਿਹੜੀ ਆਯੁਰਵੇਦਾ ਕੀ ਕਹਿੰਦੀ ਹੈ ਜੀ? ਜੀ ਸੋ ਗਿੱਲ ਸਾਹਿਬ, ਇਹ ਬਹੁਤ ਵਧੀਆ ਸਵਾਲ ਹੈ ਕਿ ਬਹੁਤ ਭੈਣ ਭਾਈ ਜਿਹੜੇ ਆ ਉਹ ਰਾਤ ਨੂੰ ਬਿਲਕੁਲ ਠੀਕ ਸੌਂਦੇ ਆ ਜੀ, ਸੌਣ ਲੱਗਿਆ ਦੁੱਧ ਦਾ ਗਲਾਸ ਪੀਂਦੇ ਆ ਤੇ ਫਿਰ ਕਈ ਪੀਂਦੇ ਆ ਤੇ ਕਈ ਨਹੀਂ ਪੀਂਦੇ। ਤੋ ਜਦੋਂ ਸੌਂ ਜਾਂਦੇ ਆ, ਸੌਣ ਤੋਂ ਬਾਅਦ ਕੀ ਹੁੰਦਾ ਕਿ ਜਿਹੜੇ ਦੁੱਧ ਪੀ ਕੇ ਸੌਂਦੇ ਆ ਤੇ ਉਹਨਾਂ ਦਾ ਜਿਹੜਾ ਯੂਰਿਕ ਐਸਿਡ ਹੈਗਾ ਉਹ ਥੋੜਾ ਜਿਹਾ ਐਕਟਿਵ ਹੋ ਜਾਂਦਾ।
ਅੱਛਾ ਜੀ। ਐਕਟਿਵ ਹੋ ਜਾਂਦਾ ਤੇ ਉਹਨਾਂ ਦੇ ਸਰੀਰ ਦੇ ਵਿੱਚ, ਮਸਲਾਂ ਦੇ ਵਿੱਚ, ਜੋੜਾਂ ਦੇ ਵਿੱਚ ਹਲਕੀ ਜਿਹੀ ਰਾਤ ਨੂੰ ਸੋਜ ਪੈਦਾ ਹੋ ਜਾਂਦੀ ਹੈ ਕਿ ਜਿਹੜੀ ਸਵੇਰ ਨੂੰ ਇੰਨਾ ਕੁ ਕੜਾਹ ਪਿਆ ਹੁੰਦਾ ਕਿ ਬੰਦੇ ਦਾ ਬੈੱਡ ਤੋਂ ਉੱਠਣ ਨੂੰ ਦਿਲ ਨਹੀਂ ਕਰਦਾ ਬਿਲਕੁਲ, ਕਿਉਂਕਿ ਇਹ ਉਹਦੇ ਸਰੀਰ ਦੇ ਵਿੱਚ ਅਕੜਾਅ ਹੀ ਇੰਨਾ ਪੈ ਜਾਂਦਾ। ਬਹੁਤ ਮਰੀਜ਼ ਇਹੋ ਜਿਹੇ ਦੇਖੇ ਕਿ ਜਦੋਂ ਸਵੇਰੇ ਉੱਠਦਾ ਇਹ ਕਿਤੇ ਸਰੀਰ ਆਕੜਿਆ ਹੁੰਦਾ ਤੇ ਜਦੋਂ ਉਹ ਪੈਰ ਥੱਲੇ ਲਾਉਂਦਾ ਤੇ ਉਹਦੀਆਂ ਅੱਡੀਆਂ ਨਹੀਂ ਲੱਗਦੀਆਂ ਥੱਲੇ ਜੀ, ਪੈਰ ਨਹੀਂ ਲੱਗਦੇ, ਸਾਰਾ ਦਿਨ ਉਹ ਠੀਕ ਰਹਿੰਦਾ ਜੀ, ਪਰ ਉਹਦੀਆਂ ਅੱਡੀਆਂ, ਉਹਦੇ ਪੰਜੇ, ਪੈਰ ਥੱਲੇ ਨਹੀਂ ਲੱਗਦੇ। ਉਹ ਜਦੋਂ ਥੱਲੇ ਲਾਉਂਦਾ ਤੇ ਉਹਨਾਂ ਚੀਸਾਂ ਨਿਕਲਦੀਆਂ, ਦਰਦਾਂ ਹੁੰਦੀਆਂ ਤੇ ਉਹ ਬੜਾ ਔਖਾ ਹੋ ਕੇ 5-10 ਮਿੰਟ ਪਹਿਲੇ ਪੈਰ ਥੱਲੇ ਟਿਕਾਉਂਦਾ। ਜਦੋਂ ਥੋੜਾ ਜਿਹਾ ਬਲੱਡ ਦਾ ਸਰਕੂਲੇਸ਼ਨ ਚੱਲਦਾ ਫਿਰ ਉੱਠ ਕੇ ਉਹ ਹੌਲੀ ਹੌਲੀ ਤੁਰਦਾ ਤੇ ਜਿੱਦਾਂ ਜਿੱਦਾਂ ਫਿਰ ਗਰਮ ਹੋ ਜਾਂਦਾ, ਬੋਡੀ ਗਰਮ ਹੋ ਜਾਂਦੀ ਹੈ ਤੇ ਫਿਰ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ। ਸੋ ਜਿਨ੍ਹਾਂ ਵੀਰਾਂ ਭੈਣਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਦਾ ਯੂਰਿਕ ਐਸਿਡ ਬਾਰਡਰ ਲਾਈਨ ਤੇ ਰਹਿੰਦਾ, ਟੈਸਟ ਦੇ ਵਿੱਚ ਨਹੀਂ ਆਉਂਦਾ ਪਰ ਬਾਰਡਰ ਲਾਈਨ ਦੇ ਉੱਤੇ ਰਹਿੰਦਾ, ਸੋ ਉਹਨਾਂ ਵੀਰਾਂ ਭੈਣਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ, ਚਾਹੇ ਇਹ ਕਿਸੇ ਵੀ ਏਜ ਦੇ ਵਿੱਚ ਹੋਵੇ, ਚਾਹੇ ਕੋਈ 20 ਸਾਲ ਦਾ ਬੱਚਾ ਹੈਗਾ, ਚਾਹੇ ਕੋਈ 30 ਦਾ, ਕੋਈ 50 ਦਾ, ਕੋਈ 60 ਦਾ, 70 ਦਾ। ਸੋ ਹਰ ਇੱਕ ਨੂੰ ਇਹ ਪ੍ਰੋਬਲਮ ਆਉਂਦੀ ਹੈ, ਪਰ ਆਪਣਾ ਜਿਹੜਾ ਯੂਰਿਕ ਐਸਿਡ ਹੈ ਉਹਦਾ ਜ਼ਰੂਰ ਧਿਆਨ ਕਰੋ, ਕਿਉਂਕਿ ਜਦੋਂ ਸਵੇਰੇ ਸੁੱਤੇ ਉੱਠਦੇ ਆ ਤੇ ਸਰੀਰ ਆਕੜਿਆ ਹੈ, ਪੈਰਾਂ ਦੇ ਵਿੱਚ ਦਰਦ ਹੁੰਦੀ ਹੈ, ਥੱਲੇ ਪੈਰ ਨਹੀਂ ਲੱਗਦੇ ਤੇ ਸਮਝੋ ਕਿ ਤੁਹਾਡੇ ਤੇ ਯੂਰਿਕ ਐਸਿਡ ਅਟੈਕ ਕਰ ਰਿਹਾ। ਜੇ ਯੂਰਿਕ ਐਸਿਡ ਵੱਧ ਗਿਆ ਕੱਲ ਨੂੰ ਗਾਊਟ ਹੋਏਗਾ, ਗਾਊਟ ਤੋਂ ਬਾਅਦ ਅਥਰਾਈਟਿਸ ਜ਼ਰੂਰ ਹੋਏਗਾ। ਸੋ ਇਹਨੂੰ ਪਹਿਲੇ ਹੀ ਯੂਰਿਕ ਐਸਿਡ ਨੂੰ ਫੜ ਲਓ। ਜਿਨ੍ਹਾਂ ਵੀਰਾਂ ਭੈਣਾਂ ਦੇ ਇਹ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਵੀ ਮੈਂ ਨਿੱਕਾ ਜਿਹਾ ਫਾਰਮੂਲਾ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਨਾ ਜੀ। ਤਾਂ ਉਹਨਾਂ ਨੂੰ ਸਵੇਰੇ ਤਜੋਤਾਰ ਸਾਰੇ ਉੱਠਣਗੇ, ਛਾਲਾਂ ਮਾਰ ਕੇ ਉੱਠਣਗੇ, ਕਿਸੇ ਦੇ ਅੱਡੀਆਂ 'ਚ ਨਹੀਂ ਦਰਦ ਹੋਏਗੀ, ਕਿਸੇ ਦੇ ਪੈਰਾਂ 'ਚ ਨਹੀਂ ਹੋਏਗੀ, ਕਿਸੇ ਦੇ ਜਕੜਨ ਨਹੀਂ ਹੋਏਗੀ। ਸੋ ਇਹ ਬਹੁਤ ਵਧੀਆ ਫਾਰਮੂਲਾ ਜਿਹੜਾ ਮੈਂ ਅੱਜ ਦੱਸ ਕੇ ਜਾਣਾ। ਅੱਛਾ ਜੀ। ਸੋ ਜੇ ਜ਼ਿਆਦਾ ਹੀ ਕਿਸੇ ਨੂੰ ਪ੍ਰੋਬਲਮ ਹੈ ਤੇ ਸਾਡੇ ਕਲੀਨਿਕ ਦੇ ਵਿੱਚ, ਜਿਹੜਾ ਸਰੀ ਦੇ ਵਿੱਚ ਕਲੀਨਿਕ ਹੈ ਜੀ, ਵੈਦ ਬਲਵਿੰਦਰ ਰੂਬਲ ਜੀ ਸਾਡੇ ਜਿਹੜੇ ਬੜੇ ਤਜਰਬੇਕਾਰ ਵੈਦ ਹੈਗੇ ਆ ਜੀ, ਉਹਨਾਂ ਕੋਲ ਤੁਸੀਂ ਚੈੱਕ ਕਰਾ ਸਕਦੇ ਹੋ, ਤੁਹਾਡੀ ਨਬਜ਼ ਦੇਖ ਕੇ ਦੱਸ ਸਕਦੇ ਆ ਕਿ ਤੁਹਾਡਾ ਯੂਰਿਕ ਐਸਿਡ ਜਿਹੜਾ ਕਿਹੜੀ ਸਟੇਜ ਦੇ ਉੱਤੇ ਹੈਗਾ। ਸੋ ਸਾਡਾ ਫੋਨ ਨੰਬਰ ਹੈਗਾ ਜੀ 7789170444। ਸੋ ਇਹਦੇ ਨੰਬਰ ਦੇ ਉੱਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਤੇ ਆਪਣੀ ਜਿਹੜੀ ਬਿਮਾਰੀ ਹੈ ਜਾਂ ਆਪਣੇ ਸਰੀਰ ਬਾਰੇ ਕੋਈ ਵੀ ਪ੍ਰੋਬਲਮ ਹੈਗੀ ਹੈ ਉਹਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਆ। ਸੋ ਗਿੱਲ ਸਾਹਿਬ, ਜਦੋਂ ਇਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ, ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਜੀ ਤੇ ਫਿਰ ਇਹ ਪ੍ਰੋਬਲਮ ਆ ਜਾਂਦੀ ਜੀ। ਸੋ ਜੇ ਰਾਤ ਨੂੰ ਆਪਾਂ ਦੁੱਧ ਪੀ ਕੇ ਸੌਂਦੇ ਆ ਜੀ ਤੇ ਸਾਡੇ ਜਿਹੜੇ ਗ੍ਰੰਥ ਹੈਗੇ ਆਯੁਰਵੈਦਿਕ ਦੇ, ਉਹਨਾਂ ਦੇ ਵਿੱਚ ਲਿਖਿਆ ਹੈ ਕਿ ਰਾਤ ਨੂੰ ਸੌਣ ਲੱਗੇ ਦੁੱਧ ਨਾ ਪੀਓ। ਅੱਛਾ ਜੀ। ਰਾਤ ਨੂੰ ਦਹੀਂ ਨਾ ਖਾਵੋ। ਅੱਛਾ ਜੀ। ਜੇ ਆਪਾਂ ਇਹ ਦੋਨੋਂ ਚੀਜ਼ਾਂ ਛੱਡ ਦਈਏ ਜੀ, ਗਰਮ ਪਾਣੀ ਪੀਣਾ ਸ਼ੁਰੂ ਕਰ ਦਈਏ ਤੇ ਸਾਡਾ ਜਿਹੜਾ ਯੂਰਿਕ ਐਸਿਡ ਹੈ ਉਹ ਬੋਡੀ ਦੇ ਵਿੱਚ ਆਉਂਦਾ ਹੀ ਨਹੀਂ, ਬੋਡੀ ਸਾਡੀ ਜਿਹੜੀ ਨਿਰੋਗ ਰਹਿੰਦੀ ਹੈ। ਪਰ ਫਿਰ ਵੀ ਜੇ ਜਕੜਨ ਹੈਗੀ ਹੈ, ਸਰੀਰ ਦੇ ਵਿੱਚ ਜਕੜਨ ਆ ਰਹੀ ਹੈ ਜੀ, ਤੇ ਸਮਝੋ ਅੱਜ ਨਹੀਂ, ਕੱਲ ਨਹੀਂ, ਸਾਲ ਨੂੰ, 2 ਸਾਲ ਨੂੰ, 3 ਸਾਲ ਨੂੰ ਅਥਰਾਈਟਿਸ, ਗਠੀਆ ਜ਼ਰੂਰ ਹੋਏਗਾ। ਸੋ ਇਹਦੇ ਤੋਂ ਤੁਹਾਨੂੰ ਸੁਚੇਤ ਰਹਿਣ ਵਾਸਤੇ ਆਪਣਾ ਜਿਹੜਾ ਬੋਡੀ ਟੈਸਟ ਹੈਗਾ, ਬਲੱਡ ਟੈਸਟ ਹੈਗਾ, ਇਹ ਕਰਾ ਲੈਣਾ ਚਾਹੀਦਾ। ਜੇ ਇਹ ਬਾਰਡਰ ਲਾਈਨ ਤੇ ਰਹਿੰਦਾ ਤੇ ਹੋਏ ਨਾਲੋਂ ਵਧੇ ਨਾਲੋਂ ਬਾਰਡਰ ਲਾਈਨ ਤੇ ਰਹਿੰਦਾ ਜ਼ਿਆਦਾ ਖਤਰਨਾਕ ਹੈ, ਕਿਉਂਕਿ ਜਦੋਂ ਬਾਰਡਰ ਲਾਈਨ ਤੇ ਰਹਿੰਦਾ ਤੇ ਡਾਕਟਰ ਵੀ ਜਿਹੜੀ ਕੇਅਰ ਨਹੀਂ ਕਰਦੇ ਤੇ ਇਹ ਫਿਰ ਨੁਕਸਾਨ ਹੋ ਜਾਂਦਾ। ਇਹਦੇ ਨਾਲ ਜਦੋਂ ਪੈਰਾਂ ਦੀਆਂ ਅੱਡੀਆਂ ਦੇ ਵਿੱਚ ਦਰਦ ਹੁੰਦੀ ਹੈ ਤੇ ਥੱਲੇ ਨੂੰ ਪੈਰਾਂ ਦੀਆਂ ਹੱਡੀਆਂ ਦੇ ਵਿੱਚ ਹੱਡੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਥੱਲੇ ਨੂੰ, ਤੇ ਉਹਦੇ ਨਾਲ ਚੁੰਝ ਜੀ ਬਣ ਜਾਂਦੀ ਹੈ। ਤੇ ਫਿਰ ਡਾਕਟਰ ਜਿਹੜੇ ਆ ਉਹ ਕਹਿੰਦੇ ਆ ਜੀ ਕਿ ਹੁਣ ਇਹਦਾ ਆਪਰੇਸ਼ਨ ਕਰਕੇ ਅੱਡੀ ਦਾ ਤੇ ਇਹ ਚੁੰਝ ਕੱਟਣੀ ਪੈਣੀ ਹੈ, ਜਾਂ ਫਿਰ ਉਹਦੇ ਨਾਲ ਗੋਡਿਆਂ ਦੇ ਅਟੈਕ ਹੋ ਜਾਂਦਾ, ਗੋਡੇ ਜਿਹੜੇ ਦੁਖਣ ਲੱਗ ਜਾਂਦੇ, ਗੋਡਿਆਂ ਦੀਆਂ ਝਿੱਲੀਆਂ ਸੁੱਜ ਜਾਂਦੀਆਂ, ਗੋਡਿਆਂ 'ਚ ਗੈਪ ਪੈ ਜਾਂਦਾ ਜੀ। ਸੋ ਇਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਇਹ ਇਹਦੇ ਨਾਲ ਹੀ ਰਿਲੇਟਡ ਹੈਗੀਆਂ। ਸੋ ਜੇ ਸਵੇਰੇ ਉੱਠਦੇ ਆ ਸਰੀਰ ਦੁਖਦਾ, ਸਰੀਰ ਟੁੱਟਾ ਭੱਜਾ ਜਿਹਾ, ਉੱਠਣ ਨੂੰ ਦਿਲ ਨਹੀਂ ਕਰਦਾ, ਉੱਠਣ ਨੂੰ ਮਨ ਨਹੀਂ ਕਰਦਾ ਜੀ, ਬੜੇ ਔਖੇ ਹੋ ਕੇ ਉੱਠਦੇ ਆ, ਉੱਠੇ ਆ ਤੇ ਥੱਲੇ ਪੈਰ ਨਹੀਂ ਲੱਗਦੇ, ਤੇ ਫਿਰ ਜਿਹੜਾ ਮੈਂ ਫਾਰਮੂਲਾ ਤੁਹਾਨੂੰ ਦੱਸਣਾ ਇਹ ਬਹੁਤ ਵਧੀਆ, ਇਹ ਥੋੜੇ ਦਿਨਾਂ ਦੇ ਵਿੱਚ ਹੀ ਅਸਰ ਕਰਨਾ ਸ਼ੁਰੂ ਕਰ ਦਿੰਦਾ ਤੇ ਇਹਦੇ ਨਾਲ ਤੁਸੀਂ ਜਿਹੜੇ ਘਰ ਬੈਠੇ ਠੀਕ ਹੋ ਸਕਦੇ ਜੀ ਗਿੱਲ ਸਾਹਿਬ। ਤੇ ਕੁਛ ਮੌਸਮ ਦਾ ਵੀ ਫਰਕ ਪੈਂਦਾ, ਬੰਦਾ ਰਾਤ ਨੂੰ ਪਿਆ, ਜਿਵੇਂ ਹੁਣ ਦਿਨੇ ਗਰਮੀਆਂ, ਰਾਤ ਨੂੰ ਠੰਡ ਹੈ ਤੇ ਤੁਸੀਂ ਵਿੰਡੋ ਵਗੈਰਾ ਖਿੜਕੀ ਖੋਲ ਕੇ ਪੈ ਗਏ
ਤੇ ਸਵੇਰ ਨੂੰ ਜਵੇਂ ਮਾਂਜੇ ਪਏ ਹੁੰਦੇ ਹੋ, ਇਹ ਵੀ ਕੋਈ ਫਰਕ ਪੈਂਦਾ? ਇਹਦਾ ਵੀ ਖਿਆਲ ਰੱਖਣ ਦੀ ਲੋੜ ਹੈ ਜੀ? ਬਿਲਕੁਲ ਜੀ, ਬਿਲਕੁਲ ਜੀ, ਕਿਉਂਕਿ ਜਿਹੜੀ ਸਾਡੀ ਬੋਡੀ ਹੈ ਇਹਦਾ ਟੈਂਪਰੇਚਰ ਤਕਰੀਬਨ ਨਾਰਮਲ ਹੋਣਾ ਚਾਹੀਦਾ। ਸੋ ਮੈਂ ਇੰਡੀਆ ਦੇ ਵਿੱਚ ਹੀ ਦੇਖਦਾ ਕਿ ਕਈ ਏਸੀ ਜਿਹੜੇ 16 ਨੰਬਰ ਤੇ ਚਲਾ ਕੇ ਜਾਂ 18 ਨੰਬਰ ਤੇ ਚਲਾ ਕੇ ਜਿਹੜੇ ਰਾਤ ਨੂੰ ਸੌਂਦੇ ਆ ਤੇ ਸਵੇਰੇ ਫਿਰ ਉਹ ਫੜ ਕੇ ਠਾਣੇ ਪੈਂਦੇ ਆ, ਕਿਉਂਕਿ ਬਾਹਰ ਰਾਤ ਦੀ ਗਰਮੀ, ਅੰਦਰ ਠੰਡ, ਤੇ ਇਹ ਵੀ ਬੜੀ ਖਰਾਬ ਕਰਦੀ ਹੈ। ਤੋ ਜਦੋਂ ਵੀ ਤੁਸੀਂ ਵਿੰਡੋ ਖੋਲ ਕੇ ਸੌਂਦੇ ਆ ਤੇ ਧਿਆਨ ਰੱਖੋ, ਤੇ ਜੇ ਤੁਹਾਨੂੰ ਗਰਮੀ ਲੱਗਦੀ ਹੈ, ਵਿੰਡੋ ਖੋਲੀ ਹੈ, ਤੇ ਹਲਕਾ ਕੱਪੜਾ ਜ਼ਰੂਰ ਤੇ ਚਾਦਰ ਲੈ ਲਓ, ਤਾਂ ਕਿ ਜਿਹੜੀ ਡਾਇਰੈਕਟਲੀ ਤੁਹਾਨੂੰ ਹਵਾ ਪੈਣੀ ਹੈ ਬੋਡੀ ਦੇ ਉੱਤੇ ਉਹ ਨਾ ਪਵੇ। ਉਹਦੇ ਨਾਲ ਤੁਹਾਡੀ ਜਿਹੜੀ ਫਿਰ ਟੈਂਪਰੇਚਰ ਹੈ ਬੋਡੀ ਦਾ ਉਹ ਨਾਰਮਲ ਰਹੇਗਾ। ਜਦੋਂ ਨਾਰਮਲ ਰਹੇਗਾ ਤੇ ਜਿਹੜੇ ਬੋਡੀ ਦੇ ਵਿੱਚ ਬੈਡ ਐਸਿਡ ਹੈਗੇ ਆ, ਯੂਰਿਕ ਐਸਿਡ ਹੈਗਾ, ਯੂਰੀਆ ਹੈਗਾ, ਬਲੱਡ ਯੂਰੀਆ ਹੈਗਾ, ਉਹ ਫਿਰ ਤੁਹਾਡੇ ਤੇ ਅਟੈਕ ਨਹੀਂ ਕਰਦੇ। ਤੇ ਇਹ ਮੌਸਮ ਤਬਦੀਲੀ ਦੇ ਨਾਲ ਜ਼ਿਆਦਾ ਪ੍ਰੋਬਲਮ ਆਉਂਦੀਆਂ। ਜਦੋਂ ਬਰਸਾਤੀ ਮੌਸਮ ਹੁੰਦਾ ਉਦੋਂ ਸਲਾਬ ਦੇ ਦਿਨ ਹੁੰਦੇ ਆ, ਤੇ ਸਲਾਬ ਦੇ ਦਿਨਾਂ ਦੇ ਵਿੱਚ ਯੂਰਿਕ ਐਸਿਡ ਤੇ ਅਥਰਾਈਟਿਸ ਇਹ ਜ਼ਿਆਦਾ ਅਟੈਕ ਕਰਦਾ ਲੋਕਾਂ ਦੇ ਪੈਰਾਂ ਤੇ, ਲੋਕਾਂ ਦੇ ਗੋਡਿਆਂ ਤੇ। ਇਹ ਜਿਹੜੀ ਸੋਜ ਹੈ ਉਹ ਪੈਂਦੀ ਹੈ, ਕਿਉਂਕਿ ਪੈਰਾਂ ਦੇ ਉੱਤੇ ਜਿਹੜੀ ਸੋਜ ਪੈਂਦੀ ਹੈ ਇਕੱਲੀ ਯੂਰਿਕ ਐਸਿਡ ਕਰਕੇ ਨਹੀਂ ਹੋ ਸਕਦੀ, ਇਹ ਕਿਡਨੀਆਂ ਦੀ ਪ੍ਰੋਬਲਮ ਕਰਕੇ ਵੀ ਹੋ ਸਕਦੀ ਹੈ। ਕਿ ਜਦੋਂ ਕਿਡਨੀਆਂ ਦੇ ਵਿੱਚੋਂ ਕੋਈ ਪ੍ਰੋਟੀਨ ਲੀਕ ਕਰਨ ਲੱਗ ਗਿਆ, ਆਪਾਂ ਗੌਰ ਨਹੀਂ ਕਰਦੇ, ਤੇ ਫਿਰ ਪੈਰਾਂ ਤੇ ਸੋਜ ਪੈਣ ਲੱਗ ਜਾਂਦੀ ਹੈ। ਸੋ ਇਹ ਆਪਣੇ ਡਾਕਟਰ ਨਾਲ ਤੁਸੀਂ ਸਲਾਹ ਮਸ਼ਵਰਾ ਜ਼ਰੂਰ ਕਰ ਲੈਣਾ ਚਾਹੀਦਾ, ਟੈਸਟ ਕਰਾ ਲੈਣੇ ਚਾਹੀਦੇ ਆ। ਤੇ ਜੇ ਇਹ ਤੁਹਾਡੀ ਕੋਈ ਪ੍ਰੋਬਲਮ ਸੋਲਵ ਨਹੀਂ ਹੁੰਦੀ ਤੇ ਫਿਰ ਬਰਵਿੰਦਰ ਰੂਪਾ ਜੀ ਤੁਹਾਡੇ ਕੋਲ ਬੈਠੇ ਆ, ਸੋ ਉਹਨਾਂ ਦਾ ਨਾਲ ਇੱਕ ਵਾਰੀ ਸਲਾਹ ਮਸ਼ਵਰਾ ਜ਼ਰੂਰ ਕਰ ਲੈਣਾ ਚਾਹੀਦਾ, ਕਿਉਂਕਿ ਜਿਹੜੀ ਪੈਰਾਂ ਦੀ ਸੋਜ ਹੈ ਇਹ ਥੋੜੀ ਜਿਹੀ ਜਾ ਕੇ ਅੱਗੇ ਜਾ ਕੇ ਥੋੜੀ ਖਤਰਨਾਕ ਹੋ ਸਕਦੀ ਹੈ। ਸੋ ਇਹਨੂੰ ਧਿਆਨ ਦੇ ਵਿੱਚ ਰੱਖਣਾ ਜੀ। ਅਖੀਰ ਚ ਜੀ ਆਪਣਾ ਜਿਹੜਾ ਨੁਸਖਾ ਹੈ ਉਹ ਦਿਓ ਜੀ। ਸੋ ਜਿਹਨਾਂ ਨੂੰ ਸਵੇਰੇ ਉੱਠਣਾ ਔਖਾ ਹੈ, ਪੈਰਾਂ ਦੇ ਵਿੱਚ ਦਰਦਾਂ, ਅੱਡੀਆਂ ਦੇ ਵਿੱਚ ਦਰਦਾਂ, ਸਰੀਰ ਟੁੱਟਾ ਭੱਜਾ ਜਿਹਾ, ਸੋ 4 ਚੀਜ਼ਾਂ ਜਿਹੜੀਆਂ ਹੈਗੀਆਂ ਇਹ ਲੈ ਲੈਣੀਆਂ, ਔਰ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਸੀਂ ਪਹਿਲੇ ਨਾਲੋਂ ਐਕਟਿਵ ਵੀ ਹੈ, ਕੰਮ ਕਰਨ ਨੂੰ ਵੀ ਦਿਲ ਕਰਦਾ, ਭੱਜ ਕੇ ਸਾਰਾ ਦਿਨ ਕੰਮ ਕਰੋਗੇ ਤੇ ਤੁਹਾਡਾ ਸਰੀਰ ਜਿਹੜਾ ਦੁਖਣਾ ਉਹ ਬੰਦ ਹੋ ਜਾਏਗਾ। ਸੋ 4 ਚੀਜ਼ਾਂ ਜਿਹੜੀਆਂ ਮੈਂ ਦੱਸਣੀਆਂ ਇਹ ਸਾਰੀਆਂ ਤੋਲ ਦੇ ਵਿੱਚ ਬਰਾਬਰ ਲੈਣੀਆਂ, ਤੋਲ ਦੇ ਵਿੱਚ ਬਰਾਬਰ ਲੈ ਕੇ ਸਾਰੀਆਂ ਨੂੰ ਪੀਸ ਲੈਣਾ, ਪੀਸ ਕੇ ਪਾਊਡਰ ਬਣਾ ਲੈਣਾ, ਪਾਊਡਰ ਬਣਾ ਕੇ ਆਪਣੀ ਤਸੀਰ ਦੇ ਅਨੁਸਾਰ ਅੱਧਾ ਚਮਚ ਸਵੇਰੇ ਖਾਲੀ ਪੇਟ ਇਹ ਗਰਮ ਪਾਣੀ ਦੇ ਨਾਲ ਖਾਣਾ ਹੈ। ਔਰ ਇੱਕ ਹਫ਼ਤੇ ਦੇ ਵਿੱਚ ਜਿਹਨਾਂ ਦੇ ਪੈਰ ਥੱਲੇ ਨਹੀਂ ਲੱਗਦੇ ਉਹ ਬਿਲਕੁਲ ਸਵੇਰੇ ਉੱਠ ਕੇ ਛਾਲ ਮਾਰ ਕੇ ਸਿੱਧੇ ਉੱਠਣਗੇ ਔਰ ਕਹਿਣਗੇ ਕਿ ਮੈਂ ਐਕਟਿਵ ਹੈ। ਦੱਸੋ ਜੀ। ਸੋ ਇਹਦੇ ਵਿੱਚ ਕਲਵੰਜੀ ਹੈਗੀ ਹੈ ਜੀ, ਕਲਵੰਜੀ, ਦਾਲਚੀਨੀ, ਦਾਲਚੀਨੀ, ਮੇਥੀ ਦੇ ਬੀਜ ਤੇ ਕੜੀ ਪੱਤਾ। ਅੱਛਾ ਜੀ। 4 ਚੀਜ਼ਾਂ ਦਾ ਫਾਰਮੂਲਾ ਜੀ। ਕਲਵੰਜੀ ਜਿਹੜੀ ਹੈ ਯੂਰਿਕ ਐਸਿਡ ਨੂੰ ਘਟਾਉਂਦੀ ਹੈ, ਕੋਲੇਸਟ੍ਰੋਲ ਨੂੰ ਘਟਾਉਂਦੀ ਹੈ, ਦਾਲਚੀਨੀ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ, ਮੇਥੀ ਦਾਣਾ ਬਲੱਡ ਯੂਰੀਆ ਤੇ ਯੂਰਿਕ ਐਸਿਡ ਨੂੰ ਘਟਾਉਂਦਾ, ਤੇ ਜਿਹੜਾ ਕੜੀ ਪੱਤਾ ਇਹ ਜਿਹੜਾ ਫੂਡ ਪਾਈਪ ਦੇ ਵਿੱਚ ਐਸਿਡ ਬਣਦਾ ਉਹਨੂੰ ਘਟਾਉਂਦਾ, ਤੇ ਨਾਲ ਯੂਰਿਕ ਐਸਿਡ ਨੂੰ ਘਟਾਉਂਦਾ। ਜੇ ਸਾਰੀਆਂ ਚੀਜ਼ਾਂ ਦਾ ਮੇਲ ਰੱਖੀਏ ਤੇ ਇਹ ਸਾਰੇ ਜਿਹੜੇ ਐਸਿਡ ਬੋਡੀ ਦੇ ਵਿੱਚ ਵੱਧ ਜਾਂਦੇ ਟੈਂਪਰੇਰੀ, ਉਹਨਾਂ ਨੂੰ ਖਤਮ ਕਰਦਾ, ਕੰਟਰੋਲ ਨਹੀਂ ਕਰਦਾ, ਖਤਮ ਕਰਦਾ ਤੇ ਬੋਡੀ ਨੂੰ ਐਕਟਿਵ ਕਰਦਾ। ਇਹ ਸਾਰੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਪਈਆਂ ਜੀ। ਫਿਰ ਮੈਂ ਦੱਸ ਦਿੰਦਾ ਕਿ ਦਾਲਚੀਨੀ, ਕਲਵੰਜੀ, ਮੇਥੀ ਦੇ ਬੀਜ ਲੈਣੇ, ਮੇਥਿਆਂ ਦੇ ਬੀਜ ਨਹੀਂ ਲੈਣੇ। ਮੇਥੀ ਦੇ ਬੀਜ ਜਿਹੜੇ ਬਰੀਕ ਹੁੰਦੇ ਆ, ਸੋ ਮੇਥੀ ਦੇ ਬੀਜ ਲੈਣੇ ਆ, ਤੇ ਕੜੀ ਪੱਤਾ ਸੁੱਕਾ ਲੈ ਲਓ, ਤੋਲ ਦੇ ਵਿੱਚ ਬਰਾਬਰ ਲੈਣੀ ਆ। ਸੋ ਇਹ ਅੱਧਾ ਚਮਚ ਜਦੋਂ ਤੁਸੀਂ ਲਾਓਗੇ ਤੇ ਇਹ ਸਵੇਰ ਨੂੰ ਤੁਹਾਨੂੰ ਖਾਣ ਦੇ ਨਾਲ 2-4-5 ਦਿਨ ਖਾਣ ਦੇ ਨਾਲ ਹੀ ਤੁਸੀਂ ਐਕਟਿਵ ਹੋਣਾ ਸ਼ੁਰੂ ਹੋ ਜਾਓਗੇ। ਸਾਰਾ ਦਿਨ ਭੱਜ ਕੇ ਕੰਮ ਕਰੋਗੇ, ਕੋਈ ਥਕਾਵਟ ਨਹੀਂ ਹੋਏਗੀ। ਤੁਹਾਡਾ ਯੂਰਿਕ ਐਸਿਡ, ਤੁਹਾਡਾ ਯੂਰੀਆ, ਤੁਹਾਡੀ ਕਮਰ ਦਰਦ, ਤੁਹਾਡੇ ਗੋਡਿਆਂ ਦੀਆਂ ਦਰਦਾਂ, ਤੁਹਾਡੇ ਚੂਲਿਆਂ ਦੀਆਂ ਦਰਦਾਂ, ਅੱਡੀਆਂ ਦੀਆਂ ਦਰਦਾਂ ਇਹਦੇ ਨਾਲ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਫਿਰ ਵੀ ਜੇ ਤੁਹਾਨੂੰ ਪੁਰਾਣਾ ਗਠੀਆ ਜਾਂ ਜੋੜਾਂ ਦੀਆਂ ਦਰਦਾਂ ਜਾਂ ਤਾਂ ਕੰਟਰੋਲ ਨਹੀਂ ਹੋ ਰਹੀਆਂ ਤੇ ਫਿਰ ਸਾਡੇ ਬਲਵਿੰਦਰ ਰੂਬਲ ਜੀ ਕੋਲ ਜਾ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ। ਸਾਡਾ ਫੋਨ ਨੰਬਰ 7789170444 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਆ। ਸੋ ਅੱਜ ਗਿੱਲ ਸਾਹਿਬ ਇੰਨਾ ਹੀ ਕਾਫੀ ਸੀ। ਅਗਲਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਬਹੁਤ ਬਹੁਤ। ਟੈਕਨੋਲੋਜੀ ਨੇ ਦਿਸ ਹੱਦੇ ਦੂਰ ਕਰ ਦਿੱਤੇ।
ਭਾਰਤ ਦੇ ਵਿੱਚੋਂ ਪਾਕਿਸਤਾਨ 'ਚੋਂ ਬੈਠ ਕੇ ਕਾਲਿੰਗ ਸੈਂਟਰ ਦੇ ਰਾਹੀਂ ਇਹ ਗੱਲਾਂ 5-7 ਸਾਲ ਦੀਆਂ ਚੱਲ ਰਹੀਆਂ ਵੀ ਤੁਹਾਡੇ ਵੀਜ਼ੇ, ਮਾਸਟਰ ਕਾਰਡ, ਕਿਸੇ ਕ੍ਰੈਡਿਟ ਕਾਰਡ ਦੀ ਕੰਪਨੀ ਨੂੰ ਫੋਨ ਕਰਦੇ ਆ, ਭਾਰਤ 'ਚ ਬੈਠਾ ਕੋਈ ਅਸ਼ਵਨੀ, ਕੋਈ ਸੌਦਾਗਰ ਸਿੰਘ, ਕੋਈ ਬਹਾਦਰ ਸਿੰਘ, ਉਹ ਅੰਗਰੇਜ਼ੀ ਨਾਂ ਲਿਖ ਕੇ ਤੇ ਇੰਗਲਿਸ਼ ਐਕਸੈਂਟ ਥੋੜ੍ਹਾ ਜਿਹਾ ਸੈੱਟ ਕਰਕੇ ਪੰਜਾਬ 'ਚੋਂ ਬੈਠਾ ਬੋਲਦਾ, ਆਪਣੇ ਨਾਲ ਦਿੱਲੀੋਂ ਬੈਠਾ ਬੋਲਦਾ, ਚੰਡੀਗੜ੍ਹੋਂ, ਬੰਗਲੌਰੋਂ ਬੈਠਾ ਬੋਲਦਾ। ਇੱਥੇ $25 ਘੰਟੇ 'ਤੇ ਆ ਬੰਦਾ, ਅਤੇ ਉੱਥੇ 20,000 ਰੁਪਈਏ 'ਤੇ ਟੋਟਲ ਬੰਦਾ ਮਿਲ ਜਾਣਾ। 3 ਦਿਨਾਂ ਦੀ ਤਨਖਾਹ ਦੇ ਨਾਲ ਮਹੀਨੇ ਦੀ ਤਨਖਾਹ ਮਿਲਣੀ ਹੈ। ਦਿਨ ਰਾਤ ਦਾ ਫਰਕ ਹੈ, ਰਾਤ ਨੂੰ ਉੱਥੇ ਕੰਮ 'ਤੇ ਆਉਂਦੇ ਆ। ਉਸ ਤੋਂ ਅੱਗੇ ਕੰਪਨੀਆਂ ਨੇ ਡਿਸਪੈਚ ਦੀਆਂ ਸੇਵਾਵਾਂ ਉੱਥੋਂ ਸ਼ੁਰੂ ਕਰ ਦਿੱਤੀਆਂ। ਰਾਤ ਦਿਨ ਦਾ ਫਰਕ ਹੈ, ਇੱਥੇ ਦਿਨ ਆ ਉੱਥੇ ਰਾਤ ਹੈ, ਅਤੇ ਰਾਤ ਨੂੰ ਉੱਥੋਂ ਸਾਰਾ ਡਿਸਪੈਚ ਦਾ ਕੰਮ ਹੁੰਦਾ। ਕਾਰਨ ਸੇਵਿੰਗ ਹੈ। ਦੇਖੋ, ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਚੀਜ਼ ਚੱਲ ਸਕਦੀ ਹੈ, ਕਿਉਂਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਅਜਿਹਾ ਕੁਛ ਨਹੀਂ, ਕੋਈ ਵਿਅਕਤੀ ਦੀ ਉਹ 'ਚ ਜਾਣਕਾਰੀ ਨਹੀਂ ਹੈ। ਕੰਪਨੀਆਂ ਲੋਡ ਇੱਥੋਂ ਚੱਕ, ਇੱਥੇ ਆ, ਤੇਰਾ ਨੰਬਰ ਹੈ, ਅਤੇ ਖ਼ਤਮ ਕਹਾਣੀ। ਫਿਰ ਟੈਕਸੀ ਕੰਪਨੀਆਂ ਨੇ ਡਿਸਪੈਚ ਦੇ ਆਫਿਸ ਖੋਲ੍ਹ ਦਿੱਤੇ, ਕੋਈ ਲਾਹੌਰ ਹੈ, ਕੋਈ ਭਾਰਤ 'ਚ ਹੈ। ਉਹਦੇ ਵਿੱਚ ਹੁਣ ਕਿੰਨੀ ਜਾਣਕਾਰੀ ਹੈ ਜਿਹੜੀ ਉਹ ਉੱਥੇ ਦੇ ਡਿਸਪੈਚਰ ਨੂੰ ਮਿਲ ਰਹੀ ਹੈ, ਕਿੱਥੋਂ ਚੱਕਣਾ, ਕਿੱਥੇ ਲਾਉਣਾ, ਕੀ ਨਾਂ ਹੈ, ਕੀ ਫੋਨ ਹੈ, ਕੀ ਐਡਰੈਸ ਹੈ। ਬਸ ਬਹੁਤ ਗੱਲ ਹੋ ਗਈ। ਕਈ ਵਾਰ ਕੋਈ ਕ੍ਰੈਡਿਟ ਕਾਰਡ ਵੀ ਫਾਈਲ 'ਤੇ ਪਾ ਦਿੰਦਾ। ਮੈਂ ਇਹ ਨਹੀਂ ਕਹਿੰਦਾ ਉੱਥੇ ਚੋਰੀ ਹੋਏਗੀ, ਪਰ ਤੁਸੀਂ ਵੇਖੋ ਤਾਂ ਸਹੀ, ਉਹ ਨਾ ਚੋਰੀ ਕਰਨ, ਉਹ ਸਰਵਰ ਕੋਈ ਤੁਹਾਡਾ ਲੈ ਜਾਵੇ ਚੱਕ ਕੇ, ਕੀ ਕਰੋਗੇ? ਹੁਣ ਕੀ ਹੋ ਰਿਹਾ ਹੈ, ਕੱਲ੍ਹ ਪੰਜਾਬ ਦੇ ਵਿੱਚ ਪਿਛਲੇ 2 ਦਿਨ ਪਹਿਲਾਂ ਦਰਸ਼ਨ ਕੈਂਥ ਜੀ ਰਹਿੰਦੇ ਨੇ ਸਰੀ 'ਚ, ਉਹਨਾਂ ਦੇ ਮਾਸੀ ਨੂੰ ਫੋਨ ਕਰਕੇ ਕੋਈ ਬੰਦਾ ਕਹਿੰਦਾ ਜੀ ਉਹ ਤਾਂ ਐਕਸੀਡੈਂਟ ਹੋ ਗਿਆ ਦਰਸ਼ਨ ਕੈਂਥ ਉਹਨਾਂ ਦਾ ਬਹੁਤ ਵੱਡਾ, ਰੁਪਈਆ ਭੇਜੋ 2 ਲੱਖ। ਉਹ ਵਕੀਲ ਬਣਿਆ ਹੋਇਆ ਮੋਹਾਲੀ ਦਾ ਬੰਦਾ, ਜ਼ਰੂਰਤ ਆ ਖਾਨੀ ਕੋਈ ਕੇਸ ਕਰਨਾ। ਹੁਣ ਉੱਥੇ ਵਾਲਿਆਂ ਨੂੰ ਕੀ ਪਤਾ, ਅਗਲਾ ਸੋਚ ਸਕਦਾ ਵੀ ਕੀ ਪਤਾ ਨਾਮ ਸਾਡੇ ਜਵਾਕ ਕੋਲ ਪੈਸਾ ਧੇਲਾ ਹੋਵੇ, ਰਿਸ਼ਤੇਦਾਰ ਕੋਲ, ਅਤੇ ਉਹਨਾਂ ਨੇ ਇਹਨੂੰ ਫੋਨ ਕਰਕੇ ਪੁੱਛ ਲਿਆ ਇੱਥੇ ਵੀ ਗੱਲ ਕੀ ਹੋ ਗਈ। ਗੱਲ ਲੱਭ ਗਈ ਕਿ ਇਹ ਤਾਂ ਗੜਬੜ ਹੈ, ਬਹੁਤ ਵੱਡੀ ਗੜਬੜ ਹੈ। ਆਈਡੈਂਟੀਟੀ ਥੈਫਟ ਹੈ ਜਿਹੜੀ ਬਹੁਤ ਵੱਡੀ। ਅਕਾਊਂਟਿੰਗ ਫਰਮਸ ਸਾਰਾ ਕੰਮ ਠੇਕੇ 'ਤੇ, ਵੱਡੀਆਂ ਜਿਹੜੀਆਂ ਨੋਨ ਵੱਡੀਆਂ ਕੰਪਨੀਆਂ ਜਿਨ੍ਹਾਂ 'ਤੇ ਤੁਸੀਂ ਬਹੁਤ ਜਿਹੜਾ ਵਿਸ਼ਵਾਸ ਕਰਦੇ ਹੋ, ਉਹ ਅਕਾਊਂਟਿੰਗ ਦਾ ਕੰਮ ਇੰਡੀਆ 'ਚੋਂ ਕਰਾ ਰਹੀਆਂ ਨੇ। ਸਾਰਾ ਕੰਮ ਬਣ ਕੇ ਆ ਗਿਆ, ਥੋੜ੍ਹੀ ਬਹੁਤੀ ਗਲਤੀ ਕੱਢੀ ਅਤੇ ਉੱਪਰ ਮੋਹਰ ਲਾਈ, ਹੇਅਰ ਵੀ ਗੋ। ਲੋਕਲ ਕੁਛ ਕੰਪਨੀਆਂ ਇਸੇ ਚੀਜ਼ ਦੇ ਵਿੱਚ ਅੱਗੇ ਕੀ ਕਰ ਰਹੀਆਂ ਨੇ ਕਿ ਊਬਰ ਨੇ ਇੱਕ ਟੈਕਸੀ, ਇੱਕ ਤਾਂ ਊਬਰ ਐਪ ਹੈ, ਇੱਕ ਉਹਨਾਂ ਨੇ ਟੈਕਸੀ ਦਾ ਐਪ ਬਣਾ ਲਿਆ। ਉਹ ਟੈਕਸੀ ਕੰਪਨੀਆਂ ਨੂੰ ਹੁਣ ਪਤਾ ਕੀ ਕਹਿ ਰਹੇ ਨੇ, ਉਹ ਕਹਿੰਦੇ ਤੁਸੀਂ ਸਾਨੂੰ ਡਿਸਪੈਚ ਦਿਓ। ਦੇਖੋ, ਜਿਨ੍ਹਾਂ ਨੇ ਹੱਥ 'ਚ ਠੂਠੇ ਫੜਾ ਦਿੱਤੇ, 5-5, 7-7 ਲੱਖ ਦੀਆਂ ਟੈਕਸੀਆਂ ਅੱਜ 50-50 ਹਜ਼ਾਰ ਦੀਆਂ ਵਿਕਣ ਲਾਤੀਆਂ, ਅਤੇ ਹਾਲ ਇਹ ਕਰ ਦਿੱਤਾ ਬਈ ਲੋਕ ਆਪਣੇ ਕੰਮਾਂ ਕਾਰਾਂ 'ਚੋਂ ਖੜੀਆਂ ਨੇ ਗੱਡੀਆਂ, ਕਿ ਕੋਈ 20 ਪਲੇਟਾਂ ਕਿਸੇ ਕੋਲ ਪਈਆਂ, 10 ਪਲੇਟਾਂ ਪਈਆਂ ਨੇ, ਲੋਕ ਗੱਡੀਆਂ ਨਹੀਂ ਲੈ ਰਹੇ, ਡਰਾਈਵਰ ਨਹੀਂ ਮਿਲ ਰਹੇ। ਉਸੇ ਊਬਰ ਨੇ ਦੇਖੋ ਟੈਕਨੋਲੋਜੀ ਕੀ ਕਰਦੇ ਆ, ਅਤੇ ਅਸੀਂ ਭਲੱਥੇ 'ਚ ਕਿਵੇਂ ਆਉਂਦੇ ਹਾਂ, ਅਸੀਂ ਕੁਛ ਪੈਸਾ ਬਚਾਉਣ ਲਈ ਉਹ ਕਹਿੰਦੇ ਲਿਆਓ ਦਿਓ ਸਾਨੂੰ ਡਿਸਪੈਚ। ਫਾਇਦਾ ਕੀ ਹੋਊ? ਉਹ ਕਹਿੰਦੇ ਫਾਇਦਾ ਇਹ ਹੋਊ ਜਿੰਨੇ ਸਾਡੇ ਕੋਲ ਵੱਧ ਟ੍ਰਿਪ ਹੋਣਗੇ, ਊਬਰ ਕੋਲ ਕਦੇ ਚੱਕ ਨਹੀਂ ਹੁੰਦੇ, ਉਸ ਤੁਹਾਡੀ ਕੰਪਨੀ ਨੂੰ ਡਿਸਪੈਚ ਕਰਾਂਗੇ ਅਸੀਂ। ਬਘਿਆੜ ਦੇ ਕੋਲੋਂ ਲੇਲਾ ਕਹਿੰਦਾ ਮੈਂ ਤੇਰੇ ਕੋਲੋਂ ਬੋਟੀ ਧੂਖੇ ਲੈ ਜੂ। ਜਿਹਨੇ ਇੱਕ ਇੰਡਸਟਰੀ ਬਿਨਾਂ ਲਾਇਸੈਂਸ ਪਲੇਟ ਤੋਂ, ਬਿਨਾਂ ਟੈਕਸੀ ਤੋਂ, ਦੁਨੀਆ ਦੀ ਸਭ ਤੋਂ ਵੱਡੀ ਟੈਕਸੀ ਇੰਡਸਟਰੀ ਬਣ ਕੇ ਦੁਨੀਆ ਦੀ ਉਹ ਸਦੀਆਂ ਤੋਂ ਸੇਵਾ ਕਰਦੇ, ਲੋਕਲ ਵਿਸਿਨਟੀ ਦੇ ਵਿੱਚ, ਲੋਕਲ ਭਾਈਚਾਰੇ 'ਚ ਕੰਮ ਕਰਦੇ, ਇਕੱਲੇ ਜਵਾਕਾਂ ਨੂੰ ਜਾਣਦੇ, ਬੱਚਿਆਂ ਨੂੰ ਜਾਣਦੇ, ਮਾਪਿਆਂ ਨੂੰ ਜਾਣਦੇ, ਵਿਸ਼ਵਾਸ ਪਾਤਰ, ਜਿਨ੍ਹਾਂ ਦਾ ਕ੍ਰਿਮੀਨਲ ਚੈੱਕ ਹੁੰਦਾ, ਜਿਨ੍ਹਾਂ ਦਾ ਫੋਟੋ ਲੱਗੀ ਆ, ਜਿਨ੍ਹਾਂ ਦੇ ਕੈਮਰੇ ਰਿਕਾਰਡ ਕਰਦੇ ਨੇ, ਜਿਨ੍ਹਾਂ ਨੂੰ ਸ਼ੌਫਰ ਪੁਲਿਸ ਦਿੰਦੀ ਹੈ, ਜਿਹੜਾ ਦਿਨ ਰਾਤ ਸ਼ਰਾਬੀਆਂ ਨੂੰ, ਡਰੱਗੀਆਂ ਨੂੰ ਅਤੇ ਪੈਸੇ ਲੈ ਕੇ ਉਹ ਭੱਜਦੇ ਨੇ। ਕਈ ਵਾਰ ਉਹ ਚਾਕੂ ਗਰਦਨ 'ਤੇ ਰੱਖਦੇ ਨੇ, ਬੰਦਿਆਂ ਦੇ ਸੱਟਾਂ ਲੱਗੀਆਂ ਨੇ, ਉਹਨਾਂ ਦੇ ਕੋਲੋਂ ਸਾਰਾ ਰੁਜ਼ਗਾਰ ਖੋਹ ਲਿਆ। ਉਹ ਜਿਹੜਾ ਹੁਣ ਅੱਗੇ
ਹੁਣ ਕੀ ਕਹਿ ਰਹੇ ਨੇ ਉਹ, ਅਖੇ ਜੀ ਊਬਰ ਨੇ ਹੁਣ ਕੀ ਕੀਤਾ, ਇੱਕ ਨਵੀਂ ਚਾਲ, ਕਿਉਂਕਿ ਊਬਰ ਦਾ ਬਿਜ਼ਨਸ ਜਿਹੜਾ ਹੈ ਉਹ ਓਨਾ ਨਹੀਂ ਜਿੰਨਾ ਲੋਕ ਸੋਚਦੇ ਸੀ। ਮਸਲਨ ਵੈਨਕੂਵਰ ਏਅਰਪੋਰਟ 'ਤੇ ਉੱਥੋਂ ਜਿਹੜਾ ਡਰਾਈਵ ਉਤਰਦਾ ਹੈ ਉਹ ਕਿੱਥੇ ਊਬਰ ਬੁੱਕ ਕਰੂਗਾ? ਉੱਥੇ ਲਾਈਨਾਂ 'ਚ ਟੈਕਸੀਆਂ ਲੱਗੀਆਂ ਨੇ, ਉਹ ਆਉਂਦਾ ਠਾਹ ਦੇ ਕੇ ਗੱਡੀ 'ਚ ਬਹਿੰਦਾ, $35-40 ਫਲੈਟ ਰੇਟ ਦੇ ਵਿੱਚ ਉਹ ਡਾਊਨਟਾਊਨ ਚਲੇ ਜਾਂਦਾ। ਊਬਰ ਕਈ ਵਾਰ ਮਹਿੰਗੀ ਹੋ ਜਾਂਦੀ ਹੈ, $50-60 ਤੱਕ ਹੋ ਜਾਏਗੀ। ਊਬਰ ਵਾਲੇ ਹੁਣ ਟੈਕਸੀ ਕੰਪਨੀਆਂ ਨੂੰ ਡਿਸਪੈਚ ਦੇ ਰਹੇ ਨੇ, ਔਰ ਟੈਕਸੀ ਕੰਪਨੀਆਂ ਦੀ ਮਾੜੀ ਕਿਸਮਤ ਜਿਹਨੇ ਉਹਨਾਂ ਨੂੰ ਸਾਰਾ ਕੁਛ ਉਜਾੜਿਆ, ਉਹਨਾਂ ਨੂੰ ਉਹ ਬਿਜ਼ਨਸ ਦੇ ਰਹੇ ਨੇ। ਉਸ ਅਖੇ ਜੀ ਤੁਹਾਨੂੰ ਊਬਰ ਵੱਲੋਂ ਜਿਹੜਾ ਵੱਧ ਟ੍ਰਿਪ ਸਾਤੋਂ ਨਹੀਂ ਚੱਕੋਏ, ਤੁਹਾਡੀ ਕੰਪਨੀ ਨੂੰ ਦੇਵਾਂਗੇ। ਕਿਹੜੀ ਕੰਪਨੀ ਨੂੰ ਦੇ ਦੋਗੇ ਤੁਸੀਂ? ਊਬਰ ਦੇ ਡਰਾਈਵਰਾਂ ਦੀ ਕਮੀ ਆ, ਊਬਰ ਕਿੰਨੀ ਫਿਰਦੀ ਹੈ। ਹਾਂ, ਇਹ ਜ਼ਰੂਰ ਹੋਊ ਬਈ ਤੁਹਾਡੀ ਡਿਸਪੈਚ ਦੇ ਥੱਲੇ ਤੁਹਾਡੀ ਕੰਪਨੀ ਨੂੰ ਆਏ ਹੋਏ ਟ੍ਰਿਪ, ਉਹਦਾ ਸਾਰਾ ਡਾਟਾ ਚੱਕ ਕੇ ਉਹ ਨਾ ਤੁਹਾਡੇ ਟ੍ਰਿਪ ਲੈ ਜਾਣ ਚੱਕ ਕੇ, ਅਤੇ ਕੱਲ੍ਹ ਨੂੰ ਉਹਨਾਂ ਦੇ ਸਿੱਧੇ ਐਡਰੈਸਾਂ 'ਤੇ ਭੇਜਣ ਉਹ ਕੂਪਨ ਆਪਣੀ ਊਬਰ ਵੱਲੋਂ ਵੀ ਆ ਲਓ, ਨੈਕਸਟ ਟਾਈਮ ਊਬਰ ਬੁੱਕ ਕਰਿਓ 30% ਆਫ। ਬੈਠੇ ਡੀਕੀ ਚੱਲੇ ਹੋ। ਛੋਟੇ ਨਹੀਂ ਉਹਨਾਂ ਨੇ ਜਿਹੜੇ ਲੌਂਗ ਟ੍ਰਿਪ ਨੇ $100 ਦੇ, ਫਿਕਸ ਟ੍ਰਿਪ ਨੇ। ਵੀ ਮੰਡੇ ਸਵੇਰੇ ਜਦ ਨਾਰਥ ਵੈਨ, ਵੈਸਟ ਵੈਨ, ਨਾਰਥ ਸ਼ੋਰ ਟੈਕਸੀ 'ਚ ਮੈਂ 5-4 ਸਾਲ ਕੰਮ ਕੀਤਾ, ਉੱਥੇ ਫਿਕਸ ਸੀ ਮੰਡੇ। ਸਾਨੂੰ ਸਾਰੇ ਬੰਦਿਆਂ ਨੂੰ, ਸਾਰੇ ਡਰਾਈਵਰਾਂ ਨੂੰ ਪਤਾ ਸੀ ਵੀ ਇਸ ਏਰੀਏ 'ਚੋਂ ਆਹ ਬੰਦਾ ਸਵੇਰੇ ਸੋਮਵਾਰ ਨੂੰ ਏਅਰਪੋਰਟ ਨੂੰ ਜਾਂਦਾ, ਉਹਦੇ ਕੰਮ ਹੁੰਦੇ ਸੀ। ਉਹ ਸਾਰੇ ਬੈਠੇ ਹੁੰਦੇ ਉੱਥੇ। ਇੱਕ ਸਵੇਰ ਨੂੰ 7 ਵਜੇ ਨੂੰ ਤੁਸੀਂ ਏਅਰਪੋਰਟ ਜਾਏ, $50-60 ਜੇਬ 'ਚ ਪਾ ਲਏ, ਤੁਸੀਂ ਤਾਂ ਬੈਠੇ ਹੋ ਆਰਾਮ ਨਾਲ। ਸੋ ਇਹ ਜਿਹੜਾ ਇੱਕ ਨਵਾਂ ਕੰਮ ਚੱਲਿਆ, ਇਹ ਸਭ ਟੈਕਨੋਲੋਜੀ ਦਾ ਚੱਕਰ ਹੈ, ਜਿਹਦੇ ਵਿੱਚ ਇਹ ਚੱਕਰ ਪੈ ਰਿਹਾ। ਇਸ ਚੱਕਰ ਦੇ ਵਿੱਚ ਤੁਸੀਂ ਟੈਕਸੀ ਇੰਡਸਟਰੀ ਆਪਣੀ ਰਹਿੰਦੀ ਖੂੰਹਦੀ ਜਿਹੜੀ ਹੈ, ਜਿੱਥੇ ਹੁਣ ਸਰਵਾਈਵ ਵਧੀਆ ਪੈਸੇ ਬਣਦੇ ਨੇ, ਹਲੇ ਵੀ ਵਧੀਆ ਕੰਪਨੀ 'ਚ ਮੁੰਡੇ $200-250 ਦਿਹਾੜੀ ਦਾ ਬਣਾਉਂਦੇ ਨੇ, ਬਹੁਤ ਹੈਂਡੀ ਡਾਟ ਦੇ ਵਧੀਆ ਟ੍ਰਿਪ ਨੇ, ਅਤੇ ਖੁਸ਼ੀ ਹੈ ਇਸ ਗੱਲ ਦੀ ਵੀ ਸਾਡੀ ਇਸ ਇੰਡਸਟਰੀ ਦੇ ਪੈਰ ਲੱਗੇ ਹੋਏ ਨੇ। ਉਹਨਾਂ ਨੂੰ ਤਾਂ ਤੁਸੀਂ ਰੋਕ ਨਹੀਂ ਸਕਦੇ। ਉਹ $1 ਬਿਲੀਅਨ ਦੀ ਇੰਡਸਟਰੀ ਆ, ਉਹ ਤਾਂ ਵੱਡੇ ਵੱਡੇ ਤਾਨਾਸ਼ਾਹ ਧਨਾਡਾ ਨੂੰ ਅਤੇ ਉਹਨਾਂ ਦੇ ਲੌਬੀਇਸਟ ਜਾ ਕੇ ਲੱਕ ਨੂੰ ਪਾ ਲੈਂਦੇ ਨੇ ਘੇਰਾ, ਅਗਲੇ ਦੇ ਉਹ ਪਾਸ ਕਰਾ ਲੈਂਦੇ ਨੇ। ਉਹ ਇੱਥੇ ਕੰਪਨੀਆਂ ਦੀ ਮੈਂ ਬੋਰਡ ਦੇ ਵਿੱਚ ਬੈਠੇ ਬੰਦੇ 5-4 ਉਹਨਾਂ ਨਾਲ ਬਹਿ ਕੇ ਕੋਈ ਗੱਲਬਾਤ ਕਰ ਲਈ, ਅਤੇ ਉਹਨਾਂ 5-4 ਬੰਦਿਆਂ ਦੇ ਕਹਿਣ 'ਤੇ ਉਹ ਕਹਿੰਦਾ ਨਾ ਨਾ ਅਸੀਂ ਤਾਂ ਊਬਰ ਨੂੰ ਡਿਸਪੈਚ ਦੇਣੀ ਆ। ਤੁਸੀਂ ਸਾਰਾ ਕੁਛ ਚੱਕ ਕੇ ਉਜਾੜ ਕੇ ਉਹਨਾਂ ਨੂੰ ਦੇ ਰਹੇ ਹੋ। ਟੈਕਨੋਲੋਜੀ ਦੀ ਉਹ ਗੱਲ ਮੈਂ ਉੱਥੇ ਹੀ ਫੇਰ ਆਵਾਂ ਵੀ ਕੀ ਹੋ ਸਕਦਾ। ਉਹ ਟੇਕ ਓਵਰ ਕਰ ਜਾਣਗੇ ਤੁਹਾਡਾ ਸਾਰਾ, ਵਧੀਆ ਟ੍ਰਿਪ ਲੈ ਜਾਣਗੇ। ਉਹਨਾਂ ਨੂੰ ਕਿਸੇ ਨੂੰ $60 ਕਾਸਟ ਕਰਦੇ ਆ ਤੁਹਾਡੀ ਟੈਕਸੀ ਕੰਪਨੀ, ਉਹ ਭੇਜ ਦੇਣ ਲਿਖ ਕੇ ਵੀ ਸਾਡੀ ਊਬਰ ਨੈਕਸਟ ਟਾਈਮ ਕਰੀ, ਤੈਨੂੰ $50 ਦੇ ਵਿੱਚੋਂ ਪੱਕਾ $10 ਆਫ। ਉਹ ਬੰਦੇ ਨੇ ਹਰ ਇੱਕ ਲਾਲਚੀ, ਉਹਨੇ ਤੁਹਾਡੀ ਕੰਪਨੀ ਨਹੀਂ ਸੱਦਣੀ ਮੁੜ ਕੇ। ਕਿੱਡੀਆਂ ਗਲਤੀਆਂ, ਕਿੱਡੀਆਂ ਬੇਤੁਕੀਆਂ ਗੱਲਾਂ ਨੇ। ਕਦੇ ਤੁਸੀਂ ਡਿਸਪੈਚ ਜਿਹੜਾ ਲੋਕਲ ਤੋਂ ਛੱਡ ਕੇ ਕਿਸੇ ਹੋਰ ਦੇਸ਼ ਭੇਜ ਰਹੇ ਹੋ, ਤੁਸੀਂ ਆਪਣੇ ਸਾਰੇ ਸਿਟੀਜ਼ਨ ਦਾ, ਲੋਕਲ ਸ਼ਹਿਰ ਦੇ ਪਤਵੰਤਿਆਂ ਦਾ ਸਾਰਾ ਕੁਝ ਚੱਕ ਕੇ ਦੇ ਰਹੇ ਹੋ ਬਾਹਰ। ਪਹਿਲਾਂ ਜਦ ਇੰਡਸਟਰੀ ਦੇ ਵਿੱਚ ਜਦੋਂ ਆਉਣ ਲੱਗੇ, ਮਿੰਨਤਾਂ ਕੀਤੀਆਂ ਨੇ, ਕਿੰਨੇ ਸ਼ੋਅ ਕੀਤੇ ਨੇ, ਉਹ ਇਕੱਠੇ ਹੋ ਜਾਓ, ਸੈਂਟਰਲਾਈਜ਼ਡ ਇੱਕ ਐਪ ਬਣਾ ਲਓ। ਕੇਟਰ ਨੇ ਤੁਹਾਡਾ ਕੰਮ ਕਰਨਾ ਸੀ। ਜੇ ਨਾ ਕੇਟਰ ਦਾ ਬਾਹਰ ਰੌਲਾ ਪੈਂਦਾ, ਉਹਨੂੰ ਤੁਸੀਂ ਸਾਰਾ ਕੁਛ ਹੀ ਦੇਣਾ ਸੀ। ਤੁਸੀਂ ਉਹਨੂੰ ਪਰਮਿਟ ਵੀ ਦੇ ਰਹੇ ਸੀ, ਉਹਨੂੰ ਆਪਣਾ ਜਗ੍ਹਾ ਵੀ ਦੇ ਰਹੇ ਸੀ, ਉਹਦੇ ਡਿਸਪੈਚ ਥੱਲੇ ਵੀ ਆਉਣਾ ਸੀ। ਉਹਦਾ ਗੱਲ ਕੀ ਆ, ਮੁੱਕਰ ਗਈ। ਅਤੇ ਇਹਦੇ ਵਿੱਚ ਵੀ ਕਿਹੜੇ ਪੋਲੀਟੀਸ਼ੀਅਨ ਕਿਹਨੇ ਨਾਲ ਮੀਟਿੰਗਾਂ ਕਰ ਰਹੇ ਨੇ, ਉਹ ਗੱਲ ਬਾਹਰ ਆ ਗਈ, ਅਤੇ ਪੋਲੀਟੀਕਲ ਬੰਦਿਆਂ ਨੇ ਡਰਦਿਆਂ ਨੇ ਉਸ ਗੱਲ ਨੂੰ ਕੀਤਾ। ਨਹੀਂ ਤਾਂ ਕੇਟਰ ਨੇ ਮਾਂਜ ਦੇਣੀ ਸੀ BC ਦੀ ਸਾਰੀ ਟੈਕਸੀ ਇੰਡਸਟਰੀ। ਧਨਾੜ ਬੰਦਿਆਂ ਨੇ ਟੈਕਸੀਆਂ ਪਾ ਲਈਆਂ, ਅਤੇ ਟੈਕਸੀਆਂ ਦੇ ਲੋਨ ਹੋ ਗਏ, ਉਹਨਾਂ ਨੇ ਚੱਕ ਲੈਣਾ ਸਾਰਾ ਕੰਮ। ਇਵੈਂਚੁਅਲੀ ਉਹਨਾਂ ਦਾ ਡਿਸਪੈਚ ਥੱਲੇ ਤੁਹਾਡਾ ਕੰਮ ਆ ਜਾਣਾ ਸੀ। ਮਤਲਬ ਮੇਰੇ ਕਹਿਣ ਦਾ ਇਹ ਹੈ ਬਈ ਬਹੁਤ ਵੱਡੀ ਇੱਕ ਚੇਂਜ ਹੈ, ਇੱਕ ਸ਼ਿਫਟ ਹੈ। ਇਹ ਜਿਹੜੀ ਟੈਕਨੋਲੋਜੀ ਹੈ, ਇਸ ਨੇ ਤੁਹਾਡੀ ਰੋਟੀ ਰੋਜੀ ਜਿਹੜੀ ਸਾਤੋਂ ਲੈ ਜਾਣੀ ਹੈ। ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਉਹ ਹੁਣ ਤੁਹਾਨੂੰ ਪਤਾ ਵੀ ਤੁਹਾਡੇ ਵੀਜ਼ਿਆਂ ਦਾ 70% 60% ਕੰਪਿਊਟਰ ਆ ਜਿਹੜਾ ਫਾਈਨਲ ਕਰਦਾ। ਔਰ ਤੁਸੀਂ ਫਾਰਮਾਂ 'ਤੇ ਡਾਟ ਲਾਉਂਦੇ ਹੋ, ਜਿੱਥੇ ਡਾਟ ਲਾਉਂਦੇ ਹੋ, ਡਾਟਾਂ ਨੂੰ ਕਾਊਂਟ ਕਰਕੇ ਕੰਪਿਊਟਰ ਦੱਸ ਦਿੰਦਾ ਵੀ ਇਹਨੂੰ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ। ਫਿਰ ਹੀ ਚੱਲੋ। ਨੌਕਰੀਆਂ, ਬੈਂਕਾਂ, ਤੁਹਾਨੂੰ ਹਰ ਬੈਂਕ ਜਾਣ ਕੇ 30 ਮਿੰਟ 25 ਮਿੰਟ ਲਾਈਨ 'ਚ ਖੜਾਉਂਦੇ ਆ, ਖੜ੍ਹੇ ਰਹੋ। ਮੂਹਰੇ 6 ਜਿਹੜੀਆਂ ਨੇ ਟੈਲਰ ਨੇ, ਜਿਹੜੇ
ਉਹਨਾਂ ਦੀਆਂ 6 ਬੈਂਕ ਪ੍ਰੋਫੈਸ਼ਨਲ ਦੀਆਂ ਵਿੰਡੋਜ਼ ਨੇ, ਉਹ 'ਚ 2 ਬੰਦੇ ਬੈਠੇ ਨੇ, ਕੋਈ ਇੱਧਰ ਨੂੰ ਲੰਘ ਜਾਂਦਾ, ਕੋਈ ਇੱਧਰ ਨੂੰ, ਖੜੇ ਰਹੋ। ਇਵੈਂਚੁਅਲੀ ਉਹ ਤੁਹਾਨੂੰ ਕਹਿੰਦੇ ਨੇ ਵੀ ਆਨਲਾਈਨ ਬੈਂਕਿੰਗ ਕਰੋ ਭਾਈ। ਉਹ ਕਹਿੰਦਾ ਮੈਂ ਚੈੱਕ ਜਮ੍ਹਾਂ ਕਰਾਂਗਾ, ਚੈੱਕ ਦੀ ਵੀ ਫੋਟੋ ਭੇਜ, ਯੂ ਡੋਂਟ ਹੈਵ ਟੂ ਕਮ ਹੀਅਰ। ਮਤਲਬ ਬਈ ਜਿਹੜੀ ਕੁਆਟਰ ਦਾ 300 400 500 ਮਿਲੀਅਨ ਉਹਨਾਂ ਨੂੰ ਪ੍ਰੋਫਿਟ ਹੁੰਦਾ, ਉਹ $1 ਬਿਲੀਅਨ ਹੋਣ ਲੱਗ ਜਾਵੇ, ਤੁਸੀਂ ਨਾ ਆਓ, ਬੰਦੇ ਅਸੀਂ ਕੰਮਾਂ ਤੋਂ ਕੱਢ ਕੇ ਘਰੇ ਬਿਠਾਈਏ, ਬਸ ਸਾਡੇ ਕੋਲ ਨਹੀਂ ਆਉਣਾ, ਤੁਸੀਂ ਲੋਨ ਲੈਣ ਆਉਣਾ, ਜਿੱਦਣ ਗੂਠਾ ਲਾਉਣ ਉਦਣ ਆਓ, ਆਨਲਾਈਨ ਬੈਂਕਿੰਗ ਕਰੋ ਸਾਰੀ। ਹਰ ਇੱਕ ਨੂੰ ਉਹ ਇਨਕਰੇਜ ਕਰਦੇ। ਆਨਲਾਈਨ ਬੈਂਕਿੰਗ ਨਹੀਂ ਕਰਦਾ ਤੂੰ? ਨੋ, ਆਈਮ ਓਲਡ ਸਕੂਲ ਗਾਈ, ਮੈਂ ਤਾਂ ਇੱਥੇ ਆ ਕੇ ਗੱਲ ਕਰਨੀ ਚਾਹੁੰਦਾ, ਮੈਂ ਮਿਲਣਾ ਚਾਹੁੰਦਾ ਲੋਕਾਂ ਨੂੰ, ਹੈਲੋ ਹਾਈ ਕਰਨੀ ਚਾਹੁੰਦਾ, ਸਾਰਾ ਕੁਛ। ਲੋਕਲ ਇੰਡਸਟਰੀ, ਰੈਸਟੋਰੈਂਟ ਇੰਡਸਟਰੀ ਦਾ ਦੇਖੋ ਤੁਸੀਂ, ਵੇਟਰਸ ਅਤੇ ਉਹਨਾਂ ਦਾ ਈਟ ਐਂਡ ਡਾਈਨ ਐਂਡ ਸਭ ਚੱਕ ਤਾਂ ਲੈ ਗਏ ਉਹ, ਚੱਕ ਕੇ ਉਬਰ ਈਟ ਐਨ ਫਿਨਿਸ਼ ਹੋ ਕੇ ਘਰੇ ਚੀਜ਼ ਆ ਰਹੀ ਹੈ ਐਨ ਪੂਰੀ ਫਿਕਸ। ਅਤੇ ਲੋਕਲ ਦੁਕਾਨਾਂ ਸਾਡੀਆਂ, ਲੋਕਲ ਸਟੋਰ ਸਾਡੇ ਖਤਮ ਹੋ ਗਏ, ਬਣੇ ਬਣਾਏ ਪਾਰਸਲ ਆ ਰਹੇ ਨੇ ਕੱਪੜਿਆਂ ਦੇ, ਐਮਾਜ਼ੋਨ ਕਹਿੰਦਾ ਲਓ, ਨਹੀਂ ਫਿੱਟ ਆਏ ਵਾਪਸ ਭੇਜੋ, ਫ੍ਰੀ ਸ਼ਿਪਿੰਗ ਵਾਪਸ ਨੂੰ। ਕਿੱਥੇ ਨੂੰ ਚੱਲਾਂਗੇ, ਕਿਵੇਂ ਸਰਵਾਈਵ ਕਰਾਂਗੇ? ਇਹ ਟੈਕਨੋਲੋਜੀ ਸਾਡੇ ਨਾਲ ਫਰਾਡ, ਸਾਡੇ ਕੰਮਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ? 604 204 0600 ਲਾਈਨ ਨੰਬਰ 1 ਟੈਕਸੀ ਇੰਡਸਟਰੀ ਤੋਂ ਕੋਈ ਬੋਲ ਰਹੇ ਨੇ ਜੀ, ਗੁਪਤ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਗੁਪਤ ਤਾਂ ਬੋਲ ਰਹੇ ਬਿਕੋਜ਼ ਪ੍ਰੋਬਲਮ ਆ ਜਾਣੀ ਹੈਗੀ ਹੈ। ਤਾਂ ਕੋਈ ਨਾ ਦੱਸੋ ਜੀ, ਦੱਸੋ। ਪ੍ਰੋਬਲਮ ਹੈ ਕਿ ਜਿੱਥੇ ਮੈਂ ਕੰਮ ਕਰਦਾ ਉੱਥੇ ਤਾਂ ਇਹੀ ਹਾਲਾਤ ਚੱਲ ਰਹੇ ਨੇ। ਜੇ ਬੋਲਦੇ ਆ ਤੇ ਕਹਿੰਦੇ ਤੈਨੂੰ ਕੰਪਨੀ ਕੱਢਾਂਗੇ, ਰਾਈਟ। ਆਹੀ ਉੱਪਰ ਦੇ ਨਾਲ ਹੇਰਾ ਫੇਰੀਆਂ ਚੱਲ ਰਹੀਆਂ ਨੇ ਤੇ ਕੰਮ ਕੰਪਨੀ ਦਾ ਪੱਠਾ ਬੈਠਾ ਹੋਇਆ, ਤੇ ਹੋਪਫੁਲੀ ਸਮਥਿੰਗ ਸੂਨ ਵਿਲ ਹੈਪਨ ਗੁੱਡ। ਇਕੱਠੇ ਹੋਣ ਦੀ ਲੋੜ ਹੈਗੀ ਆ, ਸਾਰੀ ਕੰਪਨੀਆਂ ਨਹੀਂ, ਇੱਕ ਕੰਪਨੀ ਹੈਗੀ ਆ। ਕੀ ਹੋ ਰਿਹਾ ਜੀ ਇੰਡਸਟਰੀ 'ਚ? ਆਈ ਉਬਰ ਦੇ ਨਾਲ ਗੱਲਬਾਤ ਚੱਲ ਰਹੀ ਹੈ, ਅੰਡਰ ਦਾ ਟੇਬਲ ਪੈਸੇ ਲਓ, ਪੈਸੇ ਦਿੰਦੇ ਆ ਜੀ ਉਹ। ਤੁਸੀਂ ਮੈਨੂੰ ਇਹ ਦੱਸੋ, ਜਿਹੜੀ ਕੰਪਨੀ ਨੇ, ਜਿਹੜੀ ਇੱਕ ਕੰਪਨੀ ਨੇ 60% ਤੁਹਾਡਾ ਬਿਜ਼ਨਸ ਖੋਹ ਲਿਆ, ਰਹਿੰਦਾ ਖੂੰਹਦਾ ਤੁਸੀਂ ਉਹਨੂੰ ਡਿਸਪੈਚ ਦੇ ਰਹੇ ਹੋ, ਕਿਵੇਂ ਸਰਵਾਈਵ ਕਰੋਗੇ? ਤੁਸੀਂ ਆਪ ਹੀ ਦੱਸਿਆ ਕਿ ਜਦੋਂ ਡਿਸਪੈਚ ਚਲੇ ਗਈ ਤੇ ਫਿਰ ਬਸ ਦੈਟਸ ਇਟ। ਉਹ ਕਸਟਮਰ ਕੋ ਇੱਕ ਵਾਰੀ ਲੈਣੀ ਹੈ ਉਹਨੇ ਟੈਕਸੀ, ਦੈਟਸ ਇਟ। ਉਸ ਤੋਂ ਬਾਅਦ ਤਾਂ ਲੈਣੀ ਨਹੀਂ। ਉਹਨਾਂ ਨੇ ਕਹਿਣਾ ਵੀ ਸਾਡੇ ਕੋਲ ਉਹ ਸਭ ਕੁਝ ਦੇ ਰਹੇ ਉਹਨਾਂ ਨੂੰ, ਉਹ ਇਨਫੋਰਮੇਸ਼ਨ ਸਾਰਾ ਕੁਝ ਡਾਟਾ ਲੈ ਜਾਣਾ ਉਹਨਾਂ ਨੇ, ਤੇ ਉਹਨਾਂ ਨੇ ਸਾਡੇ ਕੋਲ ਤਾਂ ਆਉਣਾ ਨਹੀਂ ਮੁੜ ਕੇ। ਤੇ ਇਹਦੀ ਲੋੜ ਕਿਉਂ ਪੈ ਰਹੀ ਹੈ? ਮੈਨੇਜਮੈਂਟ ਇਸ ਨੂੰ ਡਿਸਾਈਡ ਕਿਉਂ ਕਰ ਰਹੀ ਹੈ ਜੀ ਇਸ ਤਰ੍ਹਾਂ? ਆਪਣੇ ਨਾਲ ਚਾਹੀਏ ਹੁਣ 50-55 ਸਾਲ ਦੇ ਹੋਏ ਹੋ, ਸਾਡੇ ਵਰਗੇ ਕੋਈ ਬੰਦਾ ਜਿਹੜਾ ਕੋਈ ਆਊਗਾ ਨਵਾਂ, ਤੇ ਉਹਨਾਂ ਨੇ ਆਪਣਾ ਸੋਚਣਾ ਜੀ ਅਸੀਂ ਕੀ ਲੈਣਾ, ਅਸੀਂ ਤਾਂ ਬਣਾ ਲਏ 2-3 ਘਰ, ਹੁਣ ਅਸੀਂ ਕੀ ਲੈਣਾ ਜੀ, ਠੱਠੇ ਖੂਹ ਨੂੰ ਜਾਵੇ। ਟੈਕਸੀ ਇੰਡਸਟਰੀ ਇਸ ਆਪਣਾ ਹੁਣ ਸੈੱਟ ਆ ਜੀ, ਓਕੇ ਆ, ਪੈਸੇ ਲਓ, ਤੁਰਦੇ ਬਣੋ, ਕੋਈ ਗੱਲ ਨਹੀਂ, ਠੀਕ ਹੈ। ਪਹਿਲਾਂ ਜਿਹੜੀ ਡਿਸਪੈਚ ਵੀ ਆਊਟ ਆਫ ਕੰਟਰੀ ਗਈ ਆ, ਉਹ ਕਿਹੜਾ ਸੇਫ ਆ ਜੀ? ਉਹ ਵੀ ਡੇਂਜਰਸ ਆ। ਉਹ ਤਾਂ ਹੈਗੀ ਆ ਜੀ, ਬਟ ਆਹ ਜਿਹੜਾ ਚੱਲ ਰਿਹਾ ਨਾ ਸਿਸਟਮ, ਇਹ ਬੰਦੇ ਬੜੇ ਮਤਲਬ ਹੀ, ਜੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਕਿੰਨੀ ਲੜਾਈ ਕੀਤੀ, ਰਾਈਟ, ਉਬਰ ਦੇ ਨਾਲ, ਤੇ ਉਬਰ ਦੇ ਨਾਲ ਹੱਥ ਮਿਲਾਉਣ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ, ਰਾਈਟ। ਬਹੁਤ ਵੱਡਾ ਇਹਦੇ ਤੇ ਫਾਈਟ ਹੋਈ ਹੈ ਇਸ ਇੰਡਸਟਰੀ ਲਈ, ਤੇ ਹੁਣ ਤੁਸੀਂ ਉਸੇ ਉਬਰ ਜਿਹਦੇ ਨਾਲ ਤੁਸੀਂ ਲੜੇ, ਜਿਹਦੇ ਨਾਲ ਕੇਸ ਚੱਲੇ, ਉਹ ਉਬਰ ਜਦ ਦਿਖਾਓਗੇ ਵੀ ਆ ਫਲਾਂ ਕੰਪਨੀ ਨੇ ਸਾਨੂੰ ਡਿਸਪੈਚ ਵੀ ਦੇਤੀ, ਆਉਣ ਵਾਲੇ ਸਮੇਂ 'ਚ ਕੋਈ ਵੱਡਾ ਜਾਇੰਟ ਆ ਕੇ, ਇਨਫੋਰਮੇਸ਼ਨ ਟੈਕਨੋਲੋਜੀ ਦਾ ਆ ਕੇ ਤੇ ਆਨਲਾਈਨ ਵਾਲਾ ਆ ਕੇ ਕਿਸੇ ਇੰਡਸਟਰੀ ਨੂੰ ਖਤਮ ਕਰਨਾ ਚਾਹੇ, ਉਹ ਪ੍ਰੈਸੀਡੈਂਟ ਰੱਖਣਗੇ ਮੂਹਰੇ, ਕਹਿਣਾ ਆ ਦੇਖੋ ਇਸ ਤਰ੍ਹਾਂ ਉਬਰ ਬਹੁਤ ਵਧੀਆ ਹੈ, ਤੇ ਆ ਦੇਖੋ ਜਿਹੜੀ ਕੰਪਨੀਆਂ ਲੜਦੀਆਂ ਸੀ ਉਹਨਾਂ ਨੇ ਸਾਨੂੰ ਡਿਸਪੈਚ ਦਿੱਤਾ। ਸੋ ਇਸ ਦਾ ਖਿਆਲ ਰੱਖਣ ਦੀ ਲੋੜ ਹੈ ਜੀ, ਬਈ ਇਹ ਜਿਹੜੀ ਟੈਕਨੋਲੋਜੀਆਂ ਨਵੀਆਂ ਆ ਰਹੀਆਂ ਨੇ ਉਹ ਤੁਹਾਨੂੰ ਪ੍ਰਭਾਵਿਤ ਨਾ ਕਰਨ। ਤੁਸੀਂ ਕਿਸੇ ਕੰਪਨੀ ਦੇ ਬੋਰਡ ਆਫ ਡਾਇਰੈਕਟਰ 'ਤੇ ਬੈਠੇ ਹੋ, ਤੁਹਾਡੇ ਸਾਹਮਣੇ 70, 80, 100 ਟੈਕਸੀਆਂ ਦੀ ਰੋਜੀ ਰੋਟੀ ਤੁਹਾਡੇ ਰਾਹੀਂ ਆ। ਉਬਰ ਦੇ ਝਟਕੇ ਤੋਂ ਬਾਅਦ ਕੱਲ੍ਹ ਮੈਂ ਫੋਨ ਕੀਤੇ, ਅਲੱਗ-ਅਲੱਗ ਟੈਕਸੀ ਕੰਪਨੀ 'ਚ ਦੋਸਤ ਕੰਮ ਕਰਦੇ ਨੇ, ਐਵਰੇਜ $300 ਫਿਰ ਬਣਨ ਲੱਗ ਗਿਆ 10 ਘੰਟਿਆਂ 'ਚ, 11 ਘੰਟਿਆਂ 'ਚ। ਬਹੁਤ ਪੈਸਾ $300 ਟੈਕਸੀ ਇੰਡਸਟਰੀ ਦੇ ਵਿੱਚ। ਏਅਰਪੋਰਟ 'ਤੇ ਇੰਨੀ ਵਧੀਆ ਕੰਮ ਚੱਲ ਰਿਹਾ, ਉਹ ਫ੍ਰੀ ਕਰ ਰਹੇ ਨੇ, ਮਤਲਬ ਟੈਕਸੀ ਦੀ ਪਲੇਟ ਏਅਰਪੋਰਟ ਦੀ ਹੋਵੇ ਨਾ ਹੋਵੇ, ਬੰਦੇ ਨਹੀਂ ਚੱਕ ਰਹੇ ਉਹਨਾਂ ਤੋਂ।
ਤੇ ਉਬਰ ਦਾ ਕੰਮ ਬਹੁਤ ਉੱਥੇ ਘਟ ਰਿਹਾ ਹੈ। ਸਿੱਧਾ ਆਉਂਦਾ ਹੈ ਬੰਦਾ, ਨਿਕਲ ਕੇ ਆ ਕੇ ਟੈਕਸੀ ਲਾਈਨ 'ਚ ਖੜੇ ਹੋ 'ਚ ਬਹਿ ਜਾਂਦਾ। ਸਾਡੀ ਇੰਡਸਟਰੀ ਹੈ ਇਹ, ਸਾਡੀ ਨੇਬਰਹੁੱਡ ਹੈ ਇਹ, ਸਾਡਾ ਇੱਕ ਸ਼ਹਿਰ ਦੇ ਵਿੱਚ ਕਮਾਏ ਹੋਏ ਪੈਸੇ ਉਹ ਟੈਕਸਸ ਦੇ ਵਿੱਚ, ਉਹ ਸ਼ੋਫਰ ਦੇ ਖਰਚੇ, ਉਸ ਮੈਨੇਜਮੈਂਟ ਦੇ ਖਰਚੇ, ਉਹ ਰਿਪੇਅਰ ਦੇ ਖਰਚੇ, ਬਹੁਤ ਕੁਝ ਆ ਜਿਹਦਾ ਆਲੇ ਦੁਆਲੇ ਟੈਕਸੀ ਦਾ ਚੱਲਦਾ। ਸੈਨ ਫਰਾਂਸਿਸਕੋ 'ਚ ਬੈਠੇ 3 ਬੰਦਿਆਂ ਨੇ ਇੱਕ ਐਪ ਕੱਢ ਲਿਆ, ਐਪ ਦੇ ਨਾਲ ਉਹ ਦੁਨੀਆ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਬਣ ਗਈ ਬਿਨਾਂ ਇੱਕ ਲਾਇਸੈਂਸ ਪਲੇਟ ਤੋਂ। ਮਿਲੀਅਨ ਡਾਲਰ ਦੇ ਸ਼ੋਫਰ ਜਿਹੜੇ ਨੇ, ਜਿਹਦੇ 2 ਟੈਕਸੀਆਂ ਸੀ ਮੰਨ ਲਓ ਏਅਰਪੋਰਟ ਦੀਆਂ, ਟੋਰਾਂਟੋ ਦੀਆਂ, ਜਿਹੜੀ 8-8 ਲੱਖ ਦੀ ਵਿਕਦੀ ਸੀ, ਉਹ 80,000 ਦੀ ਵੀ ਨਹੀਂ ਵਿਕਦੀ। ਗਿਆ ਸਾਰਾ ਕੁਝ, ਜ਼ਿੰਦਗੀ ਦੀ ਕਮਾਈ ਗਈ ਜਿਹਦੇ ਸਿਰ 'ਤੇ ਉਹ ਬੈਠੇ ਸੀ। ਕੋਈ ਕੰਪਨੀ, ਕੋਈ ਟੈਕਸੀ ਲੀਜ਼ ਨਹੀਂ ਹੋ ਰਹੀ, ਡਰਾਈਵਰ ਹੈ ਨਹੀਂ। ਫਿਰ ਵੀ ਅਸੀਂ ਉਸ ਵੱਡੇ ਬੰਦੇ ਦੇ ਸਾਹਮਣੇ ਕਹਿੰਦੇ ਹਾਂ ਵੀ ਤੈਨੂੰ ਅਸੀਂ ਕੰਪਨੀ ਦੀ ਡਿਸਪੈਚ ਦਿੰਦੇ ਹਾਂ। ਅਤੇ ਕਿਹਨੇ ਆਈਡੀਆ ਲਿਆਂਦਾ ਇਹ, ਕਿੱਥੋਂ ਗੱਲ ਆਈ ਇਹ, ਇਹਦੇ ਵਿੱਚ ਕਿਹੜਾ ਲਾਲਚ ਹੈ ਵੀ ਜਿਹੜਾ ਤੁਸੀਂ ਲੋਕਲ ਬੰਦੇ 3-4 ਤੁਹਾਡੇ ਲਈ ਕੰਮ ਕਰਦੇ, ਉਹਨਾਂ ਦੀ ਰੋਜੀ ਰੋਟੀ ਖੋਹ ਕੇ ਤੁਸੀਂ ਕਹਿਣਾ ਨਹੀਂ ਜੀ ਅਸੀਂ ਉਬਰ ਨੂੰ ਡਿਸਪੈਚ ਦੇਵਾਂਗੇ। ਇਹ ਟੈਕਨੋਲੋਜੀ ਤਾਂ ਤੁਹਾਨੂੰ ਖਤਮ ਕਰ ਦੂਗੀ ਤੁਹਾਡੀ ਲੋਕਲ ਜਿਹੜੀ ਤੁਹਾਡੀ ਇਕੋਨਮੀ ਆ, ਜਿਹ 'ਚ ਬੰਦੇ ਕੰਮ। ਹੁਣ ਮਤਲਬ ਕਿਸੇ ਡਿਸਪੈਚ ਕੰਪਨੀ ਦੇ ਵਿੱਚ ਟੈਕਸੀ 'ਚ 6 ਬੰਦੇ ਕੰਮ ਕਰਦੇ, 3 ਦਿਨ 3 ਹੱਥ ਨੇ, ਉਹ 6 ਬੰਦੇ ਸ਼ਹਿਰ 'ਚ ਕੰਮ ਕਰਦੇ, ਉਹਨਾਂ ਨੂੰ ਤੁਸੀਂ 50,000 ਡਾਲਰ ਦਿੰਦੇ ਹੋ, 3-4 ਲੱਖ ਡਾਲਰ, ਜਿਹਦੇ ਵਿੱਚੋਂ ਉਹਨਾਂ ਨੇ 20% ਤੁਹਾਡੇ ਦੇਸ਼ ਨੂੰ ਦੇਣਾ, 70-80 ਹਜ਼ਾਰ। ਇਹ ਬੈਠੇ ਨੇ ਤੁਹਾਡੇ USA 'ਤੇ, ਉਹਨੂੰ ਭੇਜੀ ਚਲੋ ਸਾਰਾ ਕੁਛ, ਉਹ ਲੈ ਜਾਣਗੇ ਕੱਢ ਕੇ ਤੁਹਾਡਾ ਸਾਰਾ ਕੁਛ। ਕਿਸ ਤਰ੍ਹਾਂ ਤੁਸੀਂ ਜਸਟੀਫਿਕੇਸ਼ਨ ਇਸ ਚੀਜ਼ਾਂ ਦੀਆਂ ਕਰਦੇ ਹੋ? ਇਹ ਟੈਕਨੋਲੋਜੀ ਤੁਹਾਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਇਸੇ ਤਰ੍ਹਾਂ ਹੀ ਅਕਾਊਂਟਿੰਗ ਫਰਮਸ ਨੇ। ਹੁਣ ਵੱਡੇ ਇੱਕ ਰੈਸਟੋਰੈਂਟ ਦੀ ਚੇਨ ਹੈ, ਉਹਦੀ ਸਾਰੀ ਅਕਾਊਂਟਿੰਗ ਆ ਜਿਹੜੀ ਉਹ ਆਪਣੇ ਚੰਡੀਗੜ੍ਹੋਂ ਹੋ ਰਹੀ ਹੈ। ਚਲੋ ਖਤਮ ਕਹਾਣੀ, ਬੈਠੇ ਰਹੋ ਇੱਥੇ। ਇਸ ਤਰ੍ਹਾਂ ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਨਾਂ ਨੇ ਅਕਾਊਂਟਿੰਗ ਫਰਮਸ, ਜਿਹੜੀਆਂ ਬਿਲੀਅਨਸ ਆਫ ਡਾਲਰ ਕਮਾਉਣ ਵਾਲੀਆਂ ਵੱਡੀਆਂ ਕੰਪਨੀਆਂ ਦੀ ਕਰਦੇ, ਉਹ ਸਾਰਾ ਕੰਮ ਭੇਜ ਰਹੇ ਨੇ ਠੇਕੇ 'ਤੇ ਇੰਡੀਆ 'ਚ। ਇਹ ਟੈਕਨੋਲੋਜੀ ਨੇ ਆਉਣਾ, ਪਰ ਟੈਕਨੋਲੋਜੀ ਦਾ ਫਾਇਦਾ ਆਪਣੇ ਦੇਸ਼ 'ਚ ਕਿਵੇਂ ਰੱਖਣਾ, ਇਹ ਬਹੁਤ ਜ਼ਰੂਰੀ ਹੈ। ਹਰਦਿਆਲ ਨਾਗਰਾ ਜੀ। ਗਿਲ ਸਾਹਿਬ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਸਲੀ ਗਿਲ ਸਾਹਿਬ, ਦੁਨੀਆ ਬਦਲ ਰਹੀ ਹੈ, ਸਰਮਾਏਦਾਰਾਂ ਨੇ ਦੁਨੀਆ ਇੱਕ ਪਿੰਡ ਬਣਾ ਕੇ ਰੱਖਤਾ। ਕੰਮ ਇੱਥੇ ਹੁੰਦਾ, ਇੱਥੇ ਆਪਣਾ ਪੇਪਰ ਬਣਦੇ ਚੰਡੀਗੜ੍ਹ, ਕਿਉਂ ਤੁਸੀਂ ਦੱਸੋ? ਆਪਣਾ ਕੰਮ ਆਪ ਨਹੀਂ ਕਰ ਸਕਦੇ ਅਸੀਂ। ਬੈਂਕਾਂ, ਮੈਂ ਤੁਹਾਡੀ ਗੱਲ ਮੰਨਦਾ, ਬੈਂਕਾਂ ਮੈਂ ਜਾਂਦਾ ਹੁੰਦਾ, ਉਹ ਕਹਿੰਦਾ ਆਨਲਾਈਨ ਕਰੋ, ਆ ਜਾਓ ਨਗਰ ਆ ਜਾਓ, ਅਕਾਊਂਟ ਖੋਲੋ। ਮੈਂ ਨਹੀਂ ਕਰਾਇਆ, ਮੈਂ ਨਹੀਂ ਖੋਲਣਾ। ਮੈਂ ਬੈਂਕ ਮੈਂ ਆਉਂਦਾ ਹੁੰਦਾ, ਮੈਨੂੰ ਰਾਈਟ ਵੇ ਚਾਹੀਦਾ, ਠੱਪਾ ਲਾਇਓ, ਮੈਂ ਕਹਿੰਦੇ ਜਮ੍ਹਾਂ ਕਰਾਏ ਆ। ਇੱਥੇ ਮੇਰਾ ਫੇਰੀ ਆ ਗਿਲ ਸਾਹਿਬ, ਤੁਸੀਂ ਨਾ ਆਨਲਾਈਨ ਕਰਦੇ ਆ, ਇਹ 5 ਦਿਨ ਹਫ਼ਤਾ ਹੋਲਡ ਕਰਦੇ ਥੋੜੀ ਜਗ੍ਹਾ। ਜੇ ਬੌਂਡ ਹੋ ਜਾਵੇ, ਉਹ ਗਈ ਜਿੱਥੇ ਇਹਨਾਂ ਜਿ ਦਿੱਤੀ ਉਹਨੂੰ ਭੇਜ ਦਿੰਦੇ, ਸਾਨੂੰ ਨਹੀਂ ਮਿਲਦੀ ਉਹ ਚੈੱਕ, ਉਹ ਦਿੰਦੇ ਆ ਜਿਹਨੇ ਬਣਾਈ ਹੋਵੇ। ਇਹ ਹੇਰਾ ਫੇਰੀ ਹੈ, ਹੋਰ ਕੁਛ ਨਹੀਂ ਹੈ ਬੈਂਕਾਂ 'ਚ ਵੀ। ਅੱਛਾ, ਫਿਰ ਹੋ ਗੱਲ ਸੁਣਾਵਾਂ ਤੁਹਾਨੂੰ, ਮੇਰੀਆਂ ਚੈੱਕਾਂ ਮੁੱਕ ਗਈਆਂ ਰੋਡ ਬੈਂਕ ਦੀਆਂ, ਮੈਂ ਲੈਣ ਗਿਆ, ਕਹਿੰਦੇ 2 ਹਫ਼ਤੇ ਬਾਅਦ ਆਉਣੀਆਂ। ਉਹ ਪਤਾ ਕਿੰਨੇ ਚੈੱਕ ਕਰਦੇ ਆ? 100 ਉਹ ਦਿੰਦੇ, ਪਹਿਲੇ ਤਾਂ ਗੱਲ ਦਿੰਦੇ 100 ਚੈੱਕ ਦੇਣੀ ਨਹੀਂ। ਮੈਂ ਕਿਹਾ 500 ਚੈੱਕ ਮਿਲ ਚਾਹੀਦੀ ਆ, ਕਦੇ ਇਹ ਨਹੀਂ ਮਿਲਣੀ, 200 ਮਿਲਣੀ ਆ, ਪਰ ਉਹਦਾ ਪਰ 75 ਡਾਲੇ ਲਾਉਂਦੇ ਆ 100 ਚੈੱਕ ਦੇ। 75 ਡਾਲੇ ਇੱਕ 100 ਪਿੱਛੇ ਲੈ ਗਏ, 2 ਪਿੱਛੇ 150 ਡਾਲਰ ਲੈ ਗਏ, ਬੈਠੇ ਬਿਠਾਏ ਬੈਂਕ 'ਚ। ਫਿਰ ਜੇ ਬੈਂਕ 'ਚ ਬਾਉਂਡ ਹੋਈ, ਫਿਰ 50 ਡਾਲੇ 20 ਡਾਲੇ ਉਹਦਾ ਖਿਆਲ ਵਿੱਚ ਆ ਰਹੀ ਆ। ਇਹ ਆਪਣੇ ਆਪ ਦੀ ਕੰਮ ਆਪਣਾ, ਇਹਨਾਂ ਬੈਂਕਾਂ ਨੂੰ ਸੰਭਾਲੋ, ਆਪਣਾ ਆਪ ਕੰਮ ਕਰੋ। ਬਿੱਗਲ ਸਾਹਿਬ, ਮੈਂ ਤਾਂ ਬੈਂਕ ਆਪ ਜਾਂਦਾ ਹੁੰਦਾ, ਜਮ੍ਹਾਂ ਕਰਾਈ ਦੀ, ਠੱਪਾ ਲਾ ਕੇ ਆਪ ਲਈ ਦਾ ਕੋ ਆਨਲਾਈਨ ਨਾ ਜਾਓ, ਨਾ ਕਰੋ। ਬਿਲਕੁਲ ਠੀਕ ਹੈ ਜੀ। ਸੁਖਵਿੰਦਰ ਸਿੰਘ, ਲਾਈਨ ਨੰਬਰ 1। ਗਿਲ ਸਾਹਿਬ, ਕਾਈਂਡਲੀ ਇਹ ਜਿਹੜਾ ਟੈਕਸੀ ਔਰ ਊਬਰ ਦਾ ਤੁਸੀਂ ਟੌਪਿਕ ਲਿਆਂਦਾ, ਇਹ ਤੇ ਵਿਸਤਾਰ ਨਾਲ 1 ਘੰਟੇ ਦੇ ਵਾਸਤੇ ਫਿਊਚਰ ਕਿਸੇ ਵੇਲੇ ਟੌਪਿਕ ਲਿਆਓ ਔਰ ਸਾਰੀ ਇੰਡਸਟਰੀਆਂ ਨੂੰ ਵੀ ਪੁੱਛੋ। ਇਹ ਟੈਕਸੀ ਇੰਡਸਟਰੀ ਮਾਰਕੀਟਿੰਗ ਬਿਲਕੁਲ ਨਹੀਂ ਕਰ ਰਹੀ ਤੇ ਦਿਨੋਂ ਦਿਨ ਕਸਟਮਰ ਘਟ ਰਹੇ ਨੇ ਤੇ ਊਬਰ ਦੇ ਵੱਧਦੇ, ਕਿਉਂਕਿ ਊਬਰ ਦੀ ਮਾਰਕੀਟਿੰਗ ਬਹੁਤ ਤਗੜੀ ਹੈ। ਮੈਂ ਊਬਰ ਵੀ ਚਲਾਈ ਆ, ਟੈਕਸੀ ਪਹਿਲਾਂ ਵੀ ਚਲਾਈ ਤੇ ਹੁਣ ਤਾਂ ਟੈਕਸੀ ਹੀ ਚਲਾਉਣਾ। ਤੇ ਜਿਹੜਾ ਊਬਰ ਦਾ ਟ੍ਰਿਪ ਅਗਰ ਹੈਗਾ $20 ਦਾ, ਡਰਾਈਵਰ ਸੁਣ ਲੈਣ, ਡਰਾਈਵਰ ਨੂੰ $11 ਉਹਦੀ ਜੇਬ 'ਚ ਆਉਂਦੇ ਆ।
ਊਬਰ ਦੇ ਵਿੱਚ, ਤੇ ਜੇ $20 ਟੈਕਸੀ 'ਚ ਹੈਗਾ ਤਾਂ ਉਹਦੇ ਖਰਚੇ ਕੱਢ ਕੇ $17 ਡਰਾਈਵਰ ਦੇ ਹੱਥ 'ਚ ਆਉਂਦੇ ਆ। ਤੇ ਫਿਰ ਡਰਾਈਵਰ ਨੂੰ ਊਬਰ ਵਾਸਤੇ ਕਿਉਂ ਜਾਣਾ ਚਾਹੀਦਾ? ਊਬਰ ਨਹੀਂ ਚਲਾਉਣੀ ਚਾਹੀਦੀ ਔਰ ਟੈਕਸੀ ਚਲਾਉਣੀ ਚਾਹੀਦੀ। ਔਰ ਜਿਹੜੀ ਡਿਸਪੈਚ ਸਿਸਟਮ ਤੁਸੀਂ ਕਹਿ ਰਹੇ ਹੋ, ਇਹ ਡਿਸਪੈਚ ਸਿਸਟਮ ਬਿਲਕੁਲ ਨਹੀਂ ਜਾਣੀ ਚਾਹੀਦੀ ਊਬਰ ਨੂੰ। ਨਹੀਂ ਤੇ ਊਬਰ ਨੇ ਡਾਟਾ ਕਲੈਕਟ ਕਰਕੇ ਉਹਨਾਂ ਨੂੰ ਡਾਇਰੈਕਟ ਡਿਸਕਾਊਂਟ ਦੇਣੇ ਆ ਕਲਾਇੰਟ ਨੂੰ, ਔਰ ਕਲਾਇੰਟ ਨੇ ਸਿਰਫ ਊਬਰ ਹੀ ਮੰਗਣੀ ਆ, ਫਿਰ ਟੈਕਸੀ ਨਹੀਂ ਮੰਗਣੀ। ਤੇ ਇਹਦੇ ਵਾਸਤੇ ਦੁਬਾਰਾ ਕਿਸੇ ਵੇਲੇ ਮਤਲਬ 1 ਘੰਟਾ ਹੋਏ ਔਰ ਦੂਜਿਆਂ ਨੂੰ ਵੀ ਪਤਾ ਹੋਏ ਵੀ ਆਹ ਟੌਪਿਕ ਹੋਣਾ ਤੁਹਾਡੇ 600 AM ਤੇ ਉਹ ਵੀ ਤਿਆਰ ਹੋਣ ਤਾਂ ਆਪਣੇ ਵਿਊਜ਼ ਦੇਣ, ਤੇ ਫਿਰ ਮੇਰਾ ਖਿਆਲ ਮਤਲਬ ਹੋ ਸਕਦਾ ਕਿਸੇ ਹੱਦ ਤੱਕ ਦਾ ਸੋਲੂਸ਼ਨ ਪਹੁੰਚ ਸਕੇ। ਥੈਂਕ ਯੂ ਫॉर ਬ੍ਰਿੰਗਿੰਗ ਦਿਸ ਟੌਪਿਕ। ਧੰਨਵਾਦ ਜੀ। ਗੱਲ ਇਹ ਹੈ, ਮੈਂ ਮੰਨ ਸਕਦਾ ਵੀ ਊਬਰ ਨਾ ਕਰੇ ਇਹੋ ਜਿਹਾ ਕੁਛ, ਨਾ ਤੁਹਾਡੇ ਕੰਟੈਕਟਸ ਨਾਲ ਕਸਟਮਰ ਨਾਲ ਗੱਲ ਕਰੇ, ਪਰ ਤੁਹਾਨੂੰ ਪਤਾ ਵੀ ਆਉਣ ਵਾਲਿਆਂ ਲਈ ਤੁਸੀਂ ਕੰਡੇ ਕਿਵੇਂ ਜਿਹੜੇ ਖੰਡਾ ਰਹੇ ਹੋ ਪੈਸਿਆਂ ਦੇ ਵਿੱਚ। ਜਿਹੜੀ ਇੰਡਸਟਰੀ ਨਾਲ ਤੁਸੀਂ 5 ਸਾਲ ਲੜਦੇ ਰਹੇ, ਜਿਹੜੀ ਊਬਰ ਨਾਲ 5 ਸਾਲ ਲੜਦੇ ਰਹੇ ਬਈ ਇਹ ਨਹੀਂ ਆਉਣੀ ਚਾਹੀਦੀ, ਇਹ ਨਹੀਂ ਆਉਣੀ ਚਾਹੀਦੀ, ਉਹ ਖਣ ਹਾਲ ਦੇਖੋ ਤੁਹਾਡੀ ਟੈਕਸੀ ਇੰਡਸਟਰੀ ਸਾਨੂੰ ਡਿਸਪੈਚ ਦੇ ਰਹੀ ਹੈ। ਪਤਾ ਕਿੱਡੇ ਰਾਹ ਖੋਲ ਰਹੇ ਹੋ ਤੁਸੀਂ। ਜਿਹੜਾ ਕੋਈ ਲੜ ਰਿਹਾ, ਕੋਈ ਦੇਸ਼ ਕਿਤੇ ਕੋਈ ਕਰ ਰਿਹਾ, ਉਹਨਾਂ ਦਾ ਤੁਸੀਂ ਹੱਕ ਮਾਰੋਗੇ। ਉਹ ਜਿਹੜੇ ਨੇ ਉਹ ਦਿਖਾ ਕੇ ਕਹਿਣਗੇ ਵੀ ਆਹ ਲਓ। ਆਹੀ ਸੀ ਨਾ ਕੰਪਨੀ ਤੁਹਾਡੀ ਜਿਹੜੀ ਕਹਿੰਦੀ ਸੀ ਟੈਕਸੀ ਇੰਡਸਟਰੀ ਬਈ ਅਸੀਂ ਊਬਰ ਨਾਲ ਨਹੀਂ ਜਾਣਾ। ਆਹ ਵੇਖੋ ਊਬਰ ਦਾ ਸਾਰਾ ਕੁਛ ਉਹਨੇ ਚੱਕ ਕੇ ਦਿੱਤਾ। ਭਲਿੰਦਰਪਾਲ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੈਸੇ ਤਾਂ ਆਪਣਾ ਕੋਈ ਲੇਖਾ ਦੇਖਾ ਹੈ ਟੈਕਸੀ ਇੰਡਸਟਰੀ ਨਾਲ, ਪਰ ਆਹ ਊਬਰ ਦਾ ਜਦੋਂ ਦਾ ਰੌਲਾ ਪਿਆ, ਜਿਵੇਂ ਤੁਸੀਂ ਕਹਿੰਦੇ 5 ਸਾਲ ਦਾ, ਆਪਾਂ ਨਾਲ ਹੀ ਆ। ਇਹ ਪ੍ਰੋਗਰਾਮ ਜਦੋਂ ਦੇ ਸ਼ੁਰੂ ਹੋਏ ਆ ਊਬਰ ਵਾਲੇ ਜਾਂ ਜਿੰਨਾ ਕੁ ਜ਼ੋਰ ਤੁਸੀਂ ਲੈ ਸੁਣਦੇ ਆ, ਅਸੀਂ ਸਾਡੇ ਅੱਖਾਂ ਦੇ ਸਾਹਮਣੇ ਨਿਕਲਿਆ ਸਾਰਾ ਕੁਝ। ਹੁਣ ਗੱਲ ਇਹ ਆ ਵੀ ਮੇਰੇ ਕੋਲ ਰੀਸੈਂਟਲੀ ਬੰਦਾ ਆਇਆ ਸੀ, ਜਿਹੜੇ ਛੋਟੇ ਟਾਊਨਾਂ ਚੋਂ, ਚਲੋ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ, ਵੱਡਾ ਟਾਊਨ ਛੋਟੇ ਟਾਊਨ ਆਪਾਂ ਦੋਨੇ ਪਾਸੇ ਸਵਾਦ ਦੇਖਿਆ ਆ, ਦੇਖ ਵੀ ਰਹੇ ਆ। ਛੋਟੇ ਟਾਊਨਾਂ 'ਚ ਬੰਦੇ ਭੱਜਦੇ ਆ ਵੱਡੇ ਟਾਊਨ ਨੂੰ ਵੀ ਪੈਸੇ ਕਮਾਉਣਾ, ਜਾ ਕੇ ਉੱਥੇ ਐਂ ਕਰਨਾ ਹੈ ਨਾ। ਊਬਰ ਵਾਲਿਆਂ ਦੀ ਰੀਸੈਂਟਲੀ ਗੱਲ ਆ ਵੀ ਮੁੰਡਾ ਆਇਆ ਵਾਪਸ, ਮੈਂ ਕਿਹਾ ਕਿਵੇਂ ਊਬਰ, ਕਹਿੰਦਾ ਵੀਰੇ ਕੁਛ ਨਹੀਂ ਬਣਦਾ, ਹਾਰ ਕੇ ਹੋਰ ਕੰਮ 'ਚ ਲੱਗਿਆ ਵਾ ਮੈਂ। ਇਹ ਅਸਲੀਅਤ ਆ। ਚਲੋ ਉਹ ਹੋ ਸਕਦਾ ਝੂਠ ਬੋਲਦਾ ਹੋਵੇ ਜਾਂ ਉਹਦੇ ਨਹੀਂ ਫਿੱਟ ਆਇਆ ਹੋਣਾ, ਕਿਸੇ ਦੇ ਫਿੱਟ ਵੀ ਆ ਗਿਆ ਹੋਣਾ। ਇਹ ਰੀਸੈਂਟਲੀ ਗੱਲ ਆ। ਸੋ ਗੱਲ ਇਹ ਆ ਵੀ ਜਿਹੜੀ ਅੱਜ ਦੀ ਜਨਰੇਸ਼ਨ ਆ ਨਾ ਮੇਰੇ ਵਰਗੀ, ਉਹ ਚਾਹੁੰਦੀ ਆ ਵੀ ਸਾਨੂੰ ਹੱਥ ਨਾ ਹਿਲਾਉਣਾ ਪਵੇ ਤੇ ਪੈਸੇ ਬਣਨ ਸਾਨੂੰ ਵੱਧ। ਇਹ ਹੁਣ ਦੀ ਗੱਲ ਆ। ਪੈਸੇ ਹੱਥ ਠੀਕ ਆ ਊਬਰ ਤੇ ਤੁਸੀਂ ਟੈਕਸੀ ਵਾਂਗੂ ਬੈਠੇ ਹੋ, ਪਰ ਜਿਹੜੇ ਬੰਦਿਆਂ ਨੇ ਪਹਿਲਾਂ ਸਬਰ ਨਾਲ ਕਮਾਇਆ ਉਹਨਾਂ ਨੂੰ ਪਤਾ ਵੀ ਟੈਕਸੀ ਤੇ ਕਿਵੇਂ ਸਬਰ ਨਾਲ ਬਣਦਾ ਜਾਂ ਕਿਵੇਂ ਬਣਦੇ ਆ। ਅੱਜ ਦੀ ਜਨਰੇਸ਼ਨ ਭੱਜਦੀ ਬਹੁਤ ਆ, ਦੇਖ ਕੇ ਵੀ ਈਜ਼ੀ ਆ, ਫੋਨ ਤੇ ਆ ਗਿਆ, ਚੱਕ ਲਿਆ, ਚਲੋ ਜੀ ਹੋ ਗਿਆ, ਟਿਪ ਮਿਲ ਗਈ, ਪਰ ਉਹ ਪੈਸੇ ਉਹਨਾਂ ਦੀ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਉਹਨੇ ਪੈਸੇ ਨਹੀਂ ਬਣ ਰਹੇ, ਤਾਂ ਹੁਣ ਉਹ ਬਿਜ਼ਨਸ ਜਾ ਰਿਹਾ ਪਿੱਛੇ ਨੂੰ। ਊਬਰ ਵਾਲਿਆਂ ਲਈ ਤਾਂ ਬਹੁਤ ਸੌਖਾ ਵਾ, ਉਹਨਾਂ ਨੇ ਕਿਹੜਾ ਇਕੱਲੇ ਟੈਕਸੀ ਵਾਲਿਆਂ ਨਾਲ ਗੱਲ ਕਰਨੀ ਆ, ਉਹਨਾਂ ਨੇ ਮੇਨ ਬੰਦੇ ਚੱਕ ਲੈਣੇ ਆ, ਉਹਨਾਂ ਨੂੰ ਮੀਟਿੰਗਾਂ ਕਰਨੀਆਂ, ਉਹਨਾਂ ਨੇ ਬ੍ਰੇਨ ਵਾਸ਼ ਐਵੇਂ ਕਰਨਾ, ਤੁਹਾਨੂੰ ਆਹ ਮਿਲ ਜਾਣਾ। ਅਗਲਾ ਕਹਿੰਦਾ ਯਾਰ ਕੰਮ ਵੀ ਚੱਲੀ ਜਾਂਦਾ ਵਾ, ਵੀ ਸਾਨੂੰ ਤਾਂ ਸਾਡੇ ਪੈਸੇ ਬਣੀ ਜਾਣੇ, ਸਾਡਾ ਕੰਮ ਚੱਲੀ ਜਾਣਾ, ਮਗਰਲੇ ਮਰਦੇ ਹੋਏ ਤਾਂ ਚਲਾਉਣਗੇ ਟੈਕਸੀਆਂ। ਰੌਲਾ ਇਹ ਆ ਵੀ ਚਲੋ ਵੈਸੇ ਤਾਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਕਿਸੇ ਹੋਰ ਦੇ ਕੰਮ 'ਚ ਦਖਲ ਅੰਦਾਜ਼ੀ ਕਰਨੀ ਨਹੀਂ ਚਾਹੀਦੀ, ਫਿਰ ਬੰਦੇ ਨਾ ਤੁਹਾਨੂੰ ਤੁਹਾਡੇ ਕੰਮ ਦੀ ਉਦਾਹਰਨਾਂ ਦੇ ਕੇ ਥੱਲੇ ਲਾਉਂਦੇ ਆ। ਪਰ ਇਹ ਆ ਵੀ ਚਲੋ ਜਿੱਥੇ ਸੱਚ ਦੀ ਗੱਲ ਆ ਉੱਥੇ ਜਿਹੜਾ ਮਰਜ਼ੀ ਹੋਵੇ ਸਾਡੇ ਮੂਹਰੇ ਦਿਲੋਂ ਨਿਕਲ ਆਉਂਦਾ, ਦਿਲੋਂ ਇੱਕ ਹਾਂ ਨਿਕਲਦੀ ਆ ਯਾਰ ਵੀ ਇਹਨਾਂ ਲਈ ਕੁਛ ਕੀਤਾ ਜਾਵੇ, ਕੁਛ ਬੋਲਿਆ ਜਾਵੇ। ਧੰਨਵਾਦ ਭਲਿੰਦਰ। ਸੁਖਵੀਰ ਪੂਨੀਆ ਜੀ, ਲਾਈਨ ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਪੂਨੀਆ ਜੀ। ਗਿਲ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਇਹ ਸਾਡੀਆਂ ਆਪਣੀਆਂ ਗਲਤੀਆਂ, ਮਿਸਟੇਕਾਂ। ਪਹਿਲੀ ਗੱਲ ਤਾਂ ਸਾਡੇ ਵਿੱਚ ਜਿਹੜੀ ਘਾਟ, ਸਭ ਤੋਂ ਵੱਡੀ ਘਾਟ ਸਾਡੇ ਵਿੱਚ ਇਹ ਹੈ ਕਿ ਸਾਡੇ ਵਿੱਚ ਇਤਫਾਕ ਜਾਂ ਏਕਤਾ ਹੈ ਨਹੀਂ ਗੀ ਜੀ, ਜਿਹੜੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈਗੀ ਆ। ਦੂਸਰੀ ਗੱਲ ਇਹ ਹੈਗੀ ਹੈ ਕਿ ਸਾਡਾ ਇੱਕੋ ਹੀ ਏਮ ਆ। ਮੈਂ ਸੋਚਿਆ ਹਾਂ ਜਿਹੜੇ ਕਿ ਮੈਂ ਹੁਣ ਸੌਰੀ ਟੂ ਸੇ ਵੀ ਅਸੀਂ ਵੀ ਪੰਜਾਬੀ ਆ, ਕਹਿਣ ਨੂੰ ਜੀ ਨਹੀਂ ਕਰਦਾ, ਪਰ ਇਹ ਸੱਚਾਈ ਆ ਕਿ ਸਾਡਾ ਇੱਕੋ ਏਮ ਬਣਿਆ ਹੋਇਆ ਕਿ ਸਾਡੇ ਸਭ ਤੋਂ ਵੱਡੀ ਚੀਜ਼ ਹੈਗੀ ਪੈਸਾ। ਜਿੱਥੇ ਸਾਨੂੰ ਨਾ ਲਾਲਚ, ਇੰਨੇ ਅਸੀਂ ਲਾਲਚੀ, ਇੰਨੇ ਗ੍ਰੇਡੀ ਆ, ਕਹਿ ਲਓ ਕਿ ਜੇ ਇੱਥੇ ਪੈਸਾ ਥੋੜਾ ਜ਼ਿਆਦਾ ਦਿੰਦਾ, ਅਸੀਂ ਦੂਜੇ ਦਾ ਨੁਕਸਾਨ ਕਰਨ ਲਈ ਜਰਾ ਵੀ ਨਹੀਂ ਸੋਚਦੇ ਵੀ ਯਾਰ ਮੇਰੇ $100-200 ਲਈ ਕਿਸੇ ਦਾ ਨੁਕਸਾਨ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ। ਨਹੀਂ, ਫਿਰ ਸਾਡੇ ਵਿੱਚ ਇੱਕ ਇਹ ਹੈਗੀ, ਸਾਡੇ ਵਿੱਚ ਜਿਹੜੀ ਹੈ ਨਾ ਕਹਿ ਲਓ ਕਿ ਸਾਡੀ ਐਡੀ ਭੁੱਖ ਹੈਗੀ ਆ, ਸਾਨੂੰ ਕਿਤੇ ਸਬਰ ਹੀ ਹੈ ਨਹੀਂ ਗਾ। ਮੈਨੂੰ ਤਾਂ ਸਮਝ ਆਉਂਦੀ ਗੱਲ ਸਭ ਕਿੱਥੇ ਜਾ ਕੇ ਰੁਕਾਂਗੇ। ਐਡੀ ਵਧੀਆ ਕੰਟਰੀ 'ਚ ਪਰਮਾਤਮਾ ਨੂੰ ਆਉਣ ਦੇਣ ਦੇ ਹੈਗਾ, ਨਹੀਂ ਤਾਂ ਸਾਡੇ ਭੈਣ ਭਰਾ ਉੱਥੇ ਵੀ ਬੈਠੇ ਜਿਹੜੇ ਤਰਸਦੇ ਇੱਥੇ ਆਉਣ ਲਈ। ਫਿਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ? ਪਰ ਇੱਥੇ ਆ ਕੇ ਵੀ ਸਾਨੂੰ ਸਬਰ ਹੈ ਨਹੀਂ ਗਾ। ਇੱਕ ਬੰਦਾ ਸਮਝ ਲੱਗਦੀ ਹੈ ਕਿ ਜਿਹੜਾ ਬੰਦਾ ਨਵਾਂ ਆਇਆ ਉਹ ਸਟਰਗਲ ਕਰਦਾ, ਉਹ ਮਿਹਨਤ ਕਰਦਾ, ਉਹਦੀ ਸਮਝ ਆਉਂਦੀ ਆ। ਇੱਕ ਬੰਦੇ ਰੱਜੇ ਹੋਏ ਪੁਰਾਣੇ 30-40 ਸਾਲ ਦੇ ਰਹਿੰਦੇ ਹੋਏ ਉਹ ਵੀ ਭੁੱਖ ਖਿਲਾਰੀ ਜਾਂਦੇ ਹੈਗੇ ਆ। ਫਿਰ ਦੂਸਰੀ ਗੱਲ ਸਾਹਿਬ, ਇੱਕ ਗੱਲ ਹੋਰ ਸੋਚਣ ਵਾਲੀ ਆ, ਇਹ ਜਿਹੜੀਆਂ ਪਲੇਟਾਂ ਟੈਕਸੀ ਨੂੰ ਮਿਲਦੀਆਂ ਸੀਗੀਆਂ ਸਿਟੀ ਦੇ ਕੋਲੋਂ, ਇਹ $1 ਮਿਲੀਅਨ ਦੀ ਸਿਟੀ ਤੋਂ ਮਿਲਦੀ ਸੀਗੀ। ਪਹਿਲੇ ਮੈਨੂੰ ਇਹ ਦੱਸੋ ਕਿ ਇਹ ਕੋਈ ਸੈਂਸ ਬਣਦੀ ਹੈ ਕਿ ਕਿਸੇ ਵੀ ਇੱਕ ਜੌਬ ਲੈਣ ਲਈ ਤੁਹਾਨੂੰ $1 ਮਿਲੀਅਨ ਪਹਿਲਾਂ ਪੇ ਕਰਨਾ ਪੈਂਦਾ ਟੈਕਸੀ ਦੀ ਪਲੇਟ ਲੈਣ ਲਈ? ਉਹ ਪ੍ਰਾਈਸ ਕਿਹਨੀ ਵਧਾਈ ਲੋਕਾਂ ਨੇ? ਸਾਡਿਆਂ ਨੇ ਵਧਾਈ ਆ।
ਉੱਥੋਂ ਦਾ ਸਿਟੀ ਹਾਲ ਤੋਂ ਮੈਨੂੰ ਲੱਗਦਾ ਸ਼ਾਇਦ ਥੋੜੀ ਕੀਮਤ ਤੇ ਮਿਲਦੀ ਹੋਣਗੀ ਉਹ ਪਲੇਟ। ਫਿਰ ਅੱਗੇ ਆ ਕੇ ਇਹ ਜਿਹੜੇ ਡਾਇਰੈਕਟਰ ਹੈਗੇ ਆ ਉਹਨਾਂ ਨੂੰ ਵੇਚਦੇ ਆ $5 ਲੱਖ ਦੇ ਕੇ ਤੁਸੀਂ ਅੱਧੀ ਪਲੇਟ ਖਰੀਦਦੇ ਆ 5 ਲੱਖ ਦੇ ਕੇ ਲੋਕਾਂ ਦੇ ਕੋਲੋਂ 5-5 10-10 ਡਾਲਰ ਸਾਰੀ ਦਿਹਾੜੀ ਇਕੱਠੇ ਕਰਨੇ ਆ 13-14 ਘੰਟੇ ਲਾ ਕੇ। ਉਹਦੇ ਵਿੱਚ ਪਤਾ ਨਹੀਂ ਮੋਰੇ ਬੰਦਾ ਕਿੱਦਾਂ ਨਾ ਮਿਲਣਾ, ਕੋਈ ਤੁਹਾਡੇ ਮੂੰਹ ਤੇ ਘਸੁੰਨ ਮਾਰ ਗਿਆ, ਕੋਈ ਅੱਖਾਂ 'ਚ ਸਪਰੇਅ ਮਾਰ ਗਿਆ। ਤੁਸੀਂ ਕਹਿ ਲਓ ਕਿ ਸੋਚ ਕੇ ਦੇਖੋ $1 ਮਿਲੀਅਨ ਲਾ ਕੇ ਇੱਕ ਆਪਾਂ ਜੌਬ ਕ੍ਰੀਏਟ ਕਰ ਰਹੇ ਹਾਂ। ਕੋਈ ਸੈਂਸ ਸੰਬੰਧੀ ਸੀ ਉਹਨਾਂ ਟਾਈਮਾਂ ਦੇ ਵਿੱਚ ਜਦੋਂ $1 ਮਿਲੀਅਨ ਦੀ ਅਸੀਂ ਪਲੇਟ ਕਰ ਦਿੱਤੀ ਹੈਗੀ ਆ। ਹੁਣ ਉਹੀ ਪਲੇਟਾਂ ਕਹਿ ਲਓ ਕਿ ਬਿਲਕੁਲ ਜ਼ਮੀਨ ਦੇ ਭਾਅ ਗਈਆਂ ਹੈਗੀਆਂ, ਭੰਗ ਦੇ ਭਾਅ ਨਹੀਂ ਕੋਈ ਪੁੱਛਦਾ ਹੈਗਾ ਉਹਨਾਂ ਪਲੇਟਾਂ ਨੂੰ। ਸਾਡੇ 'ਚ ਇਤਫਾਕ ਹੈ ਨੀਗਾ। ਜਦੋਂ ਜਿਹੜੀਆਂ ਕੰਪਨੀਆਂ ਵੱਡੀਆਂ ਬਲੈਕ ਟੌਪ ਜਾਂ ਜੈਲੋ ਕੈਬ ਹੈਗੀਆਂ ਇਹ ਇਕੱਠੀਆਂ ਕਾਹ ਤੋਂ ਹੋ ਸਕੀਆਂ ਪਹਿਲਾਂ? ਕਿਉਂਕਿ ਅਸੀਂ ਗ੍ਰੇਡੀ ਆ। ਮਿਹਨਤਾਂ ਕੀਤੀਆਂ ਬਈ ਇੱਕ ਐਪ ਬਣਾ ਲਓ, ਕਹਿੰਦੇ ਨੇ ਸਾਡੀ ਮਹਿੰਗੀ ਆ, ਸਰੀ ਵਾਲਿਆਂ ਦੀ ਸਸਤੀ ਹੈ। ਬਾਕੀ ਦੂਸਰੀ ਗੱਲ ਸਾਹਿਬ ਇੱਕ ਗੱਲ ਹੋਰ ਆ, ਜਿਹੜੀ ਟੈਕਨੋਲੋਜੀ ਐਡਵਾਂਸ ਹੈਗੀ ਇਹਨੇ ਆਉਣਾ ਹੀ ਆ। ਆਪਣੇ ਕਹਿ ਤਾਂ ਆਪਾਂ ਰੋਕ ਨਹੀਂ ਸਕਦੇ ਇਸ ਨੂੰ, ਪਰ ਉਸ ਦੇ ਹਾਨੀ ਹੋ ਕੇ ਕਿਸ ਤਰ੍ਹਾਂ ਤੁਰ ਸਕਦੇ ਆ ਇਹ ਸੋਚਣ ਦੀ ਲੋੜ ਹੈ। ਪੂਨੀਆ ਸਾਹਿਬ ਟੈਕਨੋਲੋਜੀ ਟੈਕਨੋਲੋਜੀ ਤਾਂ ਆ ਗਈ, ਉਬਰ ਤਾਂ ਆ ਗਈ, ਹੁਣ ਟੈਕਸੀਆਂ ਵਾਲੇ ਉਬਰ ਨੂੰ ਸਾਰਾ ਡਿਸਪੈਚ ਦਾ ਸਿਸਟਮ ਦੇ ਰਹੇ ਨੇ ਆਪਣਾ। ਦੱਸੋ ਫਿਰ ਮੈਨੂੰ ਦੱਸੋ ਗਿੱਲ ਸਾਹਿਬ, ਇਹਦੇ ਵਿੱਚ ਗ੍ਰੀਡੀ ਜਾਂ ਅਸੀਂ ਗਿਰੇ ਹੋਏ ਵੇਚ ਰਹੇ ਹੈਗੇ ਆ? ਅਸੀਂ ਵੇਚ ਰਹੇ ਆਪਣਾ ਇਮਾਨ ਵੇਚ ਰਹੇ ਹੈਗੇ ਉਹ ਬੰਦੇ ਜਿਹੜੇ ਵਿੱਚ ਬੈਠੇ ਹੈਗੇ ਆ। ਬਿਲਕੁਲ ਠੀਕ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਜਾਂ ਆਉਣ ਵਾਲੇ ਜਿਹੜੇ ਡਰਾਈਵਰ ਉਹਨਾਂ ਲਈ ਕੰਡੇ ਬੀਜ ਜਾਣੇ ਇਹਨਾਂ ਨੇ। ਹਾਲਾਂਕਿ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆਪਣੇ ਭੈਣਾਂ ਭਰਾਵਾਂ ਨੂੰ, ਵੀਰੋ ਨਾਲ ਕੁਛ ਨਹੀਂ ਜਾਂਦਾ ਮਰਨ ਤੋਂ ਬਾਅਦ, ਸਾਰਾ ਕੁਝ ਇੱਥੇ ਛੱਡ ਜਾਂਦੇ ਆ। ਚਾਹੇ ਤੁਹਾਡੀ ਵਿਲੀਨੀਅਰ ਆ, ਚਾਹੇ ਤੁਹਾਡੇ ਕੋਲ ਕੁੱਖ ਵੀ ਹੈ ਨੀਗਾ। ਪਲੀਜ਼ ਆਪਣੇ ਇਮਾਨ ਦੇ ਨਾਲ ਹੈ ਨਾ ਜਿਹੜਾ ਇਮਾਨ ਵੇਚਣਾ ਇਹ ਬੰਦ ਕਰੋ ਪਹਿਲਾਂ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਪੂਨੀਆ ਜੀ। ਬੌਬੀ ਸਿੱਧੂ ਜੀ ਲਾਈਨ ਨੰਬਰ 1। ਹੈਲੋ ਗਿਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਹਾਂਜੀ, ਟੋਟਲੀ ਐਗਰੀ ਵਿਦ ਲਾਸਟ ਕਾਲਰ। 100% ਟੈਕਸੀ ਚਲਾਈ ਆ। ਡਾਊਨਟਾਊਨ ਦੀ ਮੋਨੋਪੋਲੀ ਜਿਹੜੀ ਸੀਗੀ ਉਹ ਲੈ ਡੁੱਬੀ ਆ ਟੈਕਸੀ ਇੰਡਸਟਰੀ ਨੂੰ। ਉਹਨਾਂ ਨੇ ਜਿਹੜੀਆਂ ਬਾਉਂਡਰੀਆਂ ਕੀਤੀਆਂ, ਬਾਉਂਡਰੀਆਂ 'ਚ ਜਾਣ ਨਹੀਂ ਦਿੰਦੇ ਸੀਗੇ, ਬਾਹਰਲੀਆਂ ਟੈਕਸੀਆਂ ਨੂੰ ਅੰਦਰੋਂ ਚੱਕਣ ਨਹੀਂ ਦਿੰਦੇ ਸੀ। ਇਹ ਸਾਰਾ ਉੱਥੋਂ ਹੀ ਸ਼ੁਰੂ ਹੋਇਆ। ਇਤਫਾਕ ਦੇ ਕਾਰਨ, ਉਹਦਾ ਘਾਟ ਦੇ ਕਾਰਨ ਆਪਾਂ ਸਫਰ ਕਰ ਰਹੇ ਹਾਂ। ਬਟ ਲੈਟ ਮੀ ਟੈਲ ਯੂ, ਜਿਹੜੀ ਉਬਰ ਆ ਇਹਨਾਂ ਦਾ ਸਭ ਤੋਂ ਵਰਸਟ ਜਿਹੜਾ ਹਿੱਟ ਕਰੂਗਾ ਜੋ ਕਰ ਰਿਹਾ, ਇਹਦੇ ਫਲਕਚੁਏਟਿੰਗ ਰੇਟ ਆ। ਜਦੋਂ ਪੀਕ ਆਵਰਸ ਚਲੇ ਜਾਂਦੇ ਨੇ, ਸੇਮ ਜਿਹੜਾ ਟ੍ਰਿਪ ਜਿਹੜਾ ਸਵੇਰੇ $10 ਦਾ ਵਾ ਉਹ $25 ਦਾ ਵਿਕਦਾ ਵਾ ਦੁਪਹਿਰੇ, ਜਦੋਂ ਜਾਂ ਰਸ਼ ਆਵਰ ਜਦੋਂ ਵੀ ਹੁੰਦਾ, ਜੋ ਸ਼ੋਰਟੇਜ ਹੁੰਦੀ ਹੈ। ਸੋ ਇਹ ਕਸਟਮਰ ਨੂੰ ਵੀ ਸਮਝਣਾ ਪੈਂਦਾ। ਬਾਕੀ ਗਿਲ ਸਾਹਿਬ ਨਵੀਂ ਚੀਜ਼ ਆ, ਇਸ ਕਰਕੇ ਯੰਗਸਟਰਸ ਨੂੰ ਸ਼ੌਕ ਆ। ਬਟ ਐਟ ਦ ਐਂਡ ਆਫ ਦ ਡੇ ਜੋ ਦੇਖਣਗੇ ਗੈਸ ਡੈਪਰੀਸ਼ੀਏਸ਼ਨ ਸਾਰਾ ਕੁਝ ਕੈਲਕੂਲੇਟ ਕਰਕੇ ਇਹ ਮੁਸ਼ਕਿਲ ਆ $7-8 ਘੰਟੇ ਦੀ ਜੌਬ ਆ, ਕਿਉਂਕਿ ਆਪਣਾ ਥੋੜੀ ਜਿਹੀ ਵਹੀਕਲ ਯੂਜ਼ ਕਰ ਰਹੇ ਹੋ। ਐਂਡ ਵਨ ਮੋਰ ਥਿੰਗ, ਸੌਰੀ ਟੂ ਇੰਟਰਪਟ, ਇੱਕ ਲਾਸਟ ਚੀਜ਼ ਬੋਲਣੀ ਸੀਗੀ ਡੇਟਾ ਚੋਰੀ ਬਾਰੇ। ਇਟ ਮਾਈਟ ਤੁਹਾਨੂੰ ਥੋੜਾ ਹਾਰਸ਼ ਲੱਗੂਗਾ ਬਿਕੋਜ਼ ਇਹ ਰੇਡੀਓ ਸਟੇਸ਼ਨ ਸਾਰਿਆਂ ਤੇ ਗੱਲ ਆ ਰਹੀ ਆ। ਜਿਹੜੇ ਤੁਸੀਂ ਲੋਕ ਨੋਟ ਤੁਸੀਂ ਥੋੜੀ ਪਾਰਟੀਕੂਲਰ ਗੱਲ ਨਹੀਂ ਕਰ ਰਿਹਾ, ਬਟ ਜਿਹੜੇ ਆਰਗੇਨਾਈਜੇਸ਼ਨਸ ਇਹ ਆਨਲਾਈਨ ਲੋਕੇਸ਼ਨਸ ਕਰਦੇ ਨੇ, ਆਨਲਾਈਨ ਲੋਕੇਸ਼ਨ ਜਿੱਥੇ ਆਉਂਦੇ ਨੇ, ਲੋਕਾਂ ਨੂੰ ਕਹਿੰਦੇ ਨੇ ਆਪਣਾ ਨਾਮ ਰਜਿਸਟਰ ਕਰੋ, ਫੋਨ ਨੰਬਰ ਦਿਓ, ਈਮੇਲ ਦਿਓ, ਤੁਹਾਡਾ ਨਾਮ ਪਾਵਾਂਗੇ ਤੇ ਇਨਾਮ ਨਿਕਲੂਗਾ। ਗਿਲ ਸਾਹਿਬ, ਦਿਸ ਇਜ਼ ਅ ਬਿਗ ਬ੍ਰੀਚ ਆਫ ਇਨਫੋਰਮੇਸ਼ਨ। ਲੈਟ ਮੀ ਟੈਲ ਯੂ, ਮੈਂ ਇੱਕ ਕੰਪਨੀ ਨਾਲ ਕੰਮ ਕਰ ਰਿਹਾ ਜਿੱਥੇ ਸਾਰੀ ਇਨਫੋਰਮੇਸ਼ਨ ਵੇਚੀ ਜਾਂਦੀ ਹੈ। ਇਹੀ ਕੰਪਨੀ ਆ ਕੇ ਵੇਚਦੀਆਂ ਨੇ। ਬਾਅਦ ਤੁਹਾਨੂੰ ਫੋਨ ਆਉਂਦੇ ਨੇ, ਕ੍ਰੈਂਕ ਕਾਲਸ ਆਉਂਦੇ ਨੇ, ਤੁਹਾਨੂੰ ਜੰਕ ਮੇਲਸ ਆਉਂਦੀਆਂ। ਦਿਸ ਇਜ਼ ਆਲ ਹੈਡਿੰਗ ਦੇਅਰ। ਸੋ ਕਿਰਪਾ ਕਰਕੇ ਇਹ 100-200-1000 ਦੇ ਲਾਲਚ ਆ ਜਾ ਕੇ ਹਰ ਆਨਲਾਈਨ ਲੋਕੇਸ਼ਨ 'ਚ ਜਾ ਕੇ ਆਪਣਾ ਨਾਮ ਰਜਿਸਟਰ ਨਾ ਕਰੋ। ਦੇयर शुड बी अदर वे। आई होप यू अंडरस्टैंड मैं की। बिल्कुल ठीक है जी, बिल्कुल ठीक। हाँ जी, थैंक यू। ਪਰ ਮੈਂ ਆਪਣੇ ਰੇਡੀਓ ਸਟੇਸ਼ਨ ਦੀ ਪਾਲਿਸੀ ਦੱਸ ਸਕਦਾ ਜੀ। ਜਿਵੇਂ ਕੱਲ 에ਅਰ ਕੰਡੀਸ਼ਨ ਕੱਢਿਆ, ਉਹਦੇ ਬਾਅਦ ਜਿੰਨੀਆਂ ਸਾਰੀਆਂ ਤੁਹਾਡੀਆਂ ਜਿਹੜੀਆਂ ਪਰਚੀਆਂ ਸੀ ਜਿਹੜੇ ਤੁਸੀਂ ਪਾ ਕੇ ਗਏ ਸ੍ਰੀ ਗੁਰਦਾਸ ਸਾਹਿਬ ਦੇ ਨਗਰ ਕੀਰਤਨ ਦੇ ਵਿੱਚ, ਉਹ ਸਾਰੀਆਂ ਸ਼ਰੈਡ ਹੋਈਆਂ, ਸਾਡੇ ਸਾਹਮਣੇ ਮੇਰੇ ਹੋਈਆਂ। ਚੱਕ ਕੇ ਸਾਰਾ ਕੁਝ ਨਿੰਮੀ ਜੀ ਨੇ ਸ਼ਰੈਡਰ 'ਚ ਉਸੇ ਸਮੇਂ ਪਾਇਆ। ਜਿਹੜਾ ਕਰਦਾ ਹੋਊ, ਪਰ ਮੈਂ ਆਪਣੇ ਜਿੱਥੇ ਮੈਂ ਬੈਠਾ ਮੈਂ ਇਸ ਰੇਡੀਓ ਸਟੇਸ਼ਨ ਦੀ ਗੱਲ ਕਰ ਸਕਦਾ। ਗਗਨ ਸਿੰਘ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵੀਰ ਜੀ, ਜੇ ਕੁੱਲ ਮਿਲਾ ਕੇ ਦੇਖੀਏ ਤਾਂ ਜਿਵੇਂ ਕੇਟਰਨ ਦੀ ਜਿਸ ਤਰ੍ਹਾਂ ਉਹਨੂੰ ਪ੍ਰਮੋਟ ਕੀਤਾ ਸੀਗਾ ਨਾ, ਮੇਡ ਇਨ BC, ਚਲੋ ਠੀਕ ਹੈ, ਕਿਸੇ ਵੀ ਕਾਰਨ ਕਰਕੇ ਉਹ ਫੇਲ ਹੋ ਗਿਆ ਜਾਂ ਉਹ ਕੁਛ ਵੀ ਕੋਈ ਲਾਲਚ ਸੀਗਾ। ਐਂਡ ਆਫ ਦਾ ਡੇ ਇਹੀ ਇੱਕ ਰਿਜ਼ਲਟ ਹੈ ਜੀ, ਇੱਕ ਇਕੱਠੇ ਹੋ ਕੇ ਹਾਲੇ ਵੀ ਇੱਕ ਸੈਂਟਰਲਾਈਜ਼ਡ ਐਪ ਬਣਾ ਕੇ, ਜਿਵੇਂ ਪਹਿਲੇ ਇੱਕ ਭਾਈ ਸਾਹਿਬ ਨੇ ਕਿਹਾ ਨਾ, ਤੁਸੀਂ ਇਹ ਦੇਖੋ ਵੀ ਉਬਰ ਹਜ਼ਾਰਾਂ ਹੀ ਡਾਲਰ ਯਾਨੀ ਮਿਲੀਅਨਸ ਆਫ ਡਾਲਰ ਆਪਣੀ ਐਡਵਰਟਾਈਜ਼ਮੈਂਟ ਤੇ ਕਰਦੀ ਹੈ। ਤੇ ਉਹਦਾ ਤਰੀਕਾ ਸਿਰਫ ਇਹੀ ਆ ਵੀ ਅਸੀਂ ਅੱਜ ਵੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਆਪਣੀ ਐਪ ਬਣਾਈਏ। ਚਾਹੇ ਟੈਕਸੀ ਇੰਡਸਟਰੀ ਆਪੋ ਆਪਣਾ ਜੁਦਾ ਰੱਖੇ, ਪਰ ਇੱਕ ਪ੍ਰਮੋਸ਼ਨ ਤਾਂ ਕਰੇ। ਦੂਜੀ ਗੱਲ ਇਹ ਆ ਵੀ ਜਦੋਂ ਤੁਸੀਂ ਬਾਕੀ ਜੇ ਸਟੋਰਾਂ ਵਾਲੇ ਕਹਿ ਸਕਦੇ ਆ ਵੀ ਬਾਏ ਫਰੋਮ BC ਜਾਂ ਤੁਸੀਂ ਕੈਨੇਡਾ ਦੀਆਂ ਚੀਜ਼ਾਂ ਲਵੋ, ਸੋ ਅਸੀਂ ਇਸ ਚੀਜ਼ ਦੇ ਥੱਲੇ ਵੀ ਅਸੀਂ ਕਹਿ ਸਕਦੇ ਹਾਂ ਇਟਸ ਅ BC ਪਲਾਨ, ਇਟਸ ਅ ਲੋਕਲ ਪਲਾਨ। ਜਿਹੜੇ ਮੰਨ ਲਓ
ਜਿਹੜੇ ਜ਼ਿਆਦਾ ਟੈਕਸੀ ਯੂਜ਼ ਕਰਦੇ ਆ ਉਹ ਜ਼ਿਆਦਾਤਰ ਲੋਕ ਲੋਕਲ ਆ ਜੀ। ਸੋ ਕਿਤੇ ਨਾ ਕਿਤੇ ਹੱਥ ਜੋੜ ਕੇ ਬੇਨਤੀ ਆ ਵੀ ਲੀਡਰਸ਼ਿਪ ਨੂੰ ਬੇਨਤੀ ਆ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਪਲੀਜ਼ ਅੱਜ ਵੀ ਸਮਾਂ ਸੰਭਾਲ ਲਓ, ਨਹੀਂ ਤਾਂ ਕੋਈ ਸਮਾਂ ਆਊਗਾ ਤੁਹਾਨੂੰ ਇਸ ਚੀਜ਼ ਨੇ ਮਾਫ ਨਹੀਂ ਕਰਨਾ। ਬਿਲਕੁਲ, ਧੰਨਵਾਦ ਸਰਾਰ ਜੀ। ਗਗਨ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਾਰ ਭੁਪਿੰਦਰ ਸਿੰਘ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ ਧਾਲੀਵਾਲ ਸਾਹਿਬ। ਕੀ ਹਾਲ ਹੈ ਵੀਰ ਜੀ? ਠੀਕ ਆ, ਚੜ੍ਹਦੀ ਕਲਾ ਵੀਰ ਜੀ, ਤੁਸੀਂ ਦੱਸੋ। ਹਾਂਜੀ ਵੀਰ ਜੀ, ਟੈਕਸ ਇੰਡਸਟਰੀ ਦਾ ਤੁਹਾਨੂੰ ਪਤਾ ਹੀ ਹੈ, ਤੇ ਪਰ ਸੈਲਫਿਸ਼ ਬਹੁਤ ਆਈ ਸਾਡੇ ਬੰਦੇ। ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰ ਹੋ ਕੇ ਹੀ ਉਬਰ ਚਲਾਈ ਜਾਂਦੇ ਆ ਜੀ। ਤੇ ਪਹਿਲਾਂ ਤੁਸੀਂ ਉਹਨੂੰ ਅਪੋਜ਼ ਕਰਦੇ ਰਹੇ 5 ਸਾਲ, ਹੁਣ ਉਹ ਐਡੀ ਛੇਤੀ ਚੰਗੇ ਹੋ ਗਏ ਜੀ। ਏਅਰਪੋਰਟ ਤੇ ਦੇਖ ਲਓ, ਅਸੀਂ ਜਾਣੀ ਓਵਰਆਲ ਨਹੀਂ ਸੋਚਦੇ ਵੀ ਸਾਰੇ ਬੰਦਿਆਂ ਦਾ ਅਸੀਂ ਬਿਨਾਂ ਮੇਰੀ ਕੰਪਨੀ ਨੂੰ ਕਿਵੇਂ ਫਾਇਦਾ ਹੁੰਦਾ ਰਿਹਾ। ਹੁਣ ਏਅਰਪੋਰਟ ਨੇ ਚੱਕ ਕੇ $3 ਟ੍ਰਿਪ ਦੇ ਕਰਤੇ ਜੀ, ਉਹਦੇ ਨੈਕਸਟ ਈਅਰ 4.5 ਕਰਾਂਗੇ, ਫਿਰ $6 ਕਰਾਂਗੇ ਜੀ। ਚਲੋ ਜੀ। ਤੇ ਉਹਦੇ ਜੀ ਤੁਸੀਂ ਮੈਂ ਜੇ ਐਵਰੇਜ ਹੁਣ ਲਾਓ ਤਾਂ ਮੇਰਾ ਪਿਛਲੇ ਮਹੀਨੇ ਮੇਰਾ $700 ਜਾਂ $724 ਜੀ, ਜਿਹੜਾ ਏਅਰਪੋਰਟ ਨੂੰ ਜਿਹੜਾ ਦਿੱਤਾ ਹੁੰਦਾ ਸੀ। ਹਾਂਜੀ ਹਾਂਜੀ, ਕਮਾਲ ਹੋ ਗਈ। ਹਾਂਜੀ, ਤੇ ਉਹ ਸਾਡਾ ਜਿਹੜੀ ਮੈਂ ਹਿਸਾਬ ਲਾ ਵੀ ਸਾਡਾ $1800 ਤੇ ਜਾਊਗਾ ਜੀ ਤੀਜੇ ਸਾਲ। ਧਾਲੀਵਾਲ ਸਾਹਿਬ, ਜਿਨ੍ਹਾਂ ਕੋਲ ਪਲੇਟਾਂ ਨਹੀਂ, ਜਿਨ੍ਹਾਂ ਨੂੰ ਫ੍ਰੀ ਕਰਦੇ ਆ, ਉਹ ਕੁਝ ਨਹੀਂ ਦਿੰਦੇ? ਨਹੀਂ ਜੀ, ਚੱਕਰ ਇਹੀ ਅਸੀਂ ਇਕੱਠੇ ਨਹੀਂ ਹੋ ਰਹੇ। ਜੇ ਅਸੀਂ ਕਹਿੰਦੇ ਵੀ ਚੱਲ 4 ਕੰਪਨੀਆਂ ਇਕੱਠੀਆਂ ਹੁੰਦੀਆਂ, ਉਹਨਾਂ ਕਹਿੰਦਾ ਵੀ ਚੱਲ ਸਾਨੂੰ ਤੇ ਸਾਡੇ ਕੋਲ ਪਲੇਟਾਂ ਹੈ ਨਹੀਂ ਜੀ, ਅਸੀਂ ਲੋਕ ਇੱਥੇ ਖੜੇ ਆ ਜੀ। ਓਹੋ, ਛੁਰਾ ਮਾਰ ਨੂੰ ਸਾਡੇ ਪਿੱਛੇ ਹੈ ਨਾ। ਆਪਾਂ ਬਹੁਤ ਕੋ ਵੇਖਿਆ, ਮੈਨੇਜਮੈਂਟਾਂ ਕੀ ਕਰਦੀਆਂ ਨੇ, ਮੈਨੇਜਮੈਂਟਾਂ ਕਿਵੇਂ ਕੰਟਰੋਲ ਕਰਦੀਆਂ ਨੇ, ਆਪਣਾ ਫਾਇਦਾ ਕਿਵੇਂ ਕਰਦੀਆਂ। ਬਿਲਕੁਲ ਬਿਲਕੁਲ। ਹਾਂਜੀ, ਤੁਸੀਂ ਓਵਰਆਲ ਤਾਂ ਸੋਚੋ ਨਾ ਵੀ ਇੰਡਸਟਰੀ ਦਾ ਵੀ ਸਾਰਿਆਂ ਨੂੰ ਕਿਵੇਂ ਫਾਇਦਾ ਹੁੰਦਾ ਰਹੇ, ਤੁਸੀਂ ਸੈਲਫਿਸ਼ ਨਾ ਹੋ। ਹਾਂਜੀ, ਥੈਂਕ ਯੂ। ਅਸੀਂ ਇਕੱਠੇ ਨਹੀਂ ਹੁੰਦੇ, ਜੁੱਤੀਆਂ ਪੈਂਦੀਆਂ ਰਹਿਣਗੀਆਂ ਜੀ ਇਹ। ਥੈਂਕ ਯੂ ਬਾਈ ਜੀ, ਥੈਂਕ ਯੂ। ਹਾਂਜੀ, ਇਕੱਠੇ ਹੋਣਾ ਨਹੀਂ ਅਸੀਂ ਜੀ, ਇਹ ਵੀ ਹੈ ਜੀ। ਇੱਕ ਮੈਂ ਹੋਰ ਸੋਚਦਾ, ਏਅਰਪੋਰਟ ਕਾਹਦੇ ਲਈ $3 ਸਾਡੀ ਟੈਕਸੀ ਇੰਡਸਟਰੀ ਤੋਂ ਲੈਂਦਾ ਬਈ? ਉਹ ਤੁਸੀਂ ਸਾਡੇ ਸੂਬੇ 'ਚ, ਸਾਡੀ ਜ਼ਮੀਨ 'ਚ ਸਾਡੀ ਇੱਕ ਫੈਸਿਲਿਟੀ ਜਿਹਦੇ 'ਤੇ ਜਹਾਜ਼ ਉਤਰਨ ਦੇ, ਜਹਾਜ਼ ਚੜ੍ਹਨ ਦਾ ਤੁਸੀਂ ਪੈਸੇ ਲੈਂਦੇ ਹੋ। ਆਹ ਜਿਨ੍ਹਾਂ ਨੇ ਸਰਵਿਸ ਦੇਣੀ ਆ, ਜਿਨ੍ਹਾਂ ਨੇ ਸਾਰਾ ਕੁਝ ਕਰਨਾ ਹੈ, ਉਹਨਾਂ ਨੂੰ ਤੁਸੀਂ ਪੈਨਲਾਈਜ਼ ਕਰਦੇ ਹੋ ਵੀ $3 ਦਿਓ ਚੜ੍ਹਨ ਨੂੰ। ਜੇ ਇਹ ਕੱਲ੍ਹ ਨੂੰ ਨਾ ਕਰ ਦੇਣ, ਹੋਈ ਸੀ ਸਟਰਾਈਕ ਇੱਕ ਵਾਰ ਪੁਲ ਦੇ ਉੱਪਰੋਂ, ਓਕ ਸਟਰੀਟ ਵਾਲੇ ਬ੍ਰਿਜ ਤੋਂ ਲੋਕ ਧੂ ਕੇ ਟੈਚੀ ਲੈ ਕੇ ਜਾਂਦੇ ਸੀ, ਨਾਲੇ ਏਅਰਪੋਰਟ ਨੂੰ ਕੱਢਦੇ ਸੀ ਗਾਲਾਂ ਅਗਲੇ ਵੀ ਤੁਸੀਂ ਇਹ ਕੀਤਾ ਕੀ ਆ ਸਾਡੇ ਨਾਲ। ਹੁਣ ਇਹਨਾਂ ਨੂੰ ਟ੍ਰਿਪ ਜਿਹੜੇ ਸਰਵਿਸ ਕਰਦੇ ਆ, ਦਿਨ ਰਾਤ ਬੇਹੀਆਂ ਖਾਂਦੇ ਆ, ਉਹਨਾਂ ਨੂੰ ਕਹਿੰਦੇ $3.5 ਦਿਓ, ਇੱਕ ਤੁਸੀਂ ਸਾਡਾ ਬੰਦਾ ਚੱਕਦੇ ਹੋ, ਲੈ ਕੇ ਜਾਂਦੇ ਹੋ। ਤੇ ਨੰਬਰ 1 ਇਨ ਨਾਰਥ ਅਮਰੀਕਾ, ਨੰਬਰ 2 YVR। ਤੁਸੀਂ ਇਹ ਤਾਂ ਦੱਸੋ, ਜਿਹੜੇ CEO ਨੇ $2 ਮਿਲੀਅਨ ਤੁਸੀਂ ਤਨਖਾਹਾਂ ਲੈਂਦੇ ਹੋ, ਜੇ ਇਹ ਤੁਹਾਡੀ ਟੈਕਸੀ ਇੰਡਸਟਰੀ, ਇਹ ਅੰਦਰ ਰੈਸਟੋਰੈਂਟ ਇੰਡਸਟਰੀ, ਇੱਧਰਲੇ ਨਾ ਇਹ ਹੁਣ ਤੁਹਾਡਾ ਏਅਰਪੋਰਟ ਕਿਵੇਂ ਚੱਲੂ? ਇਹ ਸਮਝ ਨਹੀਂ ਲੱਗਦੀ ਇਹ ਗੱਲ ਕੀ ਚੱਲ ਰਹੀ ਹੈ। ਕਿਉਂ ਟੈਕਸੀ ਵਾਲਾ $3.5 ਦੇਵੇ ਬਈ? ਉਹਨੇ ਟੈਕਸੀ ਦੀ ਲਾਇਸੈਂਸ ਦੀ ਪਲੇਟ ਦੇ ਪੈਸੇ ਦਿੱਤੇ ਨੇ, ਤੁਹਾਡੇ ਏਅਰਪੋਰਟ ਦੀ ਪਲੇਟ ਦੇ ਪੈਸੇ ਦਿੱਤੇ ਨੇ, ਉਹਦੇ ਬਾਅਦ ਉਹ ਸਰਵਿਸ ਦਿੰਦਾ ਹੈ। ਉਹਨੇ ਗੱਡੀ 50,000 ਦੀ ਪਾਈ ਆ, ਉਹ ਵਧੀਆ ਕੱਪੜੇ ਪਾਉਂਦਾ ਹੈ, ਉਹ ਆ ਕੇ ਲਾਈਨ 'ਚ ਖੜ੍ਹਦਾ ਹੈ, ਉਹ 4-4 ਘੰਟੇ ਦਾ ਉਹਨੂੰ ਬਾਅਦ ਉਹਨੂੰ $10 ਦਾ ਟ੍ਰਿਪ ਮਿਲਦਾ, ਫਿਰ ਵੀ ਉਹ ਸਰਵਾਈਵ ਕਰਦਾ ਹੈ। ਤੇ ਹੁਣ $3.5 ਤੁਹਾਨੂੰ ਦੇਵੇ ਉਹ। 3.5 ਇੱਕ ਦੇ ਤਾਂ ਸੌਖੇ ਲੱਗਦੇ ਆ। ਜੇ ਔਨ ਆਫ ਵੀ ਕੰਮ ਕੀਤਾ 15 ਦਿਨ ਤੇ ਐਵਰੇਜ 15-12 ਟ੍ਰਿਪ ਲੱਗੇ, 180 ਨੂੰ ਕਰ ਲਓ 3 ਨਾਲ ਗੁਣਾ, $600 ਗਿਆ ਮਹੀਨੇ ਦੇ, ਅੱਧੇ ਮਹੀਨੇ ਦੀ ਗਰੋਸਰੀ ਹੈ। ਸਨੀ ਜੀ, ਲਾਈਨ ਨੰਬਰ 1। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਇਹ ਕਹਿਣਾ ਕਿ ਜਿੱਦਾਂ ਉਬਰ ਆ ਜਿਹੜੀ, ਇਹ ਇੱਕ ਲੋਕਾਂ ਨੂੰ ਵੀ ਸੋਚਣਾ ਚਾਹੀਦਾ। ਉੱਦਾਂ ਚਲੋ ਮੈਂ ਟਰੱਕ ਚਲਾਉਂਦਾ, ਪਰ ਮੈਂ ਉਬਰ ਚਲਾਉਂਦਾ ਹੁੰਦਾ ਸੀਗਾ ਪਾਰਟ ਟਾਈਮ ਪਿਛਲੇ ਸਾਲ। ਪਰ ਇਹ ਜਿਹੜੀ ਉਬਰ ਆ, ਇਹਨੇ ਜਿੰਨੀ ਮਨੀ ਆ, ਇਹ ਰਿਸਰਚ ਕਰ ਰਹੀ ਆ ਸੈਲਫ ਡਰਾਈਵਿੰਗ ਕਾਰਾਂ ਲਈ। ਬਿਲਕੁਲ। ਐਂਡ ਆਫ ਦਾ ਡੇ ਸਾਰਿਆਂ ਦੀ ਜੋਬਾਂ ਜਾਂਦੇ ਲੱਗਣੀਆਂ, ਬਿਲਕੁਲ, ਟੈਕਸੀ ਵਾਲਿਆਂ ਦੀ ਵੀ ਤੇ ਉਬਰ ਡਰਾਈਵਰ ਵਾਲਿਆਂ ਦੀ ਵੀ, ਸਾਰਿਆਂ ਦੀ ਜਾਂਦੇ ਲੱਗਣੀਆਂ, ਕਿਉਂਕਿ ਉਹ ਜਿੰਨੀ ਵੀ ਮਨੀ ਉਹ ਸੇਵ ਕਰਦੇ ਪਏ ਆ, ਉਹ ਇਨਵੈਸਟ ਕਰਦੇ ਪਏ ਆ ਸੈਲਫ ਡਰਾਈਵਿੰਗ ਕਾਰ 'ਚ। ਇਹ ਬਹੁਤ ਵੱਡੀ ਗੱਲ ਆ। ਸੋ ਜੇ ਹੁਣ ਲੋਕ ਸਮਝ ਜਾਣ ਇਹ ਮੋਨੋਪੋਲੀ ਕੀ ਚੱਲਦੀ ਪਈ ਆ, ਵੱਡੇ ਕਾਰਪੋਰੇਸ਼ਨਾਂ ਕੀ ਕਰਦੀਆਂ ਪਈਆਂ ਆ, ਉਹ ਇੱਥੇ ਆਪਣਾ ਕੋਈ ਸਿਸਟਮ ਤਿਆਰ ਕਰਨ। ਐਟਲੀਸਟ ਕੈਨੇਡਾ ਦਾ ਪੈਸਾ ਕੈਨੇਡਾ 'ਚ ਰਵੇ, ਲੋਕਾਂ ਦੇ ਘਰ ਚੱਲਦੇ ਰਹਿਣ, ਹਨਾ। ਹਾਂਜੀ, ਇਹ ਗੱਲ ਸਹੀ ਆ, ਬਿਲਕੁਲ। ਦੇਖਿਓ, ਥੈਂਕ ਯੂ ਸਨੀ। ਥੈਂਕ ਯੂ ਜੀ। ਜਿਹੜੀਆਂ ਫੁੱਲੀ ਆਟੋਨਮਸ ਜਿਹੜੀਆਂ ਕਾਰਾਂ ਨੇ, ਉਹ ਤਾਂ ਆ ਰਹੀਆਂ ਨੇ 4 ਸਾਲਾਂ 'ਚ 5 ਸਾਲਾਂ 'ਚ ਰਹਿੰਦਾ ਫੂੰਦਾ ਤੁਹਾਡਾ ਡੇਟਾ ਲੈ ਲੂ ਕੇ ਤੁਹਾਡੇ ਡਿਸਪੈਚ ਤੋਂ। ਉਹ ਕਹਿੰਦਾ ਬਣਾਓ ਸ਼ਿਨਸ ਨੇ, ਮੁੱਕ ਗਏ ਘੜੇ 'ਚੋਂ ਦਾਣੇ, ਬਣ ਗਏ ਸਿੰਘ ਸਭੀਏ। ਇਹ ਗੱਲ ਹੋਊ ਅਖੀਰ 'ਚ। ਉਹ ਸੁਣੋ ਜੀ, ਲਾਈਨ ਨੰਬਰ 2 ਗੁਪਤ ਕਾਲਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ।
ਹਾਂਜੀ ਹਾਂਜੀ ਵੀ ਗਿੱਲ ਸਾਹਿਬ ਮੈਂ ਸਹਿਮਤ ਹਾਂ ਜੀ ਸਾਰੇ ਬੰਦਿਆਂ ਨਾਲ ਜਿੰਨਿਆਂ ਨੇ ਵੀ ਗੱਲ ਕਰ ਰਹੇ ਨੇ। ਤੁਸੀਂ ਤਾਂ ਇਹ $3.5 ਨੂੰ ਕਹਿੰਦੇ ਹੋ ਤੇ ਜਿਹੜੀਆਂ ਹੋਰ ਫੀਸਾਂ ਸਟੈਂਡ ਫੀਸ ਦਿੰਦੇ ਆ, ਮਸ਼ੀਨ ਦੀ ਫੀਸ ਦਿੰਦੇ ਆ ਤੇ ਚਾਰਜਿਸ ਜਿਹੜੇ ਹੁੰਦੇ ਆ ਉਹਦੀ ਫੀਸ ਦਿੰਦੇ ਆ, ਜਿਨ੍ਹਾਂ ਦੇ ਅਕਾਊਂਟ ਨੇ ਉਹਨਾਂ ਨੂੰ ਚਾਰਜ ਦਿੰਦੇ ਆ। ਕਿੰਨਾ ਖਰਚਾ ਤਾਂ ਬਹੁਤ ਜ਼ਿਆਦਾ ਹੈ। ਸਰਵਾਈਵ ਤਾਂ ਔਖੇ ਹੀ ਕਰਦੇ ਆ ਕੈਬ ਵਾਲੇ। ਪਲੱਸ ਅੱਜ ਕੱਲ ਹੋਰ ਟ੍ਰੈਂਡ ਹੈ ਜੀ, ਉਹ ਕਹਿੰਦੇ ਵੀ ਜੇ ਤੁਸੀਂ 에ਅਰਪੋਰਟ ਚਲੋ ਪਲੇਟਾਂ ਦੇ ਰੇਟ ਤਾਂ ਘੱਟ ਗਏ, 에ਅਰਪੋਰਟ ਦੀ ਪਲੇਟ ਲੈਣੀ ਹੈ ਕਹਿੰਦੇ 20,000 ਦੋ। ਮੈਂ 20,000 에ਅਰਪੋਰਟ ਦੀ ਪਲੇਟ ਦਾ? 에ਅਰਪੋਰਟ ਤਾਂ ਫ੍ਰੀ 'ਚ ਜਾਈ ਜਾਂਦੇ, ਫ੍ਰੀ 'ਚ ਚੱਕੀ ਜਾਂਦੇ ਆ। ਕੋਈ 15 ਮੰਗੀ ਜਾਂਦਾ, ਕੋਈ 18 ਮੰਗੀ ਜਾਂਦਾ। ਤੁਸੀਂ ਇਹ ਦੇਖ ਲਓ ਵੀ ਇਹ ਹਾਲ ਹਜੇ ਵੀ ਨਹੀਂ ਸਮਝ ਰਹੇ ਲੋਕ। ਬਾਈ ਜੀ ਅੱਧੇ ਤੋਂ ਵੱਧ ਅੱਧੇ ਦਿਨ ਤੋਂ ਵੱਧ ਤਾਂ ਫ੍ਰੀ ਆ ਸਾਰੀਆਂ ਕੈਬਸ ਲਈ ਬਾਈ ਵੀ ਆ, ਜਿਹੜਾ ਮਰਜ਼ੀ ਚੱਕੋ। ਉਹੀ ਗੱਲ ਆ ਜੀ, ਹਜੇ ਵੀ ਤੁਸੀਂ ਦੇਖੋ ਵੀ ਲਾਲਚ ਨਹੀਂ ਭਰ ਰਹੇ। ਪਤਾ ਨਹੀਂ ਕੀ ਕਿੱਧਰ ਨੂੰ ਜਾਣਗੀਆਂ ਮੈਨੇਜਮੈਂਟਾਂ, ਕੀ ਸੋਚ ਕੇ ਕੀ ਫੈਸਲੇ ਲੈ ਰਹੀਆਂ। ਆਈ ਡੋਂਟ ਨੋ। ਥੈਂਕ ਯੂ ਬਾਈ ਜੀ। ਕਰਨ ਆਖਰੀ ਕਾਲਰ ਲਾਈਨ ਨੰਬਰ 1। ਕਰਨ ਜੀ। ਹੈਲੋ, ਹਾਂਜੀ ਗਿੱਲ ਸਾਹਿਬ, ਮੈਂ ਜਿਹੜੇ ਆ ਲਾਸਟ ਕਾਲਰ ਸੀ ਇਹਨਾਂ ਨਾਲ 100% ਅਗਰੀ ਕਰਦਾ ਜੀ। ਜਿਹੜੀਆਂ ਆਪਣਾ ਸੈਲਫ ਡਰਾਈਵਿੰਗ ਕਾਰਾਂ ਨੇ ਉਹਦੇ ਤੇ ਨਾ YouTube ਤੇ ਇੱਕ ਡਾਕੂਮੈਂਟਰੀ ਹੈਗੀ ਆ ਜੀ। ਹਾਂਜੀ, ਲਾਈਨ ਕੱਟੀ ਗਈ ਜੀ। ਐਨੀਵੇਜ਼ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਬਹੁਤ ਕੁਛ ਟੈਕਸੀ ਇੰਡਸਟਰੀ ਦਾ, ਕਿਉਂਕਿ ਫਸਟ ਹੈਂਡ ਇਨਫੋਰਮੇਸ਼ਨ ਤਾਂ ਵੀ 5 ਸਾਲ ਮੈਂ ਚਲਾਈ ਹੈ। ਮੈਨੇਜਮੈਂਟ ਕਿਵੇਂ ਵਧੀਆ ਇੰਡਸਟਰੀ ਨੂੰ ਕਿਵੇਂ ਕਰ ਸਕਦੀ ਹੈ ਕੰਪਨੀ ਨੂੰ, ਅਤੇ ਖਰਾਬ ਮੈਨੇਜਮੈਂਟ ਕਿਵੇਂ ਉਸ ਕੰਪਨੀ ਨੂੰ ਉਜਾੜ ਸਕਦੀ ਹੈ, ਇਹ ਵੇਖਿਆ। ਇਹ ਯਾਰ ਨੇਬਰਹੁੱਡ ਆ ਸਾਡੀ ਭਾਈਚਾਰਾ। ਇਹਦੇ 'ਚ 20 ਟੈਕਸੀ ਦੀਆਂ ਕੰਪਨੀਆਂ ਨੇ, ਉਹਨਾਂ ਨਾਲ ਅਸੀਂ ਰੋਟੀ ਖਾਂਦੇ ਹਾਂ। ਉਹ ਪੈਸਿਆਂ ਦੇ ਨਾਲ ਅਸੀਂ ਖਰੀਦਦੇ ਹਾਂ, ਸਟੋਰ ਚੱਲਦੇ ਨੇ, ਉਹਨਾਂ ਪੈਸਿਆਂ ਨਾਲ ਲੋਟ ਖਰੀਦਦੇ ਹਾਂ, ਡਿਵੈਲਪਰ ਪੈਸਾ ਕਮਾਉਂਦੇ ਨੇ, ਉਹਨਾਂ ਲੋਟ 'ਤੇ ਘਰ ਬਣਾਉਂਦੇ ਆ। 50 ਆ ਕੇ ਟਰੇਡਸਮੈਨ ਰੋਟੀ ਖਾਂਦੇ ਨੇ। ਉਹ ਉੱਜੜ ਜੂ। ਉਹ ਰਹਿੰਦੀ ਖੂੰਹਦੀ ਊਬਰ ਤੋਂ ਤਾਂ ਹੁਣ ਉਹ ਸਾਹਾਂ 'ਚ ਆ ਗਈ ਦੁਬਾਰਾ। ਲੋਕ ਊਬਰ ਤੋਂ ਪਿੱਠ ਕਰ ਗਏ। ਬਹੁਤ ਸਿਆਣੇ ਬੰਦੇ ਨੇ, ਕਈ ਉਹ ਕਹਿੰਦੇ ਨੋ ਅਸੀਂ ਪੈਸਾ ਨਹੀਂ ਭੇਜਣਾ ਸੈਨ ਫਰਾਂਸਿਸਕੋ, ਅਸੀਂ ਕਿਉਂ ਭੇਜੀਏ। ਹੁਣ ਉਹੀ ਕੰਪਨੀਆਂ ਚੱਕ ਕੇ ਡਿਸਪੈਚ ਊਬਰ ਦੇ ਇੱਕ ਸਿਸਟਮ ਨੂੰ ਦੇ ਰਹੀਆਂ ਨੇ। ਲੈ ਜਾਣਗੇ ਝਾੜ ਕੇ ਸਾਰਾ ਕੁਛ, ਫਿਰ ਹੀ ਚੱਲਿਓ। ਫਿਰ ਗੇੜੇ ਕੱਢਦੇ ਤੁਸੀਂ ਤਾਂ ਜਿਹੜੇ ਮੈਨੇਜਮੈਂਟ 'ਚ ਬੈਠਿਆ 55-60 ਸਾਲਾਂ ਵਾਲੇ ਨੇ, ਤੁਸੀਂ ਤਾਂ 10 ਸਾਲਾਂ ਨੂੰ ਘੁੰਮ ਜਾਣਾ, ਬਹਿ ਜਾਣਾ। ਜਿਹੜੇ ਨਵੇਂ ਬੰਦੇ ਆਉਣਗੇ ਉਹ ਰੋਟੀ ਕਿੱਥੋਂ ਖਾਣਗੇ? ਕਿਹਨੂੰ ਟੈਕਸੀਆਂ ਤੁਸੀਂ ਵੇਚੋਗੇ? 5-5 4-4 ਟੈਕਸੀਆਂ ਦੇ ਮਾਲਕੋਂ ਕਿਹਨੂੰ ਵੇਚੋਗੇ ਤੁਸੀਂ? ਅੱਜ ਜੇ ਭੋਰਾ ਤੁਹਾਡੀ ਕਿਸੇ ਦੀ ਮੁੱਠੀ ਗਰਮ ਹੋ ਗਈ, ਜਿਹੜੀਆਂ 5-4 ਟੈਕਸੀਆਂ ਨੇ ਉਹ ਕਿਹਨੂੰ ਵੇਚੋਗੇ? ਜੇ ਤੁਹਾਡੀ ਕੰਪਨੀ ਉਹ ਨਹੀਂ ਚੱਲੂ, ਤੁਹਾਡੇ ਕੋਲ ਬਿਜ਼ਨਸ ਹੀ ਨਹੀਂ ਹੋਊ, ਖਤਮ। ਖਬਰਾਂ ਤੋਂ ਪਹਿਲਾਂ ਇੱਕ ਆਖਰੀ ਕਾਲਰ ਨਾਲ ਇਸ ਇੰਡਸਟਰੀ 'ਤੇ ਗੱਲ ਕਰ ਲਵਾਂ ਅਤੇ ਫਿਰ ਖਬਰਾਂ ਸੁਣਾਉਣਾ ਅਤੇ ਅਗਲੇ ਘੰਟੇ 'ਚ ਕਹਾਣੀ। ਸਟਾਰ ਬਲਜਿੰਦਰ ਸਿੰਘ ਜੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਆ, ਤੁਸੀਂ ਬਹੁਤ ਵਧੀਆ ਬੜਮੁੱਲੀ ਜਾਣਕਾਰੀ ਦਿੱਤੀ ਹੈ। ਤੇ ਅੱਛਾ, ਮੈਂ ਇੱਕ ਨਾ ਇੰਡਸਟਰੀ ਦੇ ਵਿੱਚ ਸਾਰੀ ਟੈਕਸੀ ਇੰਡਸਟਰੀ ਨੂੰ ਨਾ ਇੱਦਾਂ ਚਾਹੀਦਾ, ਉਹਨਾਂ ਦੇ ਬੋਰਡ ਆਫ ਡਾਇਰੈਕਟਰ ਉਹੀ ਹੋਣ ਜਿਹੜੇ ਟੈਕਸੀ ਚਲਾਉਂਦੇ ਆ, 12-12 ਘੰਟੇ ਕੰਮ ਕਰਦੇ, ਇਹਨਾਂ ਨੂੰ ਪਤਾ ਕਿ ਟੈਕਸੀ ਇੰਡਸਟਰੀ ਕੀ ਆ। ਤੇ ਜਿਹੜੇ ਜਿਹੜਾ ਬਾਹਰੋਂ ਆ ਕੇ ਬਾਬੂ ਬਣਦੇ ਆ, ਨਾ ਕਦੇ ਟੈਕਸੀ ਚਲਾਈ ਆ, ਤੇ ਆਪਣੀਆਂ ਬਾਹਰ ਲੱਖ-ਲੱਖ 2-2 ਲੱਖ ਡਾਲਰ ਦੀਆਂ ਜੋਬਾਂ ਹੈਗੀਆਂ। ਤੇ ਤੁਸੀਂ ਚਾਹੇ ਉਬਰ ਦੇ ਨਾਲ ਚੱਲ ਜਾਓ, ਚਾਹੇ ਜਿੰਨਾ ਮਰਜ਼ੀ ਚੱਲ ਜਾਓ, ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਪਰ ਜਿਹੜੇ ਵਿਚਾਰੇ ਬੱਚੇ ਪਾਲਦੇ ਆ, ਰੋਟੀ ਇੱਥੋਂ ਹੀ ਚੱਲਦੀ ਹੈ ਜਿਨ੍ਹਾਂ ਦੀ, ਉਹਨਾਂ ਦਾ ਬਹੁਤ ਔਖਾ ਹੋ ਜਾਣਾ। ਸੋ ਸਾਰੀਆਂ ਕੰਪਨੀਆਂ ਦੇ ਵਿੱਚ ਰਿਕੁਐਸਟ ਹੀ ਆ, ਉਹਨਾਂ ਨੂੰ ਡਾਇਰੈਕਟਰ ਬਣਾਓ ਜਿਹੜੇ ਟੈਕਸੀ ਆਪ ਚਲਾਉਂਦੇ ਆ, ਫੁੱਲ ਟਾਈਮ ਚਲਾਉਂਦੇ ਆ, ਜਿਹਨਾਂ ਨੂੰ ਪਤਾ ਕੀ ਦੁੱਖ ਤਕਲੀਫਾਂ। ਪਰ ਜਿਨ੍ਹਾਂ ਨੇ ਚਲੋ ਕਈਆਂ ਨੇ ਪੁਰਾਣੀਆਂ ਚਲਾਈਆਂ ਵਾ, ਹੁਣ ਆਪਣੀਆਂ ਨਵੀਆਂ ਜੋਬਾਂ ਸੈੱਟ ਕਰ ਲਈਆਂ, ਉੱਤੇ ਸੈੱਟ ਵਾ। ਪਰ ਟੈਕਸੀ ਇੰਡਸਟਰੀ ਐਵਰੀ ਮਹੀਨੇ ਕੁਛ ਨਾ ਕੁਛ ਨਵਾਂ ਚੇਂਜ ਹੁੰਦਾ ਰਹਿੰਦਾ, ਸਾਰਾ ਕੁਛ ਜੋ ਵੀ ਆ। ਪਰ ਆਹ ਜਿਹੜਾ ਕਰਨ ਲੱਗਿਆ, ਜਿਹੜੀ ਚਲੋ ਸਾਡਾ ਤਾਂ ਜੇ ਬਚਾਅ ਆ, ਬਲੈਕ ਟੌਪ ਵਾਲਿਆਂ ਨੇ ਮੇਰਾ ਖਿਆਲ ਕੀਤਾ, ਉਹਦੇ ਨਾਲ ਕੀ ਹੋਇਆ, ਉਹਨਾਂ ਨੇ ਡਾਟਾ ਤੁਹਾਡਾ ਸਾਰਾ ਚੱਕ ਕੇ ਲੈ ਜਾਣਾ, ਤੇ ਜਿਹੜੇ ਵਧੀਆ ਕਸਟਮਰ ਹੋਣੇ ਆ ਉਹਨਾਂ ਨੂੰ ਫਿਰ ਉਹਨਾਂ ਨੇ ਕੂਪਨ ਦੇਣੇ ਸ਼ੁਰੂ ਕਰ ਦੇਣੇ, ਤੇ ਸਾਰਾ ਜਿੰਨਾ ਵੀ ਟੈਕਸੀ ਇੰਡਸਟਰੀ ਦਾ ਬਿਜ਼ਨਸ ਆ ਉਬਰ ਦੇ ਕੋਲ ਚੱਲ ਜਾਣਾ, ਉਹਨਾਂ ਦੇ ਕੋਲ ਸਾਰਾ ਡਾਟਾ ਚੱਲ ਜਾਣਾ, ਤੇ ਉਹਨਾਂ ਨੂੰ ਅਪਰੋਚ ਕਰਨੀ ਸੌਖੀ ਹੋ ਜਾਣੀ ਹੈ ਕਸਟਮਰਾਂ ਨੂੰ। ਬਿਲਕੁਲ। ਸੋ ਮੇਰੇ ਹਿਸਾਬ ਨਾਲ ਬਚਣਾ ਚਾਹੀਦਾ ਸਾਰਿਆਂ ਨੂੰ। ਤੇ ਦੇਖੋ ਸਾਰਿਆਂ ਦੀ ਰੋਜੀ ਰੋਟੀ ਆ, ਇਹਦੇ ਵਿੱਚ ਇਹ ਨਹੀਂ ਕਿ ਜੇ ਇੱਕ ਬੰਦੇ ਨੇ ਫੈਸਲਾ ਕਰ ਲਿਆ ਤੇ ਬਸ ਉਹ ਡਿਕਟੇਟਰਸ਼ਿਪ ਆ, ਉਹ ਤੇ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਹੱਲ ਕੱਢਣਾ ਚਾਹੀਦਾ ਬਾਈ ਜੀ। ਧੰਨਵਾਦ ਜੀ। ਥੈਂਕ ਯੂ। ਨਿਊਯਾਰਕ ਟੈਕਸੀ ਨੇ ਵੀ ਇਸ ਤਰ੍ਹਾਂ ਕੀਤਾ ਉਬਰ ਨਾਲ ਜਾ ਕੇ। ਵੱਡੀਆਂ ਅਖਬਾਰਾਂ ਨੇ ਖਬਰ ਜਿਹੜੀ ਲਾਈ, ਨਿਊਯਾਰਕ ਟੈਕਸੀ ਡਰਾਈਵਰਸ ਹੇਟਡ ਉਬਰ, ਨਾਓ ਦੇ ਆਰ ਗੋਇੰਗ ਟੂ ਹੈਲਪ ਇਟ। ਉਹੀ ਉਹਨਾਂ ਦੇ ਥੱਲੇ
ਇਹਨਾਂ ਦੀ ਕੰਪਨੀ ਹੈ ਜਿਹੜੀ ਤੁਸੀਂ ਉਹਨਾਂ ਨੇ ਬਣਾ ਦਿੱਤੀ ਆ ਮੈਨੇਜਮੈਂਟ ਕਰਨ ਲਈ, ਅਤੇ ਦੇ ਦਿਓ ਉਹਨਾਂ ਨੂੰ ਲਿਖ ਕੇ, ਸਾਰਾ ਕੁਛ ਕਰੀ ਜਾਊਗੀ, ਲੈ ਜਾਣਗੇ ਭਾਂਡੇ ਟਿੰਡੇ ਤੁਹਾਡੇ ਚੱਕ ਕੇ, ਅਤੇ ਮੁੜ ਕੇ ਬਣਾ ਕੇ ਸੈਲਫ ਜਿਹੜੀਆਂ ਫੁੱਲੀ ਆਟੋਨਮਸ ਕਾਰਾਂ, ਤੁਸੀਂ ਧੋਈ ਚੱਲਿਓ ਕਾਰਾਂ ਆਪਣੀਆਂ। ਫਿਰ ਇਹ ਚੀਜ਼ ਤੋਂ ਬਚਣਾ ਚਾਹੀਦਾ। ਐਟਲੀਸਟ ਤੁਸੀਂ ਤਾਂ ਨਾ ਕਰੋ ਜਿਹਦੇ ਨਾਲ ਇਹ ਹੋਇਆ ਤੁਹਾਡਾ, ਚਾਹੇ 30% 40% ਕੁਝ ਵੀ ਬਿਜ਼ਨਸ ਲੈ ਆ, ਘਰਾਂ ਦੇ ਘਰ ਖਰਾਬ ਹੋ ਗਏ, ਖਰਚੇ ਲੋਕਾਂ ਦੇ ਖਰਾਬ ਹੋ ਗਏ, ਅਤੇ ਪਰ ਫਿਰ ਵੀ ਅਸੀਂ ਹੁਣ ਸਟਿਲ ਕਹਿੰਦੇ ਆ ਵੀ ਊਬਰ ਨੂੰ ਅਸੀਂ ਡਿਸਪੈਚ ਦੇਣਾ। ਉਹ ਕੰਪਨੀ ਜਿਹਦੇ ਅਗੇਂਸਟ ਤੁਸੀਂ ਲੜੇ, ਕੇਸ ਕੀਤੇ, ਉਸ ਕੰਪਨੀ ਨੂੰ ਤੁਸੀਂ ਬਿਜ਼ਨਸ ਦੇ ਰਹੇ ਹੋ ਆਪਣਾ। ਬੋਰਡ ਆਫ ਡਾਇਰੈਕਟਰਸ ਨੂੰ ਸੋਚਣਾ ਚਾਹੀਦਾ ਤੁਸੀਂ ਕੀ ਕਰਨ ਜਾਣਾ। ਲੋਕਾਂ ਨੇ ਮਾਫ ਨਹੀਂ ਕਰਨਾ, ਆਉਣ ਵਾਲੀਆਂ ਪੀੜ੍ਹੀਆਂ ਇਹ ਸਵਾਲ ਪੁੱਛਣਗੀਆਂ ਤੁਹਾਨੂੰ। ਬੂਟਾ ਸਿੰਘ ਸ਼ਾਹ ਜੀ ਦੀ ਕਹਾਣੀ ਟਿਕਾਣਾ। ਝਾਵੇਂ ਨੂੰ ਚਾਅ ਚੜਿਆ ਰਹਿੰਦਾ, ਚਿੜੇ ਵਾਂਗੂ ਟਪੂਸੀ ਮਾਰਦਾ, ਜਵਾਨੀ ਮੁੜ ਕੇ ਆ ਗਈ, ਸ਼ਕੀਨੀ ਲਾਉਂਦਾ, ਮੋਚੇ ਨਾਲ ਸੇਲੀ ਤਿੱਖੀ ਕਰਦਾ, ਸੁਰਮਾ ਪਾਉਂਦਾ, ਜਰਕ ਵਾਲੀ ਦਖੱਲੀ ਜੁੱਤੀ, ਚਿੱਟਾ ਪੋਥਾ ਧੂੰਮਾਂ ਛੱਡਦਾ। ਕਿਉਂ ਮਿਲਦੀ ਆ ਕੜਛੀ ਦਾਲ ਦੀ ਕਿ ਨਹੀਂ, ਕੁੱਬਾ ਛੇੜ ਨੂੰ ਨਾ ਹਟਦਾ। ਸੀਰ ਕਰ ਲਾ, ਸੀਰ ਵਿਸਾਖ ਸਿਆਣੀ ਮੱਤ ਦਿੰਦਾ। ਉਹ ਵਿਚਲੀ ਕੁੰਡੀ ਦਾ ਉਹਨੂੰ ਪਤਾ ਸੀ। ਝਾਵਾਂ ਕਮਾਈ ਤੇ ਜੁਟ ਗਿਆ, ਬੱਟ ਡੋਲ ਤੇ ਘਾਹ ਦੀ ਤਿੜ ਨਾ ਛੱਡੀ, ਦਾੜੀ ਦੇ ਬੱਗੇ ਵਾਲ ਚੁਗਣ ਵਾਂਗੂ ਹਰੇ ਘਾਹ ਦਾ ਪੱਕਾ ਬੈਰੀ ਸੀ। ਘਰੇ ਰੌਣਕ ਤਾਂ ਆਈ, ਇੱਕ ਦਿਨ ਆਪੇ ਹੀ ਬੋਲਿਆ। ਬੈਠੇ ਨੇ ਲੱਤਾਂ ਨਸਾਲੀ ਬੈਠਾ ਸੀ, ਗੱਭੇ ਕੌਲੀ ਦਾਲ ਦੀ ਰੱਖੀ ਹੋਈ ਸੀ, ਆਲੇ ਦੁਆਲੇ ਰੋਟੀਆਂ ਸੀ। ਰੋਟੀਆਂ ਵਾਲਾ ਘਿਓ ਦੇ ਨਾਲ ਜਿਹੜੇ ਹੱਥ ਭੋਰਾ ਲਿਬੜੇ ਸੀ, ਉਹਨੇ ਖੁੱਚਾਂ 'ਤੇ ਮਲ ਕੇ ਹੱਸ ਕੇ ਗਿਆ, ਕਹਿੰਦਾ ਘਰੇ ਰੌਣਕ ਤਾਂ ਆਈ। ਪਹਿਲਾਂ ਉਹਨੂੰ ਲੱਗਿਆ ਵੀ ਮੇਰਾ ਵਿਆਹ ਨਹੀਂ ਹੋਇਆ, ਪਰ ਛੋਟੇ ਦਾ ਹੋ ਗਿਆ। ਬਾਰੀ ਫੁੱਟੀ ਤਾਂ ਕਈ ਦਿਨ ਉਹਨੇ ਝੋਰਾ ਵੀ ਕੀਤਾ। ਚੱਲ ਬਹੁਤੀਆਂ ਤੋਂ ਕੀ ਮੇੜ ਪਾਉਣੀ ਐ, ਵਿਆਹ ਹੀ ਤਾਂ ਗਏ, ਮੁੱਛਾਂ ਬੱਗੀਆਂ ਹੋ ਗਈਆਂ। ਮੋਚ ਨਾਲ ਲੈ ਕੇ ਕਰੜੀ ਝੁੱਟੀ ਲਾਉਂਦਾ, ਪਰ ਬੱਗੇ ਵਾਲ ਖੁੰਬਾਂ ਵਾਂਗੂ ਨਿਕਲੇ ਆਉਂਦੇ। ਭਾਬੀ ਆਉਣ ਤੋਂ ਪਹਿਲਾਂ ਜ਼ਿੰਦਗੀ ਖੁਸ਼ਕ ਧਰਤੀ ਵਰਗੀ ਸੀ ਉਹਦੀ। ਘਰ ਦੀਆਂ ਦਾਸ ਕੰਧਾਂ ਖਾਣ ਨੂੰ ਆਉਂਦੀਆਂ, ਭਾਬੀ ਜ਼ਿੰਦਗੀ 'ਚ ਫੁੱਲ ਬਣ ਕੇ ਆਈ। ਵੱਡੇ 'ਤੇ ਹੈਰਾਨੀ ਸੀ, ਜਾਦੀ ਭਰਜਾਈ ਵੱਡਾ ਬਾਬੇ ਜੀ ਵਾਂਗੂ ਬਾਰ 'ਚ ਚੌਂਕੜੀ 'ਤੇ ਮੰਜਾ ਡਾਹ ਛੱਡਦਾ, ਜਾਂਦਾ ਨਾ ਕੰਮ 'ਤੇ। ਝਾਵੇਂ ਨੇ ਚੜ੍ਹਦੀ ਉਮਰੇ ਬਹੁਤ ਕਤਿੱਤਾਂ ਕੀਤੀਆਂ, ਬਹੂਆਂ ਛੇੜੀਆਂ, 20 ਪਾਪੜ ਵੇਲੇ ਗਲ 'ਚ ਤਬੀਤੀ ਬੰਨ੍ਹ ਕੇ ਚਾਹ ਪੂਰੇ ਕੀਤੇ, ਦੰਦਾਂ 'ਚ ਮੇਖਾਂ ਲਵਾਈਆਂ, ਪੱਟਾਂ 'ਤੇ ਮੋਰਨੀਆਂ, ਹਰ ਕਤਿੱਤ ਕੀਤੀ, ਵਿਆਹ ਨਾ ਹੋਇਆ। ਝਾਵਾਂ ਕੰਮ ਕਰਨ ਨੂੰ ਬਹੁਤ ਤਕੜਾ ਸੀ, ਅੱਕਦਾ ਨਾ ਥੱਕਦਾ, ਮੂੰਹ ਬੰਨ੍ਹ ਕੇ ਕੰਮ ਕਰਦਾ। ਛੋਟਾ ਮਕਲਾਵਾ ਲਿਆਉਣ ਕਰਕੇ ਦਿਨੇ ਖੇਤ ਸੁੱਤਾ ਰਹਿੰਦਾ, ਅਤੇ ਉਹਨੂੰ ਸੁੱਤੇ ਪਏ ਨੂੰ ਦੇਖ ਕੇ ਝਾਵਾ ਪਿਆ ਉਹਨਾਂ ਨੇ ਸੜਿਆ, ਇਉਂ ਹੀ ਸੌਣਾ ਪੈਂਦਾ ਬਾਈ। ਬੜਾ ਕਹਿੰਦਾ ਇਹਨੂੰ ਉਠਾ ਲਿਆ ਕਰ, ਦਿਨ ਰਾਤ ਸੁੱਤਾ ਰਹਿੰਦਾ। ਵੱਡੇ ਨੇ ਝਾਵੇਂ ਨੂੰ ਠੇਕਿਆ। ਝਾਵਾਂ ਘੱਟ ਬੋਲਦਾ, ਵੱਡੇ ਮੂਹਰੇ ਤਾਂ ਊਈਓ ਨਹੀਂ ਸੀ ਬੋਲਦਾ, ਹੂੰ ਕਰਕੇ ਪਰਾਂ ਨੂੰ ਹੋ ਜਾਂਦਾ। ਵੱਡੇ ਦੀ ਕਿਸੇ ਗੱਲ ਦਾ ਕਦੇ ਗੁੱਸਾ ਵੀ ਨਹੀਂ ਸੀ ਕਰਦਾ, ਪਰ ਜੋ ਉਹਨੂੰ ਵੱਡੇ 'ਤੇ ਬਹੁਤ ਗੁੱਸਾ ਆਇਆ। ਉਸਨੂੰ ਛੋਟਾ ਸੁੱਤਾ ਪਿਆ ਚੰਗਾ ਕਿਉਂ ਲੱਗਦਾ। ਕਿਉਂ ਕੀਤਾ ਪਿਆ ਚੇਤਾ, ਕੁੱਬੇ ਨੇ ਕੋਲ ਦੀ ਲੰਘਦੇ ਕਿਹਾ। ਐਂ ਆਂਦੇ ਆਉਂਦੇ ਐ, ਇਹ ਨਹੀਂ ਕੱਖ ਛੱਡਦੀਆਂ। ਵੇਖ ਸੁੱਤਾ ਜਿਵੇਂ ਰਾਤ ਦੀ ਪਾਣੀ ਰਾਤ ਦੀ ਵਾਰੀ ਲਾਈ ਐ। ਕੁੱਬਾ ਮਸ਼ਕਰੀਆ ਕਰਨ ਨੂੰ ਨਾ ਹਟਦਾ, ਤਾਏ ਦਾ ਪੁੱਤ ਸੀ। ਝਾਵਾਂ ਇਹ ਹੱਸਿਆ ਜਿਵੇਂ ਲੋਟੇ 'ਚੋਂ ਪਾਣੀ ਮੁੱਧਦਾ। ਨਾਸਾਂ 'ਚ ਉਂਗਲ ਚਾੜ ਕੇ ਉਹਨੇ ਸੁੱਤੇ ਪਏ ਵੱਲ ਬਹੁਤ ਛੋਟੀ ਰੀਝ ਨਾਲ ਦੇਖਿਆ, ਅਤੇ ਅੱਖਾਂ 'ਚ ਪਾਣੀ ਵੀ ਉਹਦੇ ਆਇਆ। ਤੂੰ ਰੋਟੀ ਲੈ ਕੇ ਆ ਜੀ। ਅਗਲੇ ਦਿਨ ਪਹਿਰ ਦੀ ਤੜਕੇ ਹਨਾੜੀ ਪਾਉਂਦੇ ਝਾਵੇਂ ਨੇ ਛੋਟੇ ਨੂੰ ਕਿਹਾ। ਝਾਵੇਂ ਨੂੰ ਦਿਸਦਾ ਸੀ ਛੋਟਾ ਖੜਾ ਨੀਂਦਰ ਨਾਲ ਝੂਟੇ ਲੈਂਦਾ ਸੀ। ਛੋਟਾ ਰੋਟੀ ਲੈ ਕੇ ਆਉਂਦਾ, ਬੜਾ ਛੋਟੇ ਝਾਵੇਂ ਨੂੰ ਕਹਿੰਦਾ ਇਹ ਤੇਰੇ ਨਾਲ ਨਹੀਂ ਆਉਂਦਾ। ਓਏ ਸੁੱਡੇ ਤੂੰ ਬੋਲਦਾ ਕਿਉਂ ਨਹੀਂ, ਇਹਨੂੰ ਵਿਗਾੜੀ ਜਾਂਦਾ, ਇਹਨੇ ਲੱਥ ਨਹੀਂ ਦੇਣੀ ਕੱਲ੍ਹ ਨੂੰ, ਇਹਦੀ ਕਿਸਮ ਦਾ ਨਹੀਂ ਤੈਨੂੰ ਪਤਾ। ਬੜਾ ਛੋਟੇ ਨੂੰ ਬਹੁਤ ਜਰਕਦਾ, ਉਹਦੀਆਂ ਤੱਤੀਆਂ ਅੱਖਾਂ ਤੋਂ ਡਰ ਲੱਗਦਾ। ਸੀਟੀ ਮਾਰ ਕੇ ਛੋਟਾ ਤੁਰਨ ਵਾਲਾ ਕਮਾਊ ਨਹੀਂ ਸੀ ਮਾਰ ਰਿਹਾ। ਛੋਟਾ ਰੋਟੀ ਲੈ ਕੇ ਆਇਆ, ਬੜਾ ਚੁੱਪ ਕਰ ਗਿਆ। ਨੀਵੀਂ ਪਾ ਕੇ ਲੱਸੀ ਦੀ ਘੁੱਟ ਤੇ ਅੰਗੂਠੇ ਦੀ ਹੁੱਜ ਨਾਲ ਰੋਟੀ ਉਹਨੇ ਅੰਦਰ ਧੱਗੀ। ਲੈ ਪਹਿਲਾਂ ਚੂੰਡਾ ਪੱਟਾਂ ਤੇ ਫਿਰ ਹੋਰ ਕੰਮ ਦੱਸੂਗਾ। ਬੜੇ ਨੇ ਛੋਟੇ ਨੂੰ ਅੱਗੇ ਕਹੀ ਰੱਖੀ। ਸੱਜਰੇ ਸੁਰਮੇ ਵਾਲੀ ਛੋਟੇ ਦੀ ਭੂਰੀ ਅੱਖ 'ਚ ਗੁੱਸਾ ਮੱਗ ਗਿਆ। ਆਹ ਲੱਖ ਕੇਰਾਂ ਜਮਾਂ ਹੀ ਤਿੜ ਨਾ ਰਹੇ, ਜੜੋਂ ਕੱਢਦੇ ਚੂੰਡਾਂ ਨੂੰ। ਮੈਂ ਕੀ ਕਰਾਂ ਚੂੰਡਾਂ ਨੂੰ। ਛੋਟਾ ਲੱਸੀ ਵਾਲਾ ਕੁੱਜਾ ਰੱਖ ਕੇ ਹੋਰ ਵੱਡਾ ਕਰੇ। ਵੱਡੇ ਦਾ ਦਿਲ ਸੀ ਉਹਦੇ, ਖੜ ਕੇ 2 ਥੱਪੜ ਲਾਵੇ। ਛੋਟਾ ਚੱਕਵੇਂ ਪੈਰੀ ਖੇਤ ਟੱਪ ਗਿਆ। ਵੱਡੇ ਦੇ ਗੁੱਸੇ ਨੇ ਵਟਣੇ ਚੜ੍ਹੇ। ਕਿਉਂ ਝਾਵੇਂ ਨੇ ਫੇਰ ਨਾ ਝਾਕਿਆ। ਉਹ ਤੈਨੂੰ ਕਹਿਣਾ ਮੈਂ ਸੁੱਡਲਾ, ਤੈਨੂੰ ਕਰਤੀ ਪੱਟੀ ਮੇਸ। ਜੇ ਗੇੜਿਆ ਹੁੰਦਾ ਅੱਜ ਐ ਨਹੀਂ ਸੀ ਕਰਦਾ, ਹੋ ਜਾਂਦਾ ਤੁਰਿਆ ਘਰ ਨੂੰ।
ਐ ਤੁਰਿਆ ਜਾਂਦਾ ਜਿਵੇਂ ਘਰੇ ਆਂਡੇ ਰੱਖਣੇ। ਸਾਰੇ ਵਿਆਹ ਕਰਾਉਂਦੇ ਨੇ, ਇਹ ਸਾਲਾ ਗੇੜਾ ਦਿੰਦਾ ਖੂਹ ਤੋਂ ਸਿੱਧਾ ਘਰੇ, ਲੱਸੀ ਦਾ ਡੋਲੂ ਰੱਖਦਾ ਸਿੱਧਾ ਘਰੇ। ਝਾਮਿਆ ਤੂੰ ਬੰਦਾ ਬਣ ਜਾ, ਤੈਂ ਸਿਆਪਾ ਪਾਇਆ। ਝਾਮੇ ਨੇ ਮੰਨ ਕਿਹਾ ਚੱਲ ਬੱਸ ਕਰ। ਉਹਨੇ ਬਲਦੀ ਅਰਲੀ ਸੂਤ ਕਰ ਰਿਹਾ ਸੀ। ਐਂ ਤਾਂ ਡੰਗ ਨਹੀਂ ਲੈਣਾ, ਜਮਾ ਹੀ ਹੱਥਾਂ 'ਚੋਂ ਜਾਊ। ਬੜਾ ਲਾਣੇਦਾਰ ਫੇਰ ਗੁੱਸੇ 'ਚ, ਬੜੇ ਦਾ ਗੁੱਸਾ ਹਾੜ ਦੀ ਧੁੱਪ ਵਾਂਗੂ ਚਮਕਿਆ। ਉਹ ਛੋਟੇ ਨੂੰ ਗਿੱਚੀ ਤੋਂ ਫੜ ਕੇ ਹੱਥ 'ਚ ਕਹੀ ਫੜਾਉਣਾ ਚਾਹੁੰਦਾ ਸੀ। ਵਿਆਹ ਹੋ ਗਿਆ, ਹਵਾ ਗਿਆ, ਮਕਲਾਵਾ ਲੈ ਆਂਦਾ, ਸਿੱਧਾ ਹੀ ਸਹੁਰਿਆਂ ਵਾਂਗੂ ਘਰ ਨੂੰ ਜਾਂਦਾ। ਗਾਹਾਂ ਤੀਵੀਂ ਇਹੋ ਜਿਹੀ ਆਈ, ਉਹ ਵੀ ਨਹੀਂ ਕਹਿੰਦੀ ਵੀ ਜਾ ਜੂ ਜੀ ਤੂੰ ਕੰਮ 'ਤੇ ਜਾ ਵੜ, ਮਰੀ ਚੱਲ ਇੱਥੇ, ਤੇਰਾ ਮੇਰਾ ਕੀ ਆ, ਨਾ ਰੰਨ ਨਾ ਕੰਨ, ਬੜਾ ਬੋਲੀ ਜਾਵੇ। ਜੇ ਇਹਨੂੰ ਨਾ ਅੱਜ ਪੁਰਾਣੀ ਥੱਲੇ ਲਿਆਂਦਾ, ਇਹਨੇ ਸੂਤ ਨਹੀਂ ਆਉਣਾ। ਚੱਲ ਕੇ ਲਿਆਈਏ ਧੂ ਕੇ। ਵੱਡੇ ਨੇ ਲਾਂਗੜੇ ਕੱਸ ਲਿਆ। ਜਾਣ ਦੇ, ਜਵਾਕ ਹੈ। ਝਾਵੇਂ ਨੇ ਮੱਧਮ ਤੇ ਭਾਰੀ ਆਵਾਜ਼ 'ਚ ਕਿਹਾ, ਹਾਲੇ ਜਵਾਕ ਹੈ, ਤੂੰ ਹੀ ਕੱਲ ਨੂੰ ਪਿੱਟੇਗਾ। ਇਹਨੇ ਡੱਕਾ ਨਹੀਂ ਦੂਰਾ ਕਰਨਾ। ਗਾਹਾਂ ਨੂੰ 2 ਸਾਲਾਂ ਜਵਾਕ 2 ਮਾਰੂ ਲਾ ਕੇ ਉਹ ਗਾਹਾਂ ਉਹਨਾਂ ਨੂੰ ਰੋਟੀ ਖਿਲਾਈ ਚੱਲੀ। ਉਹ ਕੋਈ ਨਾ, ਹੋ ਲੈਣ ਦੇ ਜਵਾਕ ਆ। ਝਾਵਾਂ ਫੇਰ ਬੋਲਿਆ, ਕੋਈ ਨਹੀਂ। ਲਓ ਜੀ, ਘਰ ਨੂੰ ਗਏ। ਗਾਹਾਂ ਬੇਬੇ ਰੋਟੀਆਂ ਲਾਵੇ, ਦਰਵਾਜ਼ੇ 'ਚੋਂ ਔਕੜ ਕੇ ਰੋਟੀਆਂ ਪਕਾ ਰਹੀ। ਮਾਂ ਵੱਲ ਧਾਕ ਕੇ ਵੱਢਣੇ, ਮਾਂ ਤੂੰ ਰੋਟੀਆਂ ਪਕਾਈ ਜਾਂਦੀ ਐ। ਹਨੇਰੇ 'ਚ ਤਾਂ ਮੈਨੂੰ ਟੋ ਕੇ ਧੂਏ 'ਚ ਧੁਆ ਕੇ ਕੱਚੀਆਂ ਪਿੱਲੀਆਂ ਰੇੜੀਆਂ ਸੀ। ਝਾਵਾਂ ਕਿੱਕਰ ਹੇਠਾਂ ਇੱਟਾਂ ਦੇ ਪਟੜੇ 'ਤੇ ਬੈਠਾ ਨਹਾਉਂਦਾ ਸੀ। ਇਹ ਉਹਨੇ ਥਾਂ ਐਨ ਸਹੀ ਕੀਤੀ ਸੀ, ਇੱਟਾਂ ਮਰਜ਼ੀ ਨਾਲ ਧਰੀਆਂ ਸੀ। ਝਾਵਾਂ ਬਹਿਬਤੀ ਸੀ। ਇਹ ਥਾਂ ਤੋਂ ਰੋਟੀਆਂ ਪਕਾਉਂਦਾ ਭਾਬੀ ਦਾ ਚਿਹਰਾ ਕੰਧੋਲੀ ਦੀ ਮੋਰੀ ਵਿਚਲੀ ਪੂਰਾ ਦਿਖਦਾ। ਅੱਗ ਦੇ ਚਾਨਣ ਦੇ ਵਿੱਚ ਭਾਬੀ ਦਾ ਮੂੰਹ ਹੋਰ ਵੀ ਲਾਲ ਹੁੰਦਾ, ਮੋਟੀਆਂ ਅੱਖਾਂ ਬਲੌਰਾਂ ਵਰਗੀਆਂ ਚਮਕਦੀਆਂ। ਮੂੰਹ ਵੇਖ ਕੇ ਸਾਰੇ ਦਿਨ ਦੀ ਥਕਾਵਟ ਝਾਵੇਂ ਦੀ ਲੈ ਜਾਂਦੀ। ਕਿੰਨੇ ਚਿਰ ਨਿੱਕੇ ਉਹ ਬੁੱਕ ਪਾਉਂਦਾ, ਮਲਮਲ ਨਹਾਈ ਜਾਂਦਾ। ਉਈਓ ਗੁੱਟਾਂ 'ਤੇ ਗਿੱਟਿਆਂ 'ਤੇ ਗੋਡਿਆਂ 'ਤੇ ਹੱਥ ਫੇਰੀ ਜਾਂਦਾ। ਥੱਕਿਆ ਸਰੀਰ ਖੁੱਲ੍ਹ ਜਾਂਦਾ, ਚੁਸਤ ਹੋ ਜਾਂਦਾ। ਗੁਲਾਬੀ ਸੂਟ 'ਚ ਭਰਜਾਈ ਅੱਗ ਦੀ ਲਾੜ ਦੇ ਮੂਹਰੇ ਜਮਾ ਹੀ ਗੁਲਾਬੀ ਹੋ ਜਾਂਦੀ। ਵੱਡੇ ਨੇ ਫੇਰ ਗੱਲ ਦਰਾਈ, ਤੇ ਤੂੰ ਰੋਟੀਆਂ ਲਾਈ ਜਾਂਦੀ ਆ ਮਾਂ। ਮਾਂ ਬੋਲੀ, ਬੇ ਆਹੋ ਕਿਉਂ, ਬੜਾ ਪੁੱਛ ਰਿਹਾ ਸੀ। ਮਾਂ ਤੇ ਰੋਟੀ ਬੋਲ ਕੇ ਦੱਸ ਗਾ ਗੱਲ ਕੀ ਆ। ਬੜਾ ਖਿੱਚ ਗਿਆ। ਛੋਟਾ ਕੰਮ ਵੀ ਨਹੀਂ ਸੀ ਕਰਦਾ, ਅੱਜ ਉਹਦੀ ਘਰ ਵਾਲੀ ਰੋਟੀਆਂ ਵੀ ਨਹੀਂ ਸੀ ਲਾ ਰਹੀ। ਉਹ ਕੋਈ ਗੱਲ ਹੋਊ। ਝਾਵੇਂ ਨੇ ਫਿਕਰ 'ਚ ਨਾਲ ਗੱਲ 'ਚ ਪੈਣ ਦੀ ਕੀਤੀ। ਉਹਨੇ ਗਿੱਲੇ ਸਾਵੇ ਨਾਲ ਮੂੰਹ 'ਤੇ ਮੁੱਛਾਂ ਸਾਫ਼ ਕੀਤੀਆਂ। ਮੁੱਛਾਂ ਪਹਿਲਾਂ ਝਾੜ ਕੇ, ਥੋੜ੍ਹਾ ਜਿਹਾ ਪਾਣੀ ਸੀ ਮੁੱਛਾਂ 'ਤੇ, ਮੂੰਹ ਦੇ ਵਿੱਚੋਂ ਬੁਰਕੜੇ ਜਿਹੇ ਮਾਰ ਕੇ ਮੁੱਛਾਂ ਤੋਂ ਪਾਣੀ ਉਡਾਇਆ। ਉਹ ਖੜ ਜਾ, ਕੁਛ ਨਹੀਂ ਹੁੰਦਾ, ਰੋਟੀਆਂ ਲਾ ਲੈਣ ਦੇ, ਮਾਂ ਦੀਆਂ ਪੱਕੀਆਂ ਖਾਂਦੇ ਰਹੇ ਆ। ਝਾਵਾਂ ਫੇਰ ਹਲੇ ਪਤਾ ਵੀ ਨਹੀਂ ਸੀ। ਬੌੜੀ ਉਹ ਕੋਈ ਗੱਲ ਦਾ ਜਵਾਬ ਨਹੀਂ ਦਿੰਦਾ। ਵੱਡੇ ਨੇ ਚੀਕ ਜੇ ਮਾਰੀ। ਉਹ ਅਸਲ 'ਚ ਕਈ ਦਿਨਾਂ ਤੋਂ ਬਦਲਦੇ ਰੰਗ ਤਾੜ ਰਿਹਾ ਸੀ। ਉਹਦਾ ਦਿਲ ਡਰਦਾ ਸੀ। ਉਹ ਜਸ਼ਮੇਲ ਕੌਰ ਬਿਮਾਰ ਨਾ ਹੋਵੇ, ਝਾਵਾਂ ਦਿਲੋਂ ਚਾਹੁੰਦਾ ਸੀ। ਕਿਹੜੀ ਬਿਮਾਰੀ ਹੈ, ਤਾਂ ਹੋਰ ਇਹ ਬਿਮਾਰੀ ਲੱਗੀ ਵੀ ਹੈ। ਵੱਡਾ ਜਾਣੀ ਜਾਣ ਸੀ, ਪੂਰਾ ਭੇਤੀ, ਖੋਚ ਵੀ ਝਾਵਾਂ ਵੀ ਬਹੁਤ ਸੀ। ਖੋਚਰੀ ਸੀ ਪੂਰਾ, ਉਹਨੂੰ ਵੱਡੇ ਦਾ ਗੁਰੂ ਮੰਨ ਲਿਆ। ਝਾਵਾਂ ਬੇਚੈਨੀ ਨਾਲ ਵਿਹੜੇ 'ਚ ਗੇੜੇ ਕੱਢਦਾ ਫਿਰੇ। ਸਿਆਪਾ ਪੈ ਗਿਆ। ਅੱਛਾ ਮਾਂ, ਇਹ ਕਿਵੇਂ ਚੱਲੂ? ਉਹ ਖੇਤ ਡੱਕਾ ਨਹੀਂ ਤੋੜਦੀ, ਇਹਨੇ ਰੋਟੀ ਪਕਾਉਣੀ ਬੰਦ ਕਰ ਲਈ। ਇਹਨਾਂ ਦਾ ਮਕਲਾਵਾ ਹੀ ਨਹੀਂ ਮੁੱਕਿਆ ਹਾਲੇ। ਭਾਈ ਝੱਜੂ ਨਾ ਪਾਵੋ, ਜਿਵੇਂ ਉਹ ਆਂਦੇ ਉਵੇਂ ਕਰ ਲਓ। ਮਾਂ ਨੇ ਹੱਥਾਂ ਤੋਂ ਆਟਾ ਝਾੜ ਦੇ ਕਿਹਾ, ਅਸੀਂ ਤੀਵੀਂ ਖਸਮ ਦੇ ਨੌਕਰ ਨਹੀਂ ਆਏ। ਆਂਦੇ ਸਾਂ ਹੁਣ ਬੰਦਾ ਬਣਦਾ, ਹੁਣ ਬੰਦੇ ਬਣਦਾ। ਜਿਹਨੂੰ ਵਿਹਲੇ ਨੂੰ ਮਿਲਣ ਨੂੰ ਡੱਕਾ ਨਾ ਤੋੜਨ ਨੂੰ ਹੋਵੇ, ਇਹ ਸਾਰਾ ਐਸ ਗੂੰਗੇ ਜਿਸ ਦਾ ਕਸੂਰ ਹੈ। ਨਾ ਬੋਲੇ ਨਾ ਚੱਲੇ, ਨਾਸਾਂ ਦੇ ਵਿੱਚ ਐ ਉਂਗਲ ਦੇ ਰੂ ਜਿਵੇਂ ਉੱਪਰ ਨੂੰ ਰਾਕਟ ਛੱਡਣਾ ਹੁੰਦਾ। ਲੈ ਲਾ ਧਾਰਾਂ ਬਣਿਆ ਪਿਆ ਪਤੰਦਰ ਅੰਦਰਾ। ਬੜਾ ਝਾਵੇਂ ਨੂੰ ਪਿਆ। ਝਾਵਾਂ ਬਾਹਰ ਚੋਂ ਖਿਸਕ ਕੇ ਗਾਹਾਂ ਹੋ ਗਿਆ। ਕਿੰਨਾ ਚਿਰ ਹਨੇਰੀ ਬੀਚ ਖੜਾ ਰਿਹਾ। ਵੱਡਾ ਤੜਫਦਾ ਰਿਹਾ, ਬੁਰੜ ਕਰਕੇ ਚੌਂਕੜੀ 'ਤੇ ਆ ਗਿਆ। ਉਹ ਬੋਲ ਰਿਹਾ ਸੀ, ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਣਾ ਹੈ? ਬਾਹਰ ਬੈਠੇ ਬੜੇ ਨੂੰ ਕਿਹਾ, ਓਏ ਸਾਈਂ ਲੋਕਾਂ, ਆਪਾਂ ਰੋਟੀ ਦੇ ਦੁੱਖੋਂ ਇਹ ਵਿਆਹ ਕੀਤਾ। ਜੇ ਉਹਨੇ ਰੋਟੀ ਵੀ ਨਹੀਂ ਪਕਾਉਣੀ, ਇਹਦੇ ਤੋਂ ਦੱਸ ਮੱਕੀ ਗਡਾਉਣੀ ਆ ਉਹਨੂੰ ਵਿਚਾਰੀ ਨੂੰ। ਨਾ ਦਿਸੇ ਨਾ ਮਾਂ, ਹੱਥ ਸਾੜਦੀ ਆ ਤਵੇ 'ਤੇ। ਉਹ ਅੰਦਰ ਬੈਠੀ ਕਰਦੀ ਕੀ ਹੈ? ਬੜਾ ਬਹੁਤ ਔਖਾ ਸੀ। ਪਤਾ ਨਹੀਂ ਤੈਨੂੰ ਕਿਉਂ ਭੈੜੀ ਲੱਗਦੀ ਆ ਉਹ। ਉਹਦੀ ਗੱਲ ਤਾਂ ਝਾਵੇਂ ਦੇ ਸੀਨੇ ਤੇ ਆ ਰਹੀ ਫਿਰ ਜਾਂਦੀ। ਕੋਈ ਨਾ, ਕਰੂਗੀ ਕਰੂ ਕਿਉਂ ਨਹੀਂ? ਝਾਵੇਂ ਨੇ ਝਾਵਾਂ ਭਾਬੀ ਵੱਲ ਜਿਹੜਾ ਟੁੱਕ ਸਿੱਟਦਾ ਸੀ। ਓਏ ਡੂਨਾ, ਤੈਨੂੰ ਇਹਨਾਂ ਗੋਦਨਿਆਂ ਦਾ ਨਹੀਂ ਪਤਾ। ਮੈਂ 10 ਦਿਨਾਂ ਤੋਂ ਇਹਨਾਂ ਨੂੰ ਲੱਛਣ ਵੇਖੀ ਜਾਂਦਾ। ਝਾਵਾਂ ਹੈਰਾਨ ਸੀ ਵੀ ਬੜੇ ਦੀ ਨਜ਼ਰ ਕੀ ਦੇਖਦੀ ਹੈ। ਰਾਤ ਲੰਘ ਗਈ। ਉਹ ਪਹਿਰ ਦੇ ਤੜਕੇ ਹਲ ਜੋੜ ਕੇ ਚਲੇ ਗਏ। ਖੇਤ ਰੋਟੀ ਨਾ ਪਹੁੰਚੀ। ਹਾਲੀਆਂ ਤੋਂ ਲੈ ਕੇ ਰੋਟੀ ਖਾਧੀ, ਪਰ ਵੱਡਾ ਬੋਲਿਆ ਕੁਝ ਨਾ, ਚੁੱਪ ਸੀ। ਝਾਵਾਂ ਬਾਰ-ਬਾਰ ਉਹਦੇ ਮੱਥੇ ਦੀ ਤਿਉੜੀ ਨੂੰ ਦੇਖਦਾ। ਉਹਦਾ ਸੀਤ ਨਿਕਲਦਾ। ਹੱਥ ਨੇ ਘਰੇ ਆਏ ਤੇ ਧੂੰਆਂ ਇੱਕ ਨਵੇਂ ਚੁੱਲ੍ਹੇ 'ਚੋਂ ਨਿਕਲ ਰਿਹਾ ਘਰ ਦੇ ਇੱਕ ਕੋਨੇ 'ਚੋਂ। ਲੈ ਹੋਰ ਛੇੜ ਪਤੰਦਰ ਨੂੰ, ਖਾ ਲਾ ਦੌੜਾਂ ਹੁਣ। ਝਾਵੇਂ ਨੇ ਮਨ 'ਚ ਬੜੇ ਨੂੰ ਗਾਲ ਕੱਢੀ।
ਝਾਮ ਦੇ ਸਿਰ 100 ਘੜਾ ਪਾਣੀ ਦਾ ਪੈ ਗਿਆ, ਥੱਕਿਆ ਸਰੀਰ ਉਈਓ ਕਰ ਗਿਆ। ਹੁਣ ਤਾਂ ਨਹਾਉਂਦਿਆਂ ਤੇ ਦਿਖਣੀ ਨਹੀਂ ਮੋਰੀ ਦੇ ਵਿੱਚ ਦੀ। ਅਖੀਰ ਉਹੀ ਕਰਾ ਕੇ ਛੱਡੀ ਜਿਹਦਾ ਝਾਮੇ ਨੂੰ ਡਰ ਸੀ। ਝਾਵਾਂ ਵੱਡੇ ਵੱਲ ਅੱਖਾਂ ਕੌੜ ਨਾਲ ਝਾਕਿਆ, ਅੱਖਾਂ ਲਾਲ ਪੇਂਜੂ ਬਣ ਗਿਆ। ਉਹਨੂੰ ਲੱਗਦਾ ਜੇਕਰ ਉਹ ਇੱਕ ਵਾਰ ਮੰਜੇ 'ਤੇ ਬਹਿ ਗਿਆ ਮੁੜ ਕੇ ਖੜਾ ਹੀ ਨਹੀਂ ਹੋਣਾ। ਝਾਮੇ ਦਾ ਸਰੀਰ ਕੰਬਣ ਲੱਗਿਆ। ਭਰਜਾਈ ਨਾ ਦਿਖੇ। ਕਿਉਂ? ਮਾਂ ਨਾ ਟਲਿਆ ਭੈੜੇ ਕੰਮ ਤੋਂ, ਬੜੇ ਨੇ ਮੰਜੀ ਤੇ ਦਾਸ ਬੈਠੇ। ਪੁੱਤ ਮਾੜੇ ਦਿਨ ਕਿਹੜਾ ਪੁੱਛ ਕੇ ਆਉਂਦੇ ਨੇ। ਉਹਨੇ ਫਿੱਕੀਆਂ ਅੱਖਾਂ ਤੇ ਉਤਲੇ ਦਾ ਪੱਲਾ ਦੱਬ ਕੇ ਰੱਖਿਆ ਸੀ। ਮਹੀਨੇ 'ਚ ਝੋਰੇ ਨੇ ਬੁੱਢੇ ਸਰੀਰ ਨੂੰ ਚਰ ਲਿਆ, ਚੁੱਪ ਬੱਟੀ। ਕਈ ਵਾਰ ਉਹਨੇ ਵੱਡੇ ਪੁੱਤ ਨੂੰ ਸਾਰੀ ਕਹਾਣੀ ਦੱਸਣੀ ਚਾਹੀ ਪਰ ਦੱਸਣਾ ਸੀ। ਸੋਚਦੀ ਸੀ ਭਲਾ ਕਾਹਨੂੰ ਰੌਲਾ ਪਵੇ, ਹਲੇ ਨਵੀਂ ਬਹੂ ਆ। ਮਾਂ ਅੱਖਾਂ 'ਚ ਘਸੁੰਨ ਲੈ ਨਾ ਰੋਇਆ ਕਰਿਓ ਤਾਂ ਕਹੀਂ ਬੜੇ ਨੇ ਕਿਹਾ। ਬਹੁਤ ਔਖਾ ਸੀ। ਅੱਖਾਂ 'ਚ ਘਸੁੰਨ ਤਾਂ ਮੈਂ ਲੈ ਕੇ ਰੋਊਂਗਾ। ਝਾਮੇ ਨੇ ਦਿਲ 'ਚ ਝੌਕਾ ਲਿਆ। ਝਾਮੇ ਨੂੰ ਲੱਗਿਆ ਬੜਾ ਮੂਰਖ ਹੈ। ਉਹ ਭਲਾ ਕਿਉਂ ਰੂ ਜਿਹਦੇ ਕੋਲ ਮੂਰਤ ਵਰਗੀ ਨਾਰ ਆ, ਨਾਰ ਸਾਰੇ ਦੁੱਖਾਂ ਦੀ ਦਾਰੂ ਆ। ਛੋਟਾ ਸੁੱਕੀ ਸੰਦੀ ਭਲਾ ਕਿਉਂ ਰੋਊ ਕੰਧੋਲੀ ਦੀ ਮੋਰੀ 'ਚ ਮੂੰਹ ਵੇਖ ਕੇ ਫੁੱਲ ਜਾਣ ਵਾਲਾ, ਜਿਹਨੂੰ ਮਾਂ ਦੀਆਂ ਪੱਕੀਆਂ ਕੱਚੀਆਂ ਤੇ ਧੂਏ ਧੁਆਖੀਆਂ ਚੱਕੀ ਦੇ ਪੜੂਏ ਵਰਗੀਆਂ ਅੰਨੇ ਦੀ ਹਿੱਕ ਵਰਗੀਆਂ ਭੌਣ ਮਿਲਣ ਨੂੰ ਮਿਲੀਆਂ। ਉਹ ਕਾਹਨੂੰ ਰੋਊ ਤੂੰ, ਨਾਲੇ ਮੈਂ ਰੋਊਂ। ਝਾਮਾ ਦੂਰ ਖੜਾ ਕਰੇ। ਅਗਰ ਹੀ ਸਵੇਰੇ ਦਾਣਾ ਫੱਕਾ ਵੰਡ ਲਿਆ। ਮਾੜੀ ਗੱਲ ਕੀਤੀ, ਇਹ ਨਹੀਂ ਸੀ ਚਾਹੀਦੀ। ਕੋਈ ਭੈੜਾ ਕਹਿ ਕੇ ਛੋਟੇ ਨੂੰ ਛੇੜ ਰਿਹਾ ਸੀ। ਓਏ ਉਹਨੂੰ ਕਾਹਨੂੰ ਇਕੱਠੇ ਰਹਿਣ ਦਿੰਦੀ ਐ? ਤਾਜ਼ਾ ਫਟਿਆ ਚੀਕਿਆ ਕੋਈ। ਅਗਲੀ ਓਏ ਇਹਦਾ ਠੇਕਾ ਲਿਆ ਹੈ ਤਾਂ 3 ਤੁਰੇ ਫਿਰਦੇ ਨੇ। ਉਹ ਇੱਕ ਨੂੰ ਵਿਆਹੀ ਆ ਕਿ 3 ਨੂੰ ਵਿਆਹੀ ਆ? ਪਿੰਡ ਦੇ ਸ਼ਰੀਕ ਨੇ ਕਿਹਾ। ਡਿਬਰਾ ਵਿੱਚੋਂ ਗੱਲ ਦਾ ਸਵਾਦ ਲੈ ਗਿਆ। ਉਹਨੇ ਖਿੱਪ ਵਰਗੀ ਦਾੜੀ ਤੇ ਹੱਥ ਮਾਰਿਆ। ਸਵਾਦ ਦੀਆਂ ਝੌਰਾਂ ਜਿਵੇਂ ਅੰਦਰ ਫਿੱਟ ਗਈਆਂ। ਉਹ ਸਾਈਂ ਲੋਕਾਂ ਵਿਚਾਰਿਆਂ ਦੇ ਮਸਾਂ ਢੁੱਕ ਪੱਕਣ ਲੱਗ ਰਹੇ। ਕੰਜਰ ਨੂੰ ਐਡੀ ਛੇਤੀ ਅੱਡ ਹੁੰਦੇ ਨੂੰ ਸ਼ਰਮ ਨਾ ਆਈ? ਬਜ਼ੁਰਗ ਨੇ ਇੱਕ ਨੇ ਕਿਹਾ। ਪਰ ਛੋਟੇ ਨੇ ਉੱਕਾ ਹੀ ਸ਼ਰਮ ਨਾ ਕੀਤੀ, ਕਿਸੇ ਦਾ ਪਰਵਾਹ ਕੀਤੀ। ਉਹ ਮਾਂ ਦਾ ਵੀ ਮੋਹ ਨਾ ਕੀਤਾ। ਝਾਮ ਦੇ ਪਿਆਰ ਤੇ ਸਿਦਕ ਨੂੰ ਵੀ ਲੱਤ ਮਾਰੀ। ਅਗਲੇ ਦਿਨ ਵੱਡਾ ਮਾਂ ਨੂੰ ਸ਼ਹਿਰ ਲੈ ਗਿਆ ਅੱਖਾਂ ਬਣਵਾਉਣ। ਝਾਮੇ ਦੀ ਰੋਟੀ ਤੀਜੇ ਘਰੋਂ ਪੱਕ ਕੇ ਆਉਂਦੀ, ਜਿਹੜੀ ਉਹ ਗੁੜ ਗੰਢੇ ਨਾਲ ਝੰਬ ਛੱਡਦਾ, ਰੱਜ ਕੇ ਦੁੱਧ ਪੀ ਛੱਡਦਾ, ਫੇਰ ਕੰਮ ਕਰਦਾ। ਕੰਮ ਘਟਾਤਾ। ਘਰੇ ਕਿੱਕਰ ਥੱਲੇ ਮਰਿਆਂ ਵਾਂਗੂ ਮੰਜੀ ਤੇ ਡਿੱਗਿਆ ਰਹਿੰਦਾ। ਅੱਧ ਮਿੱਟੀਆਂ ਅੱਖਾਂ ਨਾਲ ਉਹ ਭਾਬੀ ਨੂੰ ਵਿਹੜੇ 'ਚ ਭਾਲਦਾ ਰਹਿੰਦਾ। ਹੋਰ ਵੀ ਕਿਸੇ ਦਾ ਨਾਂ ਲੈ ਲਿਆ ਕਰ। ਝਾਮੇ ਨੇ ਮੱਝ ਦੇ ਮੂੰਹ ਤੇ ਮੁੱਕੀ ਮਾਰ ਕੇ ਭਾਬੀ ਵਿੱਚ ਦੀ ਗੱਲ ਕਹੀ। ਭਾਬੀ ਨੇ ਸਬਜ਼ੀ ਨੂੰ ਤੜਕਾ ਲਾਇਆ। ਲਾਲ ਮਿਰਚਾਂ ਤੇ ਲਸਣ ਬਰੋਲੇ ਵਾਂਗੂ ਚੜੇ। ਝਾਮੇ ਦੀ ਨਾਸੀ ਆ ਬੜੇ। ਨਾਸੀ ਕਾਹਦੀ ਆ ਬੜੇ? ਨਾਸਾਂ 'ਚ ਕੁੱਤ-ਕੁੱਤੀ ਐ ਹੋਣ ਲੱਗੀ। ਚੁੱਲ੍ਹੇ 'ਚ ਧੂੰਆਂ ਗੇੜੇ ਖਾਂਦਾ ਅਸਮਾਨ ਨੂੰ ਚੜ੍ਹਦਾ ਸੀ। ਝਾਮੇ ਨੂੰ ਐਂ ਸੀ ਵੀ ਜਹਾਜ਼ ਬਣ ਕੇ ਧੂਏ ਨੂੰ ਸੁੰਘ ਲਵੇ। ਵਿਹੜੇ 'ਚ ਸਬਜ਼ੀ ਦਾ ਸਵਾਦ ਲਪਟਾਂ ਖਿੰਡ ਰਹੀਆਂ ਸੀ। ਲੱਗ ਜੇ ਅੱਗ, ਧਨੀਆ ਸਾਰਾ ਕੁਛ ਵਿੱਚ ਪਾਇਆ। ਹੋਰ ਵੀ ਲੈ ਲਿਆ ਕਰੋ ਨਾਂ ਕਿਸੇ ਦਾ। ਦੁਬਾਰਾ ਫੇਰ ਕਿਹਾ। ਝਾਮਾ ਹੱਥ ਧੋ ਕੇ ਚੌਂਕੇ ਵੱਲ ਵਧਿਆ। ਭਾਬੀ ਨੇ ਕੰਧੋਲੀ ਤੇ ਸਬਜ਼ੀ ਵਾਲੀ ਕੌਲੀ ਧਰਦੀ ਕਿਹਾ, ਭਾਈਆ ਜੀ ਆਹ ਸਬਜ਼ੀ ਪਈ ਆ। ਘੁੰਡ 'ਚੋਂ ਇੱਕ ਅੱਖ ਨਾਲ ਝਾਕਦੀ ਮੁੜ ਗਈ। ਵਿਹੜੇ 'ਚ ਤੁਰਦੀ ਦਾ ਕੱਦਾਰਗਰ ਸਰੀਰ ਸੱਪ ਵਾਂਗੂ ਬਲ ਖਾਂਦਾ, ਲੱਕ ਹਰਾ ਰਹਿੰਦਾ, ਮੂੰਹ ਅੱਡੀ ਖੁਸ਼ੀ 'ਚ ਕਮਲਾ ਹੋਇਆ। ਝਾਵਾਂ ਰੋਟੀ ਸਬਜ਼ੀ ਦੇਗੀ। ਭਾਬੀ ਦੇ ਹਨੇਰੇ 'ਚ ਲੁਕਦੇ ਬੁੱਤ ਨੂੰ ਨੀਝ ਲਾ ਕੇ ਸਬਜ਼ੀ ਉਹਨੇ ਇੰਨੇ ਸ਼ੌਕ ਨਾਲ ਖਾਧੀ, ਸਵਾਦ ਦੀਆਂ ਘੁੱਟਾਂ ਨਾੜ 'ਚ ਫਿਰ ਗਈਆਂ ਜਿਵੇਂ ਦੇਸੀ ਘਿਓ ਹੀ ਪੀਤਾ ਹੋਵੇ। ਬਈ ਐਵੇਂ ਮੇਰੇ ਛਾਲੇ ਨੇ ਸ਼ੋਰ ਰਸਾਤਾ। ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਵਿਆ। ਜੇ ਆਹ ਕੌਲੀ ਮੈਨੂੰ ਮਿਲੀ ਆ, ਬਈ ਛਾਲਿਆ ਤੈਨੂੰ ਵੀ ਮਿਲੂਗੀ। ਹੋਈ ਅੱਗ ਕਾਹਦੀ ਲੱਗੀ ਆ? ਪਹਿਲਾਂ ਕੱਲੇ ਨੂੰ ਰੋਟੀ ਮਿਲਣ ਲੱਗੂ, ਗਾਹਾਂ ਮਿਲੂ। ਹੁਣ ਸਾਰਿਆਂ ਦੀ ਸਬਜ਼ੀ ਬਣਦੀ ਸੀ, ਤੈਨੂੰ ਵੀ ਮਿਲ ਜਾਣੀ ਸੀ ਭੋਰਾ। ਬੜੇ ਨੂੰ ਗਾਲਾਂ ਲੱਗਿਆ ਕੱਢਣਾ। ਛੋਟੇ ਤੇ ਭੋਰਾ ਕਸੂਰ। ਮਾਂ ਦੀਆਂ ਅੱਖਾਂ ਠੀਕ ਹੋ ਗਈਆਂ। ਮਹੀਨਾ ਪਰ ਕੰਮ ਨਾ ਕਰਨ ਨੂੰ ਕਿਹਾ। ਰੋਟੀ ਪਕਾਉਣ ਲਈ ਵੱਡੇ ਨੇ ਭਾਣਜੀ ਲੈਣ ਦੀ, ਜਿਹੜੀ ਔਖਾ ਵੇਲਾ ਟਪਾ ਗਈ। ਭਲਾ ਹੋਵੇ ਵਿਚਾਰੀ ਦਾ। ਮਾਂ ਦੀ ਨਿਗਾਹ ਟੇਗੀ। ਮਾਂ ਦੀ ਕਾਠੀ ਨਰੋਈ ਸੀ, ਹੱਡਾਂ ਤੋਂ ਪਹਿਲੇ ਦਿਨ ਤਕੜੀ ਸੀ। ਘਰ ਦਾ ਕੰਮ ਕਰਦੀ, ਵੱਡਾ ਖੇਤੋਂ ਆ ਕੇ ਰੋਟੀ ਲੈ ਜਾਂਦਾ। ਝਾਮਾ ਹਾਰ ਗਿਆ। ਭਾਦੋਂ ਅੱਸੂ ਮਹੀਨੇ ਬੌੜ ਹਾਰਨ ਵਾਂਗੂ ਉਹਦਾ ਪਿੰਜਰ ਨਿਕਲਿਆ। ਵੱਟਾਂ ਤੇ ਘਾਹ ਹੀ ਘਾਹ ਦਿਸਦਾ। ਖੇਤਾਂ 'ਚ ਕੱਖ ਫਸਲ ਨਾਲੋਂ ਵੱਧ। ਫਸਲ ਘਟ ਗਈ। ਝਾਮੇ ਦਾ ਖੇਤਾਂ 'ਚ ਜੀ ਨਾ ਲੱਗੇ। ਘਰੇ ਭਾਬੀ ਨਾ ਦਿਖੇ। ਮਸਤ ਊਠ ਵਾਂਗੂ ਸੁੱਕ ਕੇ ਤਵੀਤ ਬਣ ਗਿਆ। ਤੈਨੂੰ ਕੋਈ ਰੋਗ ਹੈ? ਜਾਬਾਂ ਨਿਕਲ ਆਈਆਂ ਵੱਟਾਂ ਪਾਉਂਦੇ। ਵੱਡੇ ਨੇ ਕਿਹਾ। ਝਾਵਾਂ ਕਰਾਹੀ ਦੱਬਦਾ ਸੀ, ਪਰ ਮਾਸਾ ਸੇਰ ਵੀ ਮਿੱਟੀ ਨਹੀਂ ਸੀ ਪੜਦਾ। ਖਾਲੀ ਕਰਾਹੀ ਖੜਕਾਉਂਦਾ। ਵੱਡਾ ਅੱਕ ਗਿਆ। ਉਹ ਵੇਖੇ ਇਹਨੂੰ ਅੱਗ ਕੀ ਲੱਗ ਗਈ। ਕਚਾਵਾ ਚੁੱਕ। ਓਏ ਤੂੰ ਬੋਲਦਾ ਨਹੀਂ, ਅੱਗੇ ਕਰਾਹੀ ਲੈ ਆਉਂਦਾ ਹੁੰਦਾ ਸੀ, ਅੱਜ ਤੂੰ ਸੇਰ ਮਿੱਟੀ ਨਹੀਂ ਪੁੱਟਦਾ।
ਤੂੰ ਦਿਨਾਂ ਤੋਂ ਕੰਮਾਂ ਤੋਂ ਮੁੱਕਰ ਦਿੰਦਾ, ਬੰਦਾ ਬਣ ਜਾ, ਕੁਛ ਨਹੀਂ ਵਿਗੜਿਆ ਹਲੇ ਵੀ। ਵੱਡੇ ਦੀ ਤੇਜ਼ ਅੱਖ ਬਹੁਤ ਦਿਨਾਂ ਦਾ ਨਹੀਂ, ਸਹੁਰਾ ਘੁੱਗੂ ਜਾ ਨਾ ਬੋਲੇ ਨਾ ਝੱਲੇ, ਵੱਡਾ ਝਾਵੇਂ ਦੇ ਜਮਾ ਹੀ ਦੜ ਬੱਟੇ ਤੋਂ ਔਖਾ ਦੀ। ਖੜ ਕੇ ਝਾਵੇਂ ਨੇ 4 ਖਾਨੇ ਦਾ ਪਰਨਾ ਲਾ ਕੇ ਮੂੰਹ ਤੇ ਫੇਰਿਆ, ਕਾਹਦੇ ਛਿਰ ਤੇ ਕਰੀਏ, ਝਾਵੇਂ ਨੂੰ ਕਮਾਈ ਕਰਨੀ ਵਾਧੂ ਲੱਗਦੀ। ਕਪਾਹ ਨਰਮੇ ਨੂੰ ਕਹੀ ਨਾਲ ਗੋਡੀ ਪਾਉਂਦਾ, ਕਿਸੇ ਦੀ ਮਛਲੀ ਬਣਾ ਕੇ ਦੇਣੀ ਸੀ ਭਲਾ। ਉਹਦੀ ਆਵਾਜ਼ 'ਚ ਲੋਹੜੇ ਦੀ ਨਰਸ, ਕੀ ਕਰੀਏ, ਕਾਹਦੇ ਲਈ ਕਰੀਏ, ਕਿਹਨੂੰ ਦੇਣੀ ਹੈ, ਮੇਥੇ ਨਹੀਂ ਹੁੰਦਾ। ਝਾਵਾਂ ਹਾਰ ਗਿਆ। ਬੰਦਾ ਬਣ ਜਾ, ਬੰਦਾ ਸਿੱਧੀ ਨੀਤ ਨਾਲ ਕਮਾਈ ਕਰ, ਬੜਾ ਸਮਝਾ ਰਿਹਾ ਸੀ। ਤੂੰ ਪੁੱਤਰਾ ਬੂਰ ਦੇ ਲੱਡੂਆਂ ਦਾ ਸਵਾਦ ਤੋਂ ਕੀ ਲੈਣਾ, ਐਵੇਂ ਹੀ ਚੰਗਿਆ, ਸਾਰਾ ਦਿਨ ਕਮਾਈ ਕਮਾਈ ਕਮਾਈ। ਕਿਹੋ ਜਿਹਾ ਬੰਦਾ ਤੂੰ, ਨਾ ਤੀਵੀਂ ਦੀ ਨਾ ਕਾਸ਼ੇ ਦੀ। ਝਾਵਾਂ ਮਨ 'ਚ ਕਹਿ ਕੇ ਬਹੁਤ ਔਖਾ ਸੀ, ਉਹਨੇ ਨੀਵੀਂ ਪਾਈ ਹੋਈ। ਉਹ ਕਮਾਈ ਬਿਨਾ ਖਾਵੇਂਗਾ ਕੀ। ਵੱਡਾ ਚੁੱਪ ਭਾਵੇਂ ਨੂੰ ਸਮਝਾ ਰਿਹਾ ਸੀ, ਘੁੱਗੂ ਜਿਵੇਂ ਹੋਵੇ। ਉਹ ਕੰਮ ਹੀ ਕਰਾਉਣਾ ਤਾਂ ਕੋਈ ਰੋਟੀ ਪਕਾਉਣ ਵਾਲੀ ਵੀ ਲਿਆ। ਝਾਵਾਂ ਕਬਰਾਂ 'ਚ ਬੋਲਿਆ, ਕਾਹਦੇ ਲਈ ਕਣਕ ਜਿਹੜੀ ਬੀਜਣੀ ਆ, ਕਾਹਦੇ ਲਈ ਉਗਾਉਣੀ ਆ, ਰਹਿਣ ਦੇ ਤੂੰ। ਉਹ ਖਾਵੇਂ ਕੀ, ਮੈਂ ਤਾਂ ਗੁਰਦੁਆਰੇ ਖਾਇਆ ਕਰੂੰ, ਪਹਿਲਾਂ ਪਕਾਉਣ ਵਾਲੀ ਤਾਂ ਲਿਆ ਕੋਈ। ਸਾਲਾ ਫੁਲਕਿਆਂ ਦਾ ਮੁਰਦਾ ਬੋਲੂ, ਖੱਫਣ ਪਾੜੂ। ਨੀਵੀਂ ਕੱਥ ਜੇ ਕੇ ਬਣਿਆ ਫਿਰਦਾ, ਅਗਲੇ ਨੂੰ ਲਿਆ ਕੇ ਦਿੱਤੀ, ਵੇਖ ਲਿਆ ਸਵਾਦ। ਵੱਡਾ ਵੇਖ ਰਿਹਾ ਸੀ ਝਾਵਾਂ ਮਾਂ ਦੇ ਰੋੜੇ ਪਾਉਣ, ਮੂੰਹ 'ਚ ਉਂਗਲ ਦੀ ਹੁੱਜ ਨਾਲ ਅੰਦਰ ਧੱਕ ਕੇ ਲਗਾ ਰਿਹਾ, ਜਿਵੇਂ ਸੇਵੀਆਂ ਵੱਟਣ ਵਾਲੀ ਮਸ਼ੀਨ 'ਚ ਆਟਾ ਧੱਕੀ ਦਾ। ਵੱਡਾ ਦਿਲ ਦਾ ਭੇਤੀ ਸੀ, ਝਾਵੇਂ ਦੀ ਰਗ ਰਗ ਪਛਾਣਦਾ ਸੀ। ਜਿਹੜੀ ਰੁੱਖੀ ਮਿੱਸੀ ਖਾਂਦੇ ਇਹ ਤੋਂ ਵੀ ਜਾਵਾਂਗੇ। ਝਾਵਾਂ ਤਾਂ ਇੱਕ ਵਾਰ ਬੋਲ ਕੇ ਚੁੱਪ ਪਟ ਜਾਂਦਾ, ਪਰ ਵੱਡਾ ਉਹਨੂੰ ਕਿੰਨੀ ਦੇਰ ਸਮਝਾਉਂਦਾ। ਛੋਟੇ ਦੀ ਬੂਥੜੀ ਨਿਕਲ ਆਈ, ਅੱਖਾਂ ਅੰਦਰ ਨੂੰ ਧਸ ਗਿਆ, ਮੂੰਹ ਫੁੱਟ ਕੇ ਚਿਲ ਮਰਗਾ ਹੋ ਗਿਆ। ਉਹ ਵੀ ਅੰਦਰ ਪਿਆ ਰਹਿੰਦਾ। ਹੁਣ ਬਹੂ ਦਾ ਦੂਜਾ ਬਾਲ ਜਵਾਕ ਹੋਣ ਵਾਲਾ ਸੀ, ਥੱਕ ਗਿਆ। ਕੰਮ ਨਾ ਕੋਈ ਧੰਦਾ, ਮਕਲਾਵੇ ਮੁੱਕ ਗਏ, ਜਵਾਕ 2 ਹੋ ਗਏ, ਠੂਠੀ ਵਰਗੀਆਂ ਜਾਬਾਂ ਹੋ ਗਈਆਂ ਅੰਦਰ। ਥਕਾਤਾ। ਝਾਵੇਂ ਨੇ ਮੇਰ ਨਹੀਂ ਸੀ ਛੱਡੀ। ਕਈ ਵਾਰ ਉਹ ਭਾਬੀ ਨੂੰ ਮਿਹਣਾ ਦੇਣ ਨੂੰ ਦਿਲ ਕਰਦਾ, ਹੁਣ ਤੂੰ ਰੱਬ ਬਣ ਗਈ। ਛੋਟੇ ਦਾ ਮਾਲ ਪਸ਼ੂ ਝਾਵਾਂ ਹੀ ਸਾਂਭਦਾ, ਅੱਡ ਹੋਏ ਦਾ ਵੀ। ਵੱਡੇ ਤੋਂ ਅੱਖ ਬਚਾ ਕੇ ਉਹਦੇ ਪੱਠੇ ਪਸ਼ੂਆਂ ਨੂੰ ਪਾਇਆ ਆਉਂਦਾ। ਰਾਤ ਬਰਾਤਰੇ ਪਾਣੀ ਲਾਉਣ ਚਲੇ ਜਾਂਦਾ। ਜੇ ਉੱਠ ਕੇ ਚਲੇ ਜਾਂਦਾ, ਬੜਾ ਕਹਿੰਦਾ ਜਾਨਾ ਕਿੱਥੇ ਨੂੰ ਆ, ਕਿਤੇ ਨੂੰ ਨਹੀਂ ਜਾਂਦਾ। ਪਿੰਡ 'ਚ ਕਬੀਸ਼ਰ ਆਏ ਹੋਏ ਨੇ, ਉਹ ਸੁਣ ਜਾਨਾ। ਕਬੀਸ਼ਰ ਨਾ ਸੁਣਦਾ, ਛੋਟੇ ਦਾ ਪਾਣੀ ਲਾਇਆ ਆਉਂਦਾ। ਇੱਕ ਵਾਰ ਛੋਟੇ ਨੇ ਇਸ ਵਾਰ ਛੋਟੇ ਦੇ ਕੇਵਲ 10 ਮਾਣੇ ਕਣਕ ਹੋਈ। ਝਾਵੇਂ ਨੇ ਮਾਂ ਤੋਂ ਵੱਡੇ ਤੋਂ ਚੋਰੀਏ ਢਾਕ ਤੇ ਲਾ ਕੇ 4 ਬੋਰੀਆਂ ਕਣਕਾਂ ਭਾਬੀ ਦੇ ਅੰਦਰ ਸਿੱਟਦੀਆਂ। ਨਾ ਮਾਂ ਨੂੰ ਪਤਾ ਲੰਘਣ ਦਿੱਤਾ, ਨਾ ਬੜੇ ਨੂੰ। ਝਾਵੇਂ ਨੇ 4 ਬੋਰੀਆਂ ਭਰਜਾਈ ਦੇ ਅੰਦਰ ਮਾਰੀਆਂ। ਵੱਡੇ ਜਾਣ ਨੇ ਮਾਂ ਨੂੰ ਪੁੱਛਿਆ, ਮਾਂ ਆਹ ਕਣਕ ਦਾ ਢੇਰ ਹਿੱਲਿਆ ਪਿਆ। ਮਾਂ ਹੱਸ ਪਈ। ਵੱਡਾ ਬਿੰਦਕ ਝਾਵੇਂ ਵੱਲ ਵੀ ਝਾਕਦਾ ਰਿਹਾ, ਚਿਹਰੇ ਤੇ ਮੁੜਕਾ ਹੀ ਮੁੜਕਾ ਤੇ ਘਬਰਾਹਟ ਦੀ ਲਾਲੀ ਤੱਕ ਹੱਸਿਆ। ਛੋਟੇ ਨੂੰ ਘੁੱਟ ਪੀਣ ਦੀ ਬਾਣ ਪੈ ਗਈ। ਉਹ ਰੱਜ ਕੇ ਆਇਆ, ਮੈਨੂੰ ਮਾੜੀ ਦੇਤੀ। ਉਹਨੂੰ ਪਾਣੀ ਲੱਗੇ ਨਾ, ਘਰੇ ਕੱਟੇ ਵਾਂਗੂ ਰਿੰਗ ਰਿਹਾ ਸੀ। ਪਾਣੀ ਤਾਂ ਨੀਤ ਨੂੰ ਲੱਗਣਾ। ਬੜਾ ਵੀ ਬੋਲਿਆ। ਬਹੁਤ ਦਿਨਾਂ ਬਾਅਦ ਗੱਲ ਚੱਲੀ। ਵੱਡੇ ਨੀਤ ਵਾਲਾ ਆ ਗਿਆ, ਮੈਂ ਜਵਾਕਾਂ ਨੂੰ ਮਾਸ ਵੱਢ ਕੇ ਖਵਾ ਦਿਆਂ ਆਪਣਾ। ਉਹ ਹਨੇਰੇ ਅੰਦਰੋਂ ਉਹਨੂੰ ਖਬਰਾਂ ਭੇਜ ਰਿਹਾ ਸੀ। ਬਹੂ ਚੁੱਪ ਸੀ, ਪਰ ਛੋਟਾ ਬੜੇ ਦੇ ਮੂਹਰੇ, ਕੰਮ ਕਰਿਆ ਕਰ ਕੰਮ। ਝੱਜੂ ਪਾਉਣ ਨਾਲ ਮੱਲਾ ਕੱਖ ਨਹੀਂ ਮਿਲਦਾ। ਜਿੱਦਣ ਤੂੰ ਵਿਆਹਿਆ ਸੀ 2 ਸਾਲ ਪਹਿਲਾਂ, ਸਾਡੇ ਮੂੰਹ ਨੂੰ ਰਿਸ਼ਤਾ ਹੋਇਆ ਤੇਰਾ, ਮੇਰੇ ਤੇ ਝਾਵੇਂ ਨੂੰ। ਬੇ ਢੇਰੀ ਸਾਂਝੀ ਆ, ਤਿੰਨਾਂ ਦੀ ਜ਼ਮੀਨ। ਅਸੀਂ ਕਿਹਾ ਜਵਾਕਾਂ ਨੂੰ ਦੇਵਾਂਗੇ, ਅਸੀਂ ਭਤੀਜਿਆਂ ਨੂੰ, ਤੈਨੂੰ ਇਕੱਲੇ ਨੂੰ ਨਹੀਂ ਸੀ ਹੁੰਦਾ। ਦੇਖ ਲਾ ਹੁਣ ਕਰਾ ਕੇ, ਜਾਂ ਦੇਖ ਲਵੇ ਕਰਾ ਕੇ। ਜਾਨੀ ਚੋਰ ਜਿਹੜਾ ਬੈਠਾ, ਚਾੜੀ ਆ ਨਾਸਾਂ 'ਚ ਉਂਗਲ। ਝਾਵਾਂ ਜਦ ਉਹਦਾ ਇੱਕ ਹੱਥ ਖੱਬਾ ਢਾਕ ਤੇ ਰੱਖਦਾ, ਸੱਜਾ ਹੱਥ ਬਰਸ਼ੇ ਵਾਂਗੂ ਉਹ ਨਾਸ 'ਚ ਬਾੜਦਾ। ਜਦ ਉਹਦਾ ਇਹ ਕੰਮ ਹੁੰਦਾ, ਬੜੇ ਨੂੰ ਪਤਾ ਹੀ ਹੁਣ ਸੋਚਣ ਲੱਗਿਆ ਹੋਇਆ ਕੁਝ। ਸੋਚਣ ਦਾ ਜੈਸਚਰ ਸੀ ਇਹ ਝਾਵੇਂ ਦਾ। ਝੱਜੂ ਪਾਉਣ ਨਾਲ ਨਹੀਂ ਮਿਲਦਾ, ਬੜਾ ਸਮਝਿਆ। ਮਿਲਣਾ ਕਿਵੇਂ ਨਹੀਂ, ਡਾਂਗ ਨਾਲ ਲਾਉਂ। ਛੋਟਾ ਡਰਾ ਕੇ, ਆ ਜਾ ਫਿਰ। ਜੇ ਡਾਂਗ ਦਾ ਹੀ ਚਾਹ। ਵੱਡੇ ਦਾ ਸਰੀਰ ਘਾਣ ਵਰਗਾ ਸੀ, ਕਦੇ ਸਿਰ ਨਹੀਂ ਸੀ ਦੁਖਿਆ। ਤੀਵੀਂ ਦਾ ਕਦੇ ਸਿਪਨਾ ਸੀ, ਬ੍ਰਹਮਚਾਰੀ ਬੰਦਾ ਸੀ। ਮਾਰਿਆ ਮੁੱਕਾ, ਧਰਤੀ 'ਚ ਗੱਡ ਦੂੰ। ਬੜੇ ਨੇ ਜਾਂ ਪੈਰ ਦੁਰਮਟ ਵਾਂਗੂ ਧਰਤੀ 'ਤੇ ਮਾਰਿਆ, ਧਰਤੀ ਹਿੱਲੀ। ਛੋਟਾ ਹਨੇਰੇ 'ਚ ਸ਼ੇਰ ਵਾਂਗੂ ਕੁੱਦਿਆ। ਬੜੇ ਉਹਦੀ ਡਾਂਗ ਖੋ ਕੇ ਧੌਣ 'ਤੇ ਮਾਰੀ, ਮੁੱਕੀ। ਬੱਕਰੇ ਵਾਂਗੂ ਮਿਆਂਕਾ, ਕੱਟਾ ਵਾਂਗੂ ਰਿੰਗਦਾ। ਅੱਧੇ ਪਿੰਡ ਸੁਣਿਆ। ਝਾਵੇਂ ਨੇ ਬਾਹਰੋਂ ਆ ਕੇ ਗੱਲ ਕੀਤੀ, ਉਹ ਤੁਸੀਂ ਲੱਛਣ ਕੀ ਫੜਿਆ ਦੋਨਾਂ ਨੇ ਹੋਏ? ਝਾਵੇਂ ਨੇ ਗੱਲ ਤਾੜੀ, ਤੇਰੀਆਂ ਲੱਤਾਂ ਭੰਨ ਦਾਂਗੇ। ਕੀ ਬਣਿਆ ਜਵਾਕ ਤੇ ਜ਼ੋਰ ਦਿਖਾਈ ਜਾਂਦਾ? ਝਾਵਾਂ ਭਾਬੀ ਦੀ ਕੰਧੋਲੀ ਕੋਲੋਂ ਉੱਚਾ ਹੋ ਕੇ ਬੜੇ ਨੂੰ ਬੋਲਿਆ, ਸਮਝਦਾ ਕੀ ਆ ਤੂੰ? ਭਰਜਾਈ ਨੂੰ ਸੁਣਾ ਕੇ। ਭਰਜਾਈ ਨੇ ਕਿ ਹੋਰ ਵੇਖਤਾ ਸੀ
ਹੈ ਕੌਣ ਕੀਤੀ ਇਹਨੇ? ਸਰਦਾਰ ਦੇ ਮੇਰੇ ਦੇ ਮਾਰਿਆ, ਜੋ ਆਖਦੇ ਤਾਇਆ ਜੀ, ਉਹਨੇ ਝਾਮੇ ਨੂੰ ਕਿਹਾ। ਚੁੱਪ ਵਰਤ ਗਈ। ਛੋਟੇ ਦਾ ਵੱਡਾ ਮੁੰਡਾ ਹਰ ਸਮੇਂ ਝਾਮੇ ਦੇ ਮੋਢਿਆਂ ਤੇ ਰਹਿੰਦਾ। ਝਾਮਾ ਉਹਦੀ ਜੇਬ ਰਿਊੜੀਆਂ ਤੇ ਪਕੌੜਿਆਂ ਨਾਲ ਭਰੀ ਰਹਿੰਦਾ। ਉਹ ਕਿਉਂ ਇਹਦੀਆਂ ਕੋਕੋ ਜਿਹਦੀਆਂ ਸਾਰੇ ਦਿਨ ਲਾਲਾਂ ਚੜਦਾ ਰਹਿਣਾ, ਕੱਲੇ ਤੇਰੇ ਕੁਛ ਨਹੀਂ ਪੈਣਾ। ਵੱਡੇ ਦੀਆਂ ਬੱਕੀਆਂ ਮੁੱਛਾਂ ਦਾ ਹਾਸਾ ਸੀ। ਝਾਮਾ ਸ਼ਰਨਾਂ ਨਾਲ ਲਾਲ ਹੋ ਜਾਂਦਾ। ਉਹਦੀ ਚੋਰੀ ਫੜੀ ਗਈ। ਉਹਦੀ ਦਿਲ ਦੀ ਗੱਲ ਵੱਡੇ ਨੂੰ ਕਿਵੇਂ ਪਤਾ? ਝਾਮਾ ਦਮ ਕਰੇਗਾ, ਇਹਨੂੰ ਕਿਹੜਾ ਛੌਰਾ ਦੱਸ ਜਾਂਦਾ ਸਾਰਾ ਕੁਛ। ਝਾਮਾ ਮਨ ਚ ਔਖਾ। ਪਰ ਤਿੰਨੇ ਭਾਈਆਂ ਦਾ ਕਿਤੇ ਤਿਉ ਸੀ। ਰੌਲਾ ਛੋਟੇ ਦੇ ਮਖਲਾਵੇ ਨੇ ਮਾਰਿਆ। ਨਵੀਂ ਵਿਆਹੀ ਬਹੂ ਤੋਂ ਪਰਾਂ ਨਾ ਹਟਿਆ। ਹੁਣ ਜਦ ਜਵਾਕ ਹੋ ਗਏ, ਉੱਧਰੋਂ ਖਰਚੇ ਮੁੱਕ ਗਏ, ਝਾਮਾ ਵਿੱਚ ਵਿਚਾਲੇ। ਮੁੰਡਾ ਝਾਮੇ ਨਾਲ ਹੀ ਸੌਂਦਾ। ਵੱਡੀ ਰਾਤ ਭਰਜਾਈ ਚੱਕ ਕੇ ਲਿਜਾਂਦੀ। ਝਾਮਾ ਭਾਬੀ ਦੇ ਜਿਹੜੇ ਕਦਮ ਆਹਟ ਸੁਣਦਾ। ਐਡਾ ਮਾੜਾ, ਸਾਰਾ ਦਿਨ ਤਾਏ ਦੀ ਖੱਲ ਖਾਂਦਾ। ਝੁਕਦੀ ਭਾਬੀ ਨੇ ਝਾਮੇ ਦੇ ਪਾਸੇ ਨਾਲ ਬਾਂਹ ਘਸਾਤੀ। ਛੂਹ ਕਰਾਰੀ ਸੀ, ਬਾਂਹ ਰੂੰ ਵਰਗੀ ਪੋਲੀ, ਬਰਫ ਨਾਲ ਠੰਡੀ ਜਾਨ ਠਰ ਗਈ। ਸਾਰੀ ਰਾਤ ਪਾਠੀ ਬੋਲਦੇ ਤੱਕ ਝਾਮਾ ਨਾ ਸੁੱਤਾ। ਝਾਮਾ ਘਰ ਦੇ ਛੋਟੇ ਕੰਮ ਬਹੁਤ ਕਰਦਾ। ਛੋਟੇ ਦੇ ਇੱਧਰ ਉੱਧਰ ਕਰਦਾ। ਓਏ ਤੂੰ ਉਹਦੀ ਪੱਟੀ ਮੇਸ ਕਰ, ਉਹਨੂੰ ਕੋੜ ਨਹੀਂ ਚੱਲਿਆ, 8 ਪੈਰ ਅੰਦਰ ਪਿਆ ਰਹਿੰਦਾ, ਮੰਜੀ ਤੋੜਦਾ ਰਹਿੰਦਾ। ਵੱਡੇ ਨੇ ਕਿਹਾ, ਓਏ ਉਹਦੇ ਖਾਤਰ ਕਰਦਾ, ਮੇਰਾ ਉਹ ਦਰਪਿਆਰਾ ਨਹੀਂ, ਮੇਰਾ ਖੂਨ ਆ, ਤੂੰ ਮੰਨ ਜਾ, ਉਹਨੂੰ ਆ ਲੈਣ ਦੇ ਲਾਈਨ ਤੇ। ਝਾਮੇ ਨੂੰ ਕਿਹਾ, ਕੰਮ ਮੈਂ ਕਰਦਾ, ਤੇਰੇ ਛੂਲ ਹੁੰਦਾ? ਝਾਮੇ ਨੇ ਮਨ 'ਚ ਕਿਹਾ। ਬੋਲ ਕੇ ਉਹ ਕੁਝ ਵੀ ਨਾ ਕਹੇ। ਨਾਸਾਂ 'ਚ ਉਂਗਲ ਫੇਰਦਾ ਚੁੱਪ ਵੱਟ ਕੇ ਖੜਾ ਰਿਹਾ। ਖੱਬਾ ਹੱਥ ਢਾਕ ਤੇ ਸੱਜਾ ਹੱਥ ਨਾਸ 'ਚ ਸਮਝ ਰਿਹਾ ਸੀ, ਸੋਚ ਰਿਹਾ ਸੀ ਕੋਈ। ਰੂਪ ਦੇ ਤਾਇਆ ਜੀ, ਆ ਫੜੀ ਕੇਰਾ, ਭੈੜਾ ਵਿਰਦਾ ਖਾਦਾ, ਆਂਦਾ ਤਾਏ ਕੋਲ ਜਾਣਾ। ਭਾਬੀ ਦੀ ਕੁੜਤੀ ਦਾ ਪੱਲਾ ਜਵਾਕ ਨਾਲ ਲਿਪਟ ਗਿਆ। ਜਦ ਉਹਨੇ ਚੱਕਿਆ ਤਾਂ ਝਾਮੇ ਨੇ ਮੁੜ ਕੇ ਦੇਖਿਆ, ਪਾਂਡੋ ਦੀ ਲੀ ਵਰਗਾ ਗੋਰਾ ਪਿੰਡਾ ਅੱਖਾਂ ਮਚਾ ਗਿਆ, ਫੁੱਲਾਂ ਵਾਂਗ ਰੇਸ਼ਮੀ ਗੁਲਾਬੀ, ਨਾਲਾ ਮੋਢਿਆਂ 'ਤੇ ਵੱਜਦਾ ਫਿਰੇ, ਸਤਰੰਗੀ ਪੀਂਘ ਵਾਂਗੂ। ਝਾਮਾ ਡਿੱਗਣ ਵਾਲਾ ਹੋ ਗਿਆ। ਭਾਬੀ ਮੁੰਡਾ ਝਾਮੇ ਦੀਆਂ ਬਾਹਾਂ 'ਚ ਰੱਖਦੀ ਸਾਰੀ ਦੀ ਸਾਰੀ ਉਹਦੇ ਨਾਲ ਖਹਿ ਕੇ ਖੜ ਗਈ। ਬੜਾ ਦੇਖ ਰਿਹਾ ਸੀ। ਚਰਨਾਹਟ ਦੀ ਝਾਮੇ ਨੂੰ ਸੁਣ ਕੇ ਕਰਤਾ, ਕੁੱਬਾ ਦੂਰੋਂ ਖੜਾ, ਰੱਬ ਮਿਹਰਬਾਨ ਹੋ ਗਿਆ ਤੇਰੇ ਤੇ। ਕੁੱਬੇ ਨੇ ਉੱਚੀ ਦੇ ਕਿਹਾ, ਇਹ ਬੱਗੇ ਮੂੰਹ ਵਾਲਾ ਤੇਰੀ ਬੇੜੀਆਂ 'ਚ ਬੱਟੇ ਪਾਊ। ਵੱਡੇ ਨੇ ਪੈਂਦੀ ਸੱਟੇ ਕਿਹਾ, ਓਏ ਇਹਨੂੰ ਕਿਹਨੇ ਟੈਲੀਖੂਨ ਕਰਤਾ ਇੰਨਾ ਛੇਤੀ? ਝਾਮਾ ਵੀ ਮਨ 'ਚ ਹੱਸਿਆ, ਜਿਵੇਂ ਲੱਸੀ ਡੋਲੂ 'ਚੋਂ ਪੈਂਦੀ ਆ, ਡਿੱਗ 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 ਕਰਕੇ। ਵੱਡਾ 4 ਦਿਨ ਵਾਸਤੇ ਗਰਾਂ ਚੱਲ ਗਿਆ। ਉਹਨੇ ਨਵੇਂ ਬੈਠ ਕੇ ਦੇ ਸੱਜੇ ਕੰਨ ਨੂੰ ਤੱਕਿਆ। ਸੱਤੇ ਕੱਪੜੀ ਅੱਗ ਲੱਗੀ। ਜਦ ਆਇਆ ਉਹਨੇ ਬਹੁਤ ਫੁੜਕਿਆ। ਅਖੀਰ ਮਾਂ ਨੂੰ ਕਿਹਾ। ਮਾਂ ਨੇ ਦੱਸਤਾ ਵੀ ਝਾਮੇ ਨੇ ਛੋਟੇ ਦੇ ਖੇਤ ਰੇਹ ਪਾਈ। ਗੱਡੀ ਦੀ ਲੀ ਵਾਹਣ ਦੇ ਵਿੱਚ ਗੱਲੇ ਦੇ ਵਿੱਚ ਦੀ ਲੰਘਦੀ ਸੀ। ਬੈਠ ਕੇ ਦਾ ਜ਼ੋਰ ਲਵਾਤਾ। ਬੈਠ ਕੇ ਦਾ ਕੰਨ ਜਿਹੜਾ ਉਹ ਸੁੱਜ ਗਿਆ। ਲਓ ਜੀ, ਪਰ ਵੱਡੇ ਨੇ ਝਾਮੇ ਨੂੰ ਕੁਛ ਨਾ ਕਿਹਾ। ਮੇਰਾ ਭਲਾ ਇਸ ਬੱਗੇ ਮੂੰਹ ਵਾਲੇ ਦੇ ਮੁਕਾਬਲੇ 'ਚ ਵੱਟੀ ਦਾ ਕੀ ਆ? ਇਹ ਕਰਦਾ ਕੀ ਆ? ਵੱਡੇ ਦੇ ਮਨ 'ਚ ਸਿਆਣੀ ਗੱਲ ਸੋਚੀ। ਮੁੰਡੇ ਨੇ ਝਾਮੇ ਦੀ ਦਾੜੀ ਨੂੰ ਲੱਗਿਆ ਤੇਲ ਚਮਕਦਾ। ਵੱਡੇ ਨੇ ਦੇਖਿਆ, ਉਹਦੀਆਂ ਅੱਖਾਂ 'ਚ ਸੁਰਮਾ ਸੈਂਤਾ ਮਰਦਾ। ਦਾੜੀ ਦੇ ਖੱਤ ਤਾਜ਼ੇ ਕੱਢੇ ਸੀ। ਇਹ 4 ਦਿਨਾਂ 'ਚ ਇਹ ਸਾਲਾ ਕੀ ਬਣਿਆ ਫਿਰਦਾ? ਇਹ ਲਾੜਾ ਕਿਵੇਂ ਬਣਿਆ ਫਿਰਦਾ? ਛੋਟਾ ਹਾਲੇ ਅੱਜੇ ਵਿਆਹ ਜਾ ਕੇ ਆਇਆ। ਭਾਬੀ ਨੇ ਨਵੇਂ ਬਾਣੇ ਲਾ ਕੇ ਉਹ ਨਿਕਲਦੀ ਜਿਵੇਂ ਅੱਜੇ ਮਕਲਾਬੇ ਆਈ। ਵੱਡਾ ਤੰਗ ਹੋ ਕੇ ਚਾਰੇ ਪਾਸੇ ਝਾਕਦਾ। ਉਹ ਅੰਦਰ ਉਹਨੇ ਨਿਗਾਹ ਮਾਰੀ, ਕਣਕ ਵੀ ਸਾਲੀ ਠੀਕ ਹੈ। ਝਾਮੇ ਵੱਲ ਝਾਕਦਾ। ਝਾਮਾ ਨੀਵੀਂ ਪਾ ਜਾਂਦਾ, ਮੂੰਹ ਫੇਰ ਜਾਂਦਾ, ਖੇਤਾਂ ਨੂੰ ਟਿਪ ਜਾਂਦਾ। ਵੱਡੇ ਨੂੰ ਇਹ ਗੱਲ ਦਾ ਭੇਤ ਨਾ ਲੱਗੇ। ਅਗਲੇ ਦਿਨ ਵੱਡਾ ਹਾਲ ਕਰਦਾ ਮੰਡੀਓਂ ਮੁੜਿਆ। ਉਹ ਤੂੰ ਛੋਰਾ 1000 ਰੁਪਈਆ ਆੜਤੀਆਂ ਦੇ ਕਿਉਂ ਲਿਆਂਦਾ? ਝਾਮਾ ਜਿਵੇਂ ਗਿੱਚੀ ਤੋਂ ਫੜਿਆ ਗਿਆ। ਉਹਦਾ ਗੱਲ ਦਾ ਜਵਾਬ ਦੇਣ ਦੀ ਥਾਂ ਉਹ ਬਾਹਰ ਨੂੰ ਖਿਸ ਗਿਆ। ਆੜਤੀਏ ਤੋਂ 1000? ਉਹ ਤੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ। ਤੂੰ ਲੱਛਣ ਕੀ ਫੜਿਆ? ਤੂੰ ਸਾਰਾ ਦਿਨ ਸੜੀ ਤੀਵੀਂ ਦੀਆਂ ਲਾਲਾਂ ਚੜਦਾ ਰਹਿਣਾ, ਤੂੰ ਇਹਦੇ 'ਚੋਂ ਕੀ ਕੱਢੇਗਾ? ਬੜਾ ਗੁੱਸੇ ਨਾਲ ਕਟਕ ਦਿੱਤਾ। ਝਾਮੇ ਨੂੰ ਸਮਝਾਉਣ ਲੱਗਿਆ, ਓਏ 1000 ਰੁਪਈਆ ਆੜਤੀਆਂ ਦੇ ਤੂੰ ਲਿਆਂਦਾ ਕਿਉਂ ਐ? ਝਾਮਾ ਤਾਂ ਕਦੇ ਵੀ ਆੜਤੀਆਂ ਦੇ ਨਹੀਂ ਸੀ ਗਿਆ। ਮੈਂ ਬਰਾਬਰ ਦਾ ਨਹੀਂ ਹੈ ਭਾਈ। ਧੱਪ ਕਰਦਾ ਉਹਨੇ ਡਮਰੂ ਵਰਗਾ ਹੱਥ ਜਿਹੜਾ ਛਾਤੀ ਤੇ ਮਾਰਿਆ। ਮੈਂ ਬਰਾਬਰ ਦਾ, ਮੈਂ ਲਿਆਂਦਾ 1000 ਰੁਪਈਆ ਬਾਣੀਆਂ ਦਿਓ। ਉਹ ਲਿਆਂਦਾ ਕਾਹਦੇ ਲਈ ਆ? ਸੜੀ ਹੋਈ ਤੀਮੀ ਲਈ। ਉਹ ਸ਼ੇਰਾ, ਉਹਨੇ ਛੋਟੇ ਨੂੰ ਹਾਕ ਮਾਰੀ, ਆ ਲਿਆ ਬੋਰੀਆਂ, ਕਿਹੜਾ ਨਿੱਤ ਦਾ ਕਲੇਸ਼ ਮੁਕਾਈਏ। ਝਾਮੇ ਨੇ ਛੋਟੇ ਨੂੰ ਬਾਜ਼ ਦਾਣੇ ਵੰਡ ਕੇ ਝਾਮਾ ਟਿਕਾਣੇ ਤੇ ਹੋ ਗਿਆ। ਬੜੇ ਤੋਂ ਅੱਡ ਹੋ ਕੇ ਛੋਟੇ ਦੇ ਨਾਲ ਜਾ ਰਲਿਆ। ਵੱਡੇ ਨੇ ਆਪਣਾ ਸੀਰੀ ਰਲਾ ਲਿਆ। ਮਾਂ ਉਹਦੇ ਵੱਲ ਹੋ ਗਈ। ਵਾਹ ਬਈ ਵਾਹ, ਅਸ਼ਕੇ
ਚਾਟੇ ਦੀਆਂ ਲਾਲਾਂ ਮੁੰਡਾ ਚੁੱਕੀ ਜਾਂਦੇ, ਝਾਵੇਂ ਨੂੰ ਵੱਡੇ ਨੇ ਸੈਂਤਾਂ ਮਾਰੀਆਂ। ਨਹੀਂ ਰੀਸਾਂ ਘੋੜੇ ਦੀਆਂ, ਕੁੱਬਾ ਟੋਕ ਮਾਰਦਾ, ਝਾਵਾਂ ਭਤੀਜੇ ਨੂੰ ਮੋਢਿਆਂ 'ਤੇ ਚੱਕ ਕੇ ਘੋੜਾ ਬਣਾਏ ਫਿਰ ਦੁੜਕੀ ਚਾਲ ਰਿਉੜੀਆਂ ਦਵਾਉਣ ਨੂੰ ਹੱਟੀ 'ਤੇ ਜਾਂਦਾ। 3 ਕੁ ਦਿਨਾਂ ਬਾਅਦ ਵੱਡਾ ਨਹਾਉਣ ਦਾ ਉਹੜ ਪੋਹੜ ਕਰਦਾ ਫਿਰੇ, ਝਾਵਾਂ ਛੇਤੀ ਨਾ ਕੇ ਕੰਧੋਲੀ 'ਚ ਭਰਜਾਈ ਦੇ ਕੋਲ ਬੈਠਾ। ਬੜੇ ਨੇ ਦੂਰੋਂ ਦੇਖਿਆ, ਬੜਾ ਪਿਆਰ ਤਾਂ ਕਰਦਾ ਸੀ ਉਹਨੂੰ, ਐ ਸੀ ਅੱਡ ਨੇ ਬਿੱਡ ਨੇ ਭਾਈ ਨੇ। ਕੋਈ ਵੀ ਨਾ ਕੰਧੋਲੀ ਦੇ ਵਿੱਚ ਓਟੇ ਦੇ ਵਿੱਚ ਭਰਜਾਈ ਕੋਲ ਬੈਠੀ, ਕੋਲ ਝਾਵਾਂ ਬੈਠਾ, ਝਾਵਾਂ ਨਹਾਈ ਬੈਠਾ ਉਹ ਕੋਣੇ। ਫੇਰ ਭਰਜਾਈ ਦੇ ਗੁਲਾਬੀ ਸੂਟ 'ਚ ਸੰਧੂਰੀ ਅੱਗ ਦੇ ਵਿੱਚੋਂ ਮੱਕੀ ਦੀਆਂ ਰੋਟੀਆਂ ਲਾ ਕੇ ਦੋਨੇ ਹੱਥਾਂ ਨਾਲ ਕੁਛ ਗੁੰਨਣ ਲੱਗੀ। ਦੂਰੋਂ ਵੱਡੇ ਨੇ ਦੇਖਿਆ ਵੀ ਚੂਰੀ ਕੁੱਟਦੀ ਹੈ। ਆ ਭਾਈਆ ਜੀ ਦੇਸੀ ਘਿਓ ਪਾਈ ਕਰਾਂ, ਉਹਨੇ ਉੱਚੀ ਦੇ ਕੇ ਕਿਹਾ। ਝਾਵੇਂ ਨੇ ਗੜਬੀ ਦੇਸੀ ਘਿਓ ਦੀ ਚੱਕ ਲਈ, ਉੱਚੀ ਕਰ ਲਈ, ਐਨ ਤਤੀਰੀ ਬੰਨ ਕੇ ਬੜੇ ਸਾਰੇ ਥਾਲ ਦੇ ਵਿੱਚ ਦੇਸੀ ਘਿਓ ਪਾਇਆ। ਕੁਚਰ 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 ਹੁੰਦੀ ਉਹ ਗੁੰਨਣ ਲੱਗੀ। ਇੱਧਰਲੀਆਂ ਰੋਟੀਆਂ ਤੂੰ ਵੀ ਨਾਲ ਭਾਈਆ ਜੀ ਦੱਬ ਦੇ। ਇੱਧਰ ਝਾਵੇਂ ਨੇ ਵੀ ਹੱਥ ਪਾ ਲਿਆ ਵਿੱਚ, ਮੱਝ ਦੇ ਗਦਾਵਾ ਰਲਾਉਣ ਵਾਂਗੂ ਦੋਨੇ ਹੱਥਾਂ ਨਾਲ ਉਹ ਵੀ ਚੂਰੀ ਦੱਬਣ ਲੱਗਿਆ ਹੋਇਆ। ਬੜਾ ਮੁਸਕੜੀਏ ਹੱਸਦਾ ਸੀ, ਖੜਾ ਦੇਖਦਾ ਸੀ। ਮੁੜ ਕੇ ਚੂਰੀ ਵੱਟ ਲਈ, ਜੜ ਚੂੜੀ ਕੁੱਟ ਲਈ, ਕੁੱਟ ਕੇ ਝਾਵੇਂ ਨੂੰ ਬਣਾ ਕੇ ਚੂਰੀ ਸਾਹਮਣੇ ਥਾਲ 'ਚ ਰੱਖਤੀ। ਚੂਰੀ ਮੂੰਹ 'ਚ ਪਾ ਕੇ ਝਾਵੇਂ ਨੇ ਜਦ ਚੱਪ 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 ਦੀ ਆਵਾਜ਼ ਆਈ, ਭਰਜਾਈ ਕਹਿੰਦੀ ਮਿੱਠਾ ਠੀਕ ਆ ਭਾਈਆ ਜੀ। ਨਾਲੇ ਤਾਂ ਝਾਵਾਂ ਚੂਰੀ ਖਾਵੇ, ਨਾਲੇ ਆਵਾਜ਼ ਆ ਮਿਨਾ ਕਾ ਛੂਤਾ 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 ਛੂਤਾ, ਨਾਲ ਚੂਰੀ ਖਾਂਦਾ ਕਹਿੰਦਾ ਐਵੇਂ ਹੀ ਕੋੜੇ ਨੇ 6 ਮਹੀਨੇ ਦੇ ਵਿੱਚ ਮਰ ਕੇ ਕਰਤਾ ਸੀ ਭਰਜਾਈ ਤੋਂ ਪਰਾਂ। ਮਸਾਂ ਛੂਤ ਆਇਆ, ਮੱਛਾਂ ਟਿਕਾਣੇ ਆਇਆ, ਉਹੀ ਹੱਥ ਜਿਹੜੇ ਦੇਸੀ ਘਿਓ ਨਾਲ ਲੱਗੇ ਸੀ। ਖੁੱਚਾਂ ਨੂੰ ਮਲਦਾ ਮਲਦਾ ਝਾਵਾਂ ਲਾਲੋ ਲਾਲ ਹੋਇਆ ਫਿਰ ਸੀ। ਭਰਜਾਈ ਸਾਹਮਣੇ ਬੈਠੀ ਹੋਰ ਘਰ ਵਾਲੇ ਦੀਆਂ ਤੇ ਜਵਾਕਾਂ ਦੀਆਂ ਰੋਟੀਆਂ ਲਾ ਰਹੀ ਸੀ। ਝਾਵਾਂ ਟਿਕਾਣੇ ਆ ਗਿਆ ਸੀ। ਪੰਜਾਬ ਦੇ ਪਿੰਡਾਂ ਦੀ ਇਹ ਟਿਪੀਕਲ ਕਹਾਣੀ ਹੈ। ਸਰ ਜਸਵੀਰ ਸਿੰਘ ਜੀ, ਸਰ ਜੀ ਮੇਰੀ ਆਵਾਜ਼ ਆਉਂਦੀ? ਹਾਂਜੀ ਪੂਰੀ ਆ ਰਹੀ ਹੈ। ਅੱਛਾ ਅੱਛਾ, ਬੱਕੀਆਂ ਤੜਾਤੀਆਂ। ਇੱਕ ਤਾਂ ਤੁਹਾਨੂੰ ਦੱਸ ਦੇਣੀ ਬਣਦੀ ਆ ਵੀ ਕਰੈਕਟਰ ਦੇ ਨਾਲ ਜਦੋਂ ਝਾਵੇਂ ਦੀ ਗੱਲ ਕਰਦੇ ਹੋ, ਬਹਿ ਜਾ ਜਿਹੜਾ ਇਹ ਤੁਸੀਂ ਸਟੋਰੀ ਪੜ੍ਹੀ ਹੈ, ਇਹ ਬੇਸਿਕਲੀ ਅੱਜ ਕੱਲ ਤਾਂ ਮੇਰਾ ਖਿਆਲ ਘੱਟ ਵਾਪਰਦੀ ਹੈ, ਪਰ ਇਹਦੇ ਚ ਜਿਹੜੇ ਤੁਸੀਂ ਨਾਂ ਲਏ ਨੇ, ਜਿਹੜੇ ਢੰਗ ਨਾਲ ਉਹਨੂੰ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਚੀਕੂ ਚੀਕੂ ਕਰਦਾ ਹੈ ਨਾਸਾਂ ਦੇ ਵਿੱਚ, ਕਹਿੰਦਾ ਉਂਗਲ ਪਾਲੀ ਸੇਲੇ ਵਾਂਗੂ। ਹੁਣ ਜਿਹੜਾ ਸੇਲਾ ਪਾਇਆ ਕਰਨਾ, ਉਹਦਾ ਹੁਣ ਆਮ ਬੰਦੇ ਨੂੰ ਕੀ ਪਤਾ ਵੀ ਸੇਲਾ ਕਿਹਨੂੰ ਕਹਿੰਦੇ ਆ। ਤੇ ਬਹੁਤ ਕਮਾਲ ਦੀ ਪੇਸ਼ਕਾਰੀ ਆ। ਮੈਨੂੰ ਲੱਗਦਾ ਸਰਦਾਰ ਜੀ ਬਹੁਤ ਤਾਤ ਵਿੱਚ ਜਿਹੜੇ ਲੋਕ ਤੁਹਾਡੀ ਪ੍ਰੋਗਰਾਮ ਨਾਲ ਜੁੜਦੇ ਨੇ, ਉਹ ਆਪਣਪਤ ਦਾ ਵੱਡਾ ਕਾਰਨ ਬੋਲੀ ਔਰ ਪੇਂਡੂ ਲਹਿਜੇ ਦੀ ਗੱਲਬਾਤ ਦਾ ਜਿਹੜਾ ਤਰੀਕਾ ਤੇ ਉਹਦੇ ਵਿੱਚ ਪੇਸ਼ਕਾਰੀ ਜਿਹੜੀ ਆ ਨਾ, ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਪ੍ਰੋਗਰਾਮ ਦਾ ਸਾਨੂੰ ਖਿੱਚ ਕੇ ਸੁਣਨ ਲਈ ਮਜਬੂਰ ਕਰਦੀਆਂ। ਖਾਸ ਕਰਕੇ ਤੁਹਾਡੀ ਕਹਾਣੀ ਨੂੰ ਸੁਣਨ ਨੂੰ ਤਾਂ ਬਹੁਤ ਲੋਕ ਇੰਤਜ਼ਾਰ ਕਰਦੇ ਨੇ। ਕਮਾਲ ਕਰਤੀ, ਵੱਖੀਆਂ ਟੁੱਟ ਗਈਆਂ ਬਾਈ ਜੀ ਜਦੋਂ ਤੁਸੀਂ ਝਾਵੇਂ ਦੀ ਗੱਲ ਕਰਦੇ ਸੀ, ਹੱਥੂ ਆ ਜਾਂਦਾ ਸੀ ਸਾਨੂੰ ਤਾਂ ਹੱਸ ਕੇ। ਮਿਹਰਬਾਨੀ, ਧੰਨਵਾਦ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ। ਮਿਹਰਬਾਨੀ, ਧੰਨਵਾਦ, ਥੈਂਕ ਯੂ ਆਸ਼ੀਰਵਾਦ ਲਈ। ਇਹ ਕਰੈਕਟਰ ਆਪਾਂ ਵੇਖੇ ਹੋਏ ਨੇ, ਬੂਟਾ ਸਿੰਘ ਸਟਾਰ ਜੀ ਨੇ ਲਿਖਿਆ, ਫਿਰ ਉਹਨੂੰ ਮਲੰਮਾ ਹੋਰ ਬਹੁਤ ਜਗ੍ਹਾ ਚਾੜਤਾ ਮੈਂ। ਵਧੀਆ ਲੱਗਦੀ ਆ ਮੈਨੂੰ ਇਹ ਕਈ ਵਾਰ ਜਿਹੜੀ ਪਿੰਡਾਂ ਤੋਂ ਮੈਂ ਹਟ ਕੇ ਕਹਾਣੀ ਸੁਣਾਉਣਾ, ਉਹ ਪਰਵਾਹ ਨੇ ਨਹੀਂ ਕਰਦੇ, ਤੁਸੀਂ ਬੋਲਦੇ ਹੀ ਨਹੀਂ, ਕੂੰਦੇ ਹੀ ਨਹੀਂ, ਕੋਈ ਮੂਹਰੇ ਗੱਲੇ ਨਹੀਂ ਕਰਦਾ, ਬਿਰਬਾ ਹੀ ਨਹੀਂ ਪਾਉਂਦਾ। ਮੇਰੀ ਬੱਸ ਹੋ ਜਾਂਦੀ ਆ 25 ਮਿੰਟ ਬੋਲਦਿਆਂ ਦੀ, ਚੁੱਪੇ ਕਰ ਜਾਂਦੇ, ਸੁਸਰੀ ਵਾਂਗੂ ਸੌ ਜਾਂਦੇ ਵੀ ਹੋਇਆ ਹੀ ਨਹੀਂ ਕੁਛ। ਕਹਿ ਦਿੰਦੇ ਨੇ ਪੰਜਾਬੀਆਂ ਵਾਲੀ, ਨਾ ਹਾਂ ਨਾ। ਪਿੰਡਾਂ ਵਾਲੀ ਸੁਣਾ ਦੇ, ਅੰਦਰਲੀਆਂ 20 'ਚ ਪਾ ਲਾ, ਫਿਰ ਇੱਕ ਲੱਤ ਤੇ ਨੱਚਦੇ ਨੇ ਘੁੱਕ ਕੇ ਐਨ ਮੋਰ ਵਾਂਗੂ। ਜੁਝਾਰ ਗਿੱਲ ਜੀ ਸਤਿ ਸ਼੍ਰੀ ਅਕਾਲ ਵੀਰੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀਆਂ ਸਾਰੀਆਂ ਸਟੋਰੀਆਂ ਸੁਣਦਾ ਹੁੰਦਾ ਜੀ। ਆਹ ਜਿਹੜੀ ਤੁਸੀਂ ਉਹ ਕੀਤਾ ਵੀ ਮੁੱਛਾਂ ਜੋ ਪਾਣੀ ਦਾ ਝਾੜਿਆ, ਕਰਦੇ ਵੀ ਨੇ ਲੋਕੀ ਏਦਾਂ ਹੀ, ਮਤਲਬ ਪਿੰਡਾਂ ਪਿਓਰ ਵਿੱਚੇ ਪੜ ਗਈ ਮੈਂ ਇਮੈਜੀਨੇਸ਼ਨ ਦੇ। ਝਾੜਦੇ ਨੇ ਪਿੰਡਾਂ 'ਚ ਮੁੱਛਾਂ 'ਚ ਪਾਣੀ ਨਾ, ਬਬੂਕਾ ਜਿਹਾ ਮਾਰ ਕੇ ਝਾੜਦੇ ਨੇ।
ਤੇ ਜਿਹੜਾ ਜਿਹਦੇ ਦਾੜੀ ਕੇਸ ਨੇ ਨਾ, ਦਾੜੀ ਵਾਲਾ ਬੰਦਾ ਜਦ ਸੋਚਦਾ ਦਾੜੀ ਦੇ ਵਾਲ ਐ ਕੱਲਾ, ਇਹਨੂੰ ਕੱਲੇ ਨੂੰ, ਜਿਵੇਂ ਮੇਰੀ ਆਦਤ ਆ, ਮੈਂ ਦਾੜੀ ਦਾ ਇੱਕ ਵਾਲ ਐ ਕੱਲਾ ਕੱਲਾ ਖਿੱਚਦਾ ਜਦ ਮੈਂ ਸੋਚਣ ਲੱਗਿਆ ਹੁੰਦਾ। ਧੀ ਰਾਣੀ ਦੇਖ ਕੇ ਮੈਨੂੰ ਜਦੇ ਕਹਿੰਦੀ ਆ ਵੀ ਡੈਡੀ ਕਿੱਥੇ ਲਾਇਆ ਹੈ ਟਿਕਾਣਾ, ਕੀ ਸੋਚ ਰਹੇ ਹੋ ਤੁਸੀਂ, ਪਤਾ ਲੱਗ ਜਾਂਦਾ। ਪਿੰਡਾਂ 'ਚ ਜਦ ਬੰਦਾ ਸੋਚਦਾ ਉਹ ਖੱਬੀ ਢਾਕ ਤੇ ਹੱਥ ਰੱਖਦਾ, ਸੱਜੀ ਉਂਗਲ ਉਹ ਨੱਕ 'ਚ ਪਾਉਂਦਾ, ਫਿਰ ਉਹ ਸੋਚਦਾ ਹੁੰਦਾ ਕੁਛ। ਜਗਦੀਪ ਬਰਾੜ ਜੀ, ਲਾਈਨ ਨੰਬਰ 1। ਜਗਦੀਪ ਬਰਾੜ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ। ਹਾਂਜੀ ਬਾਈ, ਆ ਇਹ ਜਿਹੜੇ ਖਾਸ ਕਰੈਕਟਰ ਹੁੰਦੇ, ਜਿਵੇਂ ਇੱਕ ਤਾਂ ਪਿੰਡਾਂ ਦੇ ਵਿੱਚ, ਇੱਕ ਨਾ ਇਸ ਤਰ੍ਹਾਂ ਜਿਵੇਂ ਤੁਸੀਂ ਜਿਵੇਂ ਇੱਕ ਤਾਂ ਕਹਾਣੀ ਦੇ ਵਿੱਚ ਪਾਤਰ ਉਹ ਜੇ, ਤੇ ਇੱਕ ਤੁਸੀਂ ਪੇਸ਼ ਕਰਨ ਦਾ ਤਰੀਕਾ, ਤੇ ਬਾਕੀ ਜਿਹੜੇ ਇਸ ਤਰ੍ਹਾਂ ਜਦੋਂ ਮਹਾਰਾਜ ਹੈ ਹੁੰਦਾ ਕੋਈ ਸਿਚੁਏਸ਼ਨ ਹੈ ਜੀ, ਪੈਰ ਬੜਾ ਉੱਠਦਾ ਹੁੰਦਾ ਨਾ, ਪਰ ਮਹਾਰਾਜ ਕਹਿਣ ਦੀ ਢੇਰ ਹੁੰਦੇ, ਜਿਵੇਂ ਸਾਡੇ ਪਿੰਡਾਂ ਵਾਲੀ ਨਰਮਾ ਵਿੱਚ ਜਮਾਂ ਸਾਡੇ ਪਿੰਡ ਦੀ ਸੇਮ ਸਟੋਰੀ ਹੈ। ਤੇ ਜਦੋਂ ਉਹਨੇ ਕਹਿਣਾ ਨਾ ਵੀ ਬੱਦਲ ਕਣੀਆਂ ਭੱਜ ਕੇ ਉਹਨੇ ਬਾਲਣ ਅੱਗੋਂ ਆਇਆ ਸੰਭਾਲਣਾ, ਮਿੰਟੋ ਮਿੰਟ ਹੀ ਜਾਣੀ ਵੀ ਕੀ ਮਜ਼ਾ ਵੀ ਕਣੀ ਨਹੀਂ ਲੱਗ ਜੇ ਛੱਡੀਆਂ ਨੂੰ ਜਾਂ ਪਾਥੀਆਂ ਨੂੰ ਕਿਤੇ। ਬਾਕੀ ਇਹ ਵੀ ਗੀਤ ਵੀ ਲਾਤਾ ਮਗਰੋਂ ਰਹਿੰਦਾ ਖੁੰਦਾ ਜਮਾਂ ਸਾਰੇ ਰਹਿੰਦਾ ਸਕੇਵਾ ਹੀ ਲਾਤਾ। ਧੰਨਵਾਦ ਬਾਈ ਜੀ। ਜਦ ਅੱਡ ਹੋਇਆਂ ਨੂੰ 5-4 ਮਹੀਨੇ 3 ਲੰਘ ਗਏ, ਜਦ ਭਰਜਾਈ ਨੇ ਹਾਕ ਮਾਰੀ, ਆ ਜਵਾਕ ਦੇ ਤਾਇਆ ਜੀ ਫੜਿਓ ਇਹਨੂੰ, ਭੈੜਾ ਬਾਹਲੀ ਔੜ ਕਰਦਾ ਵੀ ਮੈਂ ਤਾਂ ਤਾਏ ਕੋਲ ਜਾਣਾ, ਤਾਏ ਦੀ ਖੱਲ ਖਾਂਦਾ ਹੈ ਬਸ। ਲਿਆ ਫੜਾ ਭਾਈ। ਅਮਰੀਕ ਥਿੰਦ ਜੀ। ਗੁਰਚਰਨ ਜੀ, ਲਾਈਨ ਨੰਬਰ 1। ਗੁਰਚਰਨ ਬਾਲਾ ਜੀ। ਥੈਂਕ ਯੂ ਜੀ, ਬਹੁਤ ਹੀ ਇੰਜੋਏ ਕੀਤਾ ਸਾਹਿਬ। ਆਪ ਤੁਹਾਡਾ ਜਿਹੜਾ ਸਟਾਈਲ ਹੈ ਨਾ ਦੱਸਣ ਦਾ, ਮਤਲਬ ਐਕਸਪਲੇਨ ਕਰਨ ਦਾ, ਪੂਰਾ ਨਜ਼ਾਰਾ ਜਿੱਦਾਂ ਮਤਲਬ ਹੂ ਬਹੂ ਅਸੀਂ ਮਤਲਬ ਨਾ ਬਿਲਕੁਲ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ ਉਹ ਚੀਜ਼। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ। ਬਹੁਤ ਹੀ ਵਧੀਆ, ਬਹੁਤ ਹੀ ਨਾਈਸ। ਥੈਂਕ ਯੂ ਸੋ ਮਚ। ਧੰਨਵਾਦ ਬਾਲਾ ਸਾਹਿਬ, ਤੁਸੀਂ ਵੀ ਖੁਸ਼ ਰਹੋ, ਚੜ੍ਹਦੀ ਕਲਾ। ਥੈਂਕ ਯੂ। ਅਮਰੀਕ ਥਿੰਦ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਹੈ ਨਾ, ਸ਼ਾਇਦ ਸਾਡੇ ਇਲਾਕੇ ਤੋਂ ਸੁਣਦੇ ਵੀ ਹੁਣ ਕੋਈ ਗੋਨਪੁਰ ਸਕੂਲ ਚ ਹੈ ਨਾ ਕੀਤੀ ਉਹ 10ਵੀਂ ਕਲਾਸ, ਉੱਥੇ ਆਏ ਸੀ ਥੋੜੇ ਟਾਈਮ ਦੇ ਇੱਕ ਪੰਜਾਬੀ ਮਾਸਟਰ ਜੀ ਆਏ ਸੀਗੇ। ਉਹ ਇਹਦਾ ਕਰੈਕਟਰਸ ਵਿੱਚ ਸੁਣਾਉਂਦੇ ਹੁੰਦੇ ਸੀਗੇ। ਮੈਨੂੰ ਲੱਗਦਾ ਸੀਗਾ ਵੀ ਉਹਨਾਂ ਦੀ ਇਮੈਜੀਨੇਸ਼ਨ ਲੈਵਲ ਬਹੁਤ ਤਗੜਾ, ਮਤਲਬ ਕਿ ਉਹੀ ਇੱਦਾਂ ਕਰ ਸਕਦੇ। ਪਰ ਜਦੋਂ ਅੱਜ ਤੁਹਾਡਾ ਨਾ ਆਹ ਸਟੋਰੀ ਸੁਣੀ, ਜਦ ਤੁਸੀਂ ਕਿਹਾ ਵੀ ਭਰਜਾਈ ਸ਼ੂਤ ਮਤਲਬ ਤੁਸੀਂ ਉਹ ਜਿਹੜੇ ਆ ਨਾ ਹੁੰਗਾਰੇ ਜਾਂ ਮਤਲਬ ਜਿਹੜੀਆਂ ਹਾਂ ਜਾਂ ਨਾ, ਜਿੱਦਾਂ ਅਸੀਂ ਪਿੰਡਾਂ 'ਚ ਦਿੰਦੇ ਹੀ ਆ ਜਵਾਬ ਨਾ, ਉਹ ਮਤਲਬ ਕਰੈਕਟਰ ਦੇ ਵਿੱਚ ਘੁਸ ਗਏ ਜੀ। ਮੇਰੇ ਐ ਪੂਰਾ ਚੱਲ ਰਿਹਾ ਸੀ ਵੀ ਕਿੱਥੇ ਕੁ ਚੌਂਕਾ ਆ, ਕਿੱਥੇ ਕੁ ਹੋ ਗਿਆ, ਕਿੱਥੇ ਕੁ ਖੜਾ ਆ, ਤਾਂ ਉਹਨੇ ਮੱਝ ਦੇ ਕਿੱਦਾਂ ਭਰਜਾਈ ਨੂੰ ਸੁਣਾ ਰਿਹਾ, ਪੂਰਾ ਚੱਲ ਰਿਹਾ ਕਿੱਦਾਂ ਦਾ ਵਿਹੜਾ ਹੋਊਗਾ ਨਾ। ਉਹ ਬਹੁਤ ਵਧੀਆ ਜੀ। ਥੈਂਕ ਯੂ। ਮੁੱਕਾ ਮਾਰਿਆ ਮੱਝ ਦੇ ਮੈਸ ਦੇ ਨਾਸਾਂ ਤੇ, ਕਹਿੰਦਾ ਹੁਣ ਅੱਡ ਹੋ ਕੇ ਸਵਾਦ ਆ ਗਿਆ ਤੈਨੂੰ। ਸਬਜ਼ੀ ਨੂੰ ਜਦ ਤੜਕਾ ਲੱਗਿਆ ਕਹਿੰਦਾ ਛਾਨੂੰ ਵੀ ਪੁੱਛ ਲਓ ਕੋਈ। ਅਖੀਰ ਜਦ ਚੂਰੀ ਉਹਨੇ ਕੁੱਟ ਕੇ ਵੱਟ ਕੇ ਚੂਰੀ ਉਹਨੂੰ ਕਿਹਾ, ਭਾਈ ਜੀ ਮਿੱਠਾ ਕਿਵੇਂ ਆ? ਕਹਿੰਦਾ ਛੂਤ ਆ। ਬਹਾਦਰ ਸਿੰਘ ਜੀ, ਆਖਰੀ ਕਾਲਰ, ਲਾਈਨ ਨੰਬਰ 1। ਬਹਾਦਰ ਸਿੰਘ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਹਾਣੀ ਤਾਂ ਐ ਲੱਗਦੀ ਸੀ, ਪਹਿਲੀ ਗੱਲ ਤਾਂ ਭਰਜਾਈ ਜਦ ਵਿੱਚ ਹੁੰਦੀ ਕਿਸੇ ਕਹਾਣੀ ਦੇ, ਕਹਾਣੀ ਉੱਪਰਲੀ ਬੜੀ ਆ, ਬਾਕੀ ਐ ਲੱਗੇ ਜਿੱਦਾਂ ਕਿਤੇ ਸਾਹਮਣੇ ਸਾਡੇ ਨਾਲ ਸਭ ਕੁਝ ਹੋ ਰਿਹਾ। ਧੰਨਵਾਦ। ਜਿਉਂਦੇ ਵਸਦੇ ਰਹੋ, ਜ਼ੋਰ ਲੱਗਦਾ ਬਹੁਤ ਤੇ ਤੁਸੀਂ ਖੁਸ਼ ਹੁੰਦੇ ਹੋ, ਬਸ ਇਹੀ ਮੇਰਾ ਇਨਾਮ ਆ। ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਸਭ ਨੂੰ। ਬਸ ਇਹੀ ਆਪਣਾ ਇੱਕ ਸ਼ੌਕ ਆ 12-13 ਵਰ੍ਹਿਆਂ ਦਾ ਬੁੱਧਵਾਰ ਨੂੰ, ਤੇ ਕੱਲ੍ਹ ਨੂੰ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਆ। ਰੱਬ ਰੱਖਾ।